ਅੱਜ ਤੁਸੀਂ ਸੁਣ ਕੇ ਤੁਹਾਨੂੰ ਜ਼ਰੂਰ ਲੱਗੇਗਾ ਕਿ ਹਾਂ ਵਾਕਈ ਹੀ ਐਜੂਕੇਸ਼ਨ ਪੜ੍ਹਾਈ ਉਹ ਕੌਣ ਕਰਵਾ ਰਿਹਾ। ਇੱਕ ਪਾਸੇ ਉਹ ਪੰਜਾਬ ਹੈ ਜਿੱਥੇ ਮਾਂ ਚੀਕਾਂ ਮਾਰਦੀ ਹੈ ਕਿ ਮੇਰਾ ਬੱਚਾ ਨਸ਼ੇ 'ਚ ਪੈ ਗਿਆ, ਤਾਂ ਉਸੇ ਪੰਜਾਬ ਦੇ ਵਿੱਚ ਇੱਕ ਸੰਸਥਾ ਵੀ ਹੈ ਜੋ ਉਸ ਮਾਂ ਦੇ ਦਰਦ ਨੂੰ ਵੀ ਵੇਖ ਰਹੀ ਹੈ। ਅੱਜ ਕਰਜ਼ ਤੋਂ ਪਰੇਸ਼ਾਨ ਹੋ ਕੇ ਕਿਸਾਨ ਆਪਣੀ ਜੀਵਨ ਲੀਲਾ ਤੇ ਸਮਾਪਤ ਕਰ ਰਿਹਾ ਹੈ। ਉਹ ਸੂਬਾ ਜੋ ਕਿ ਸੋਨੇ ਦੀ ਚਿੜੀ ਜਿਹਨੂੰ ਕਿਹਾ ਜਾਂਦਾ ਸੀਗਾ, ਉਹ ਸੂਬਾ ਜਿੱਥੇ 5 ਦਰਿਆ ਮਾਝਾ, ਦੁਆਬਾ ਤੇ ਮਾਲਵਾ, ਉਹ 5 ਦਿਨਾਂ ਦੀ ਰਾਣੀ ਅੱਜ ਨਜ਼ਰ ਕਿਸ ਚੀਜ਼ ਦੀ ਉਹਨੂੰ ਨਜ਼ਰ ਲੱਗੀ ਹੈ। ਅੱਜ ਕਿਉਂ ਘਰ ਦਾ ਹਰ ਬੱਚਾ ਨਸ਼ੇ ਦੇ ਵੱਲ ਵਧ ਰਿਹਾ। ਅਸੀਂ ਕੋਸਦੇ ਹਾਂ ਪੰਜਾਬ ਦਾ ਕੁਛ ਨਹੀਂ ਹੋਣਾ, ਬੇੜਾ ਗਰਕ ਹੋ ਗਿਆ ਪੰਜਾਬ ਦਾ। ਅਸੀਂ ਸਿਆਸਤਦਾਨਾਂ ਨੂੰ ਕੋਸਦੇ ਹਾਂ ਕਿ ਇਹਨਾਂ ਸਿਆਸਤਦਾਨਾਂ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ, ਲੇਕਿਨ ਅਸੀਂ ਕੀ ਕੀਤਾ? What we did for the people or for the children living in Punjab। ਅੱਜ ਇਹਨਾਂ ਗੱਲਾਂ ਨਾਲ ਤੁਹਾਨੂੰ ਮੁਖਾਤਿਬ ਵੀ ਕਰਾਵਾਂਗੇ ਔਰ ਵਿਚਾਰ ਵਟਾਂਦਰਾ ਵੀ ਕਰਾਂਗੇ। ਕਈ ਅਜਿਹੀਆਂ ਸ਼ਖਸੀਅਤਾਂ ਸਾਡੇ ਨਾਲ ਰੂਬਰੂ ਵੀ ਹੋਣਗੀਆਂ ਜੋ ਇਸ ਮੁਤਲਕ ਸਾਡੇ ਨਾਲ ਵਿਚਾਰ ਵੀ ਸਾਂਝੇ ਕਰਨਗੇ। ਲੇਕਿਨ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਉਹ ਫਲਸਫਾ ਜੋ ਵਾਕਈ ਹੀ ਗੁਰੂ ਸਾਹਿਬ ਨੇ ਦਿੱਤਾ ਸੀਗਾ। ਮੀਰੀ ਪੀਰੀ ਦਾ ਸਿਧਾਂਤ ਤੁਸੀਂ ਸਾਰੇ ਜਾਣਦੇ ਹੋ, ਜਿੱਥੇ ਇੱਕ ਪਾਸੇ ਗੁਰੂ ਸਾਹਿਬ ਨੇ ਸਾਨੂੰ ਬਾਣੀ ਦੇ ਨਾਲ ਜੁੜਨ ਲਈ ਕਿਹਾ ਸੀ ਤੇ ਬਾਣੇ ਦੇ ਨਾਲ ਵੀ ਜੁੜਨ ਲਈ ਕਿਹਾ ਸੀ। ਉਹਨਾਂ ਨੇ ਕਿਹਾ ਸੀ ਕਿ ਮੇਰਾ ਖਾਲਸਾ ਨਾ ਰਾਜ ਤਾਂ ਕਰੇਗਾ ਜੇ ਉਹ ਪੜ੍ਹਿਆ ਲਿਖਿਆ ਹੋਵੇਗਾ। ਅੱਜ ਮੇਰਾ ਖਾਲਸਾ ਕਿੱਥੇ ਸਟੈਂਡ ਕਰਦਾ ਹੈ? ਜੇ ਇਹ ਗੁਰੂ ਸਾਹਿਬ ਸੋਚਦੇ ਹੋਣਗੇ ਔਰ ਜਦ ਉਹਨਾਂ ਦੀ ਨਜ਼ਰ ਪੰਜਾਬ ਦੇ ਵੱਲ ਜਾਂਦੀ ਹੋਏਗੀ ਤਾਂ ਉਹਨਾਂ ਨੂੰ ਕੀ ਲੱਗਦਾ ਹੋਏਗਾ? I think the basic roots to stand yourself is education. And education ਕਿਹੜੀ ਸੰਸਥਾ ਕਰਾ ਰਹੀ ਹੈ, ਅੱਜ ਇਹੀ ਅਸੀਂ ਜਾਣਾਂਗੇ। ਔਰ ਉਹਨੇ ਕਿਵੇਂ ਆਪਣਾ ਮੁਕਾਮ ਹਾਸਿਲ ਕੀਤਾ ਹੈ ਔਰ ਇਸ ਸੰਸਥਾ ਦੇ ਨਾਲ ਕਿਹੜੇ ਲੋਕ ਜੁੜ ਰਹੇ ਨੇ। ਅੱਜ ਤੁਸੀਂ ਜਿਵੇਂ ਟੇਬਲ ਦੇ ਉੱਤੇ ਬੈਠੇ ਹੋ ਨਾ, ਐਵੇਂ ਟੇਬਲ ਦੇ ਉੱਤੇ ਬੈਠ ਕੇ ਜੇ ਤੁਸੀਂ ਸ਼ਾਮ ਨੂੰ ਡਿਨਰ ਕਰਦੇ ਹੋ ਜਾਂ ਘਰ ਦੇ ਵਿੱਚ ਵਿਚਾਰ ਵਟਾਂਦਰਾ ਕਰਦੇ ਹੋ ਜਾਂ ਕੋਈ ਖਬਰ ਪੜ੍ਹ ਲੈਂਦੇ ਹੋ, ਸਾਹਮਣੇ ਨਿਊਜ਼ ਆ ਰਹੀ ਹੁੰਦੀ ਹੈ, ਯਾਰ ਪੰਜਾਬ ਦਾ ਬੇੜਾ ਗਰਕ ਹੋ ਗਿਆ, ਨਸ਼ੇ 'ਚ ਹੋ ਗਿਆ ਪੰਜਾਬ, ਸਾਡਾ ਘਰ ਦਾ ਇੱਕ ਬੱਚਾ ਤੇ IAS ਹੋਣਾ ਚਾਹੀਦਾ ਸੀਗਾ, IPS ਹੋਣਾ ਚਾਹੀਦਾ ਸੀਗਾ, ਰਿਸਰਚਰ ਹੋਣਾ ਚਾਹੀਦਾ ਸੀਗਾ, ਸਕਾਲਰ ਹੋਣਾ ਚਾਹੀਦਾ ਸੀਗਾ, ਸਾਇੰਟਿਸਟ ਹੋਣਾ ਚਾਹੀਦਾ ਸੀਗਾ। ਹੋ ਸਕਦਾ ਹੈ। This is not impossible. This is possible. And there is an organization who is making this possible. ਅੱਜ ਉਸ ਸੰਸਥਾ ਨਾਲ ਮੁਖਾਤਿਬ ਕਰਾਉਣ ਦੀ ਤੁਹਾਨੂੰ ਲੋੜ ਹੈ ਔਰ ਦੱਸਣ ਦੀ ਲੋੜ ਹੈ ਕਿ ਗਰਾਊਂਡ ਲੈਵਲ ਤੇ what they are doing। 129 ਸਕੂਲ ਇਹਨਾਂ ਨੇ ਨਿਰਮਾਣ ਕੀਤੇ, 3 ਯੂਨੀਵਰਸਿਟੀਆਂ ਇਹਨਾਂ ਨੇ ਬਣਾਈਆਂ ਤੇ ਲਗਭਗ 65,000 ਜਿਹੜਾ ਵਿਦਿਆਰਥੀ ਹੈ ਉਹ ਇੱਥੇ ਵਿੱਦਿਆ ਪ੍ਰਾਪਤ ਕਰ ਰਿਹਾ। ਇੱਕ ਤਾਲੀ ਤਾਂ ਵੱਜਦੀ ਹੈ ਸਟਾਰਟਿੰਗ ਦੇ ਵਿੱਚ ਇਸ ਸੰਸਥਾ ਲਈ। ਐਜੂਕੇਸ਼ਨ ਸਿਰਫ ਐਜੂਕੇਸ਼ਨ ਉਹ ਐਜੂਕੇਸ਼ਨ ਨਹੀਂ ਕਿ ਬੱਚੇ ਨੂੰ ਸਿਰਫ ਬੇਸਿਕ ਐਜੂਕੇਸ਼ਨ ਦਿੱਤੀ ਹੋਰ ਕੰਮ ਪੂਰਾ ਹੋ ਗਿਆ। ਉਹਦੀ ਸਕਿੱਲਸ ਨੂੰ ਡਿਵੈਲਪ ਕਰਨਾ, ਉਹਦੇ ਟੈਲੈਂਟ ਨੂੰ ਨਰਚਰ ਕਰਨਾ ਇਹ ਸੰਸਥਾ ਕਰ ਰਹੀ ਹੈ। ਕਲਗੀਧਰ ਟਰਸਟ, ਜਿਹਨੂੰ ਅਸੀਂ ਬੜੂ ਸਾਹਿਬ ਦੇ ਨਾਂ ਤੋਂ ਵੀ ਜਾਣਦੇ ਹਾਂ, ਇਸ ਟਰਸਟ ਦਾ ਟੀਚਾ ਹੈ, ਇਹਨਾਂ ਦਾ ਏਮ ਹੈ we will educate Punjab children। And on top of that, ਮੈਂ ਤੁਹਾਨੂੰ ਇਹਨਾਂ ਦੀ ਇੱਕ ਗੱਲ ਹੋਰ ਵੀ ਦੱਸ ਦੇਵਾਂ। ਬੱਚੇ ਦੀ ਪੜ੍ਹਾਈ ਲਿਖਾਈ ਤੋਂ ਲੈ ਕੇ ਬੱਚੇ ਦਾ ਰਹਿਣਾ ਸਹਿਣਾ, ਉਹਦਾ ਫੂਡ, ਉਹਦੀ ਯੂਨੀਫਾਰਮ, ਕਿਤਾਬਾਂ, ਪੈਨਸਿਲਾਂ, ਉਹਦਾ ਜਿੰਮਾ ਵੀ ਬੜੂ ਸਾਹਿਬ ਨੇ ਆਪਣੇ ਕੰਧੇ ਤੇ ਚੁੱਕਿਆ।
ਉਹਨਾਂ ਨੇ ਕਿਹਾ ਕਿ ਅਸੀਂ ਬੱਚਿਆਂ ਨੂੰ ਨਾ ਅਨਾਥ ਨਹੀਂ ਹੋਣ ਦੇਵਾਂਗੇ। ਅਗਰ ਕਿਸਾਨ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ, ਜੇ ਉਹਨੇ ਸੁਸਾਈਡ ਕਰ ਲਿਆ, ਬੱਚਾ ਅਗਰ ਉਹਦਾ ਅਨਾਥ ਹੋ ਗਿਆ, ਤੇ ਅਸੀਂ ਬੈਠੇ ਹਾਂ। ਔਰ ਇਹਨਾਂ ਨੇ ਕਰਕੇ ਵੀ ਵਿਖਾਇਆ। ਤਾਂ ਹੀ 65,000 ਜਿਹੜੇ ਸਟੂਡੈਂਟਸ ਨੇ ਇਸ ਆਰਗੇਨਾਈਜੇਸ਼ਨ ਦੇ ਨਾਲ ਸੰਬੰਧਿਤ ਨੇ। ਇਸ ਆਰਗੇਨਾਈਜੇਸ਼ਨ ਨੇ ਕੀ ਅਚੀਵ ਕੀਤਾ ਐਂਡ ਵਟ ਦੇ ਵਾਂਟ ਟੂ ਅਚੀਵ, ਅੱਜ ਇਹ ਜਾਣਨ ਦੀ ਵੀ ਕੋਸ਼ਿਸ਼ ਕਰਾਂਗੇ। ਅਸੀਂ ਕੋਸਦੇ ਹਾਂ, ਲੇਕਿਨ ਅੱਜ ਇੱਥੇ ਬੈਠੀ ਹਰ ਇੱਕ ਸ਼ਖਸੀਅਤ ਨੂੰ ਮੈਂ ਜ਼ਰੂਰ ਦੱਸਣਾ ਚਾਹੁੰਦਾ ਕਿ ਉਹਨਾਂ ਦਾ ਬੈਠਣਾ ਸਫਲ ਹੋਏਗਾ। They will definitely think, no, this is an organization which is doing something. And which is doing something, it is getting implementing on ground level. ਇਹ ਵੀ ਅੱਜ ਅਸੀਂ ਸਾਨੂੰ ਜਾਣਨ ਨੂੰ ਮਿਲੇਗਾ। ਮੈਂ ਬੇਸਿਕ ਇੰਟਰੋਡਕਸ਼ਨ ਤੁਹਾਨੂੰ ਤਾਰੂਫ ਕਰਾ ਦਾਂ ਕਿ ਇਸ ਆਰਗੇਨਾਈਜੇਸ਼ਨ ਦੇ ਨਾਲ ਕੌਣ ਜੁੜਿਆ ਹੋਇਆ। ਸਾਡੇ ਵਿੱਚ ਉਹ ਸ਼ਖਸੀਅਤਾਂ ਵੀ ਮੌਜੂਦ ਹਨ। ਕੋਈ ਆਮ ਸ਼ਖਸੀਅਤਾਂ ਨਹੀਂ ਹੈਗੀਆਂ, ਵੱਡੇ ਵੱਡੇ ਕਾਰੋਬਾਰੀ ਜਿਨ੍ਹਾਂ ਨੂੰ ਆਪਾਂ ਐਂਟਰਪ੍ਰੀਨਿਓਰਸ ਕਹਿੰਦੇ ਹਾਂ, ਸਕਾਲਰਸ, ਰਿਸਰਚਰਸ, ਸਾਇੰਟਿਸਟ, ਡਾਕਟਰਸ, ਲਾਈਕ ਮਾਈਂਡਡ ਲੋਕ ਜਿਨ੍ਹਾਂ ਨੂੰ ਫਿਕਰ ਹੈਗੀ ਹੈ। ਉਹ ਗੱਲਾਂ ਨਹੀਂ ਕਰਦੇ, ਉਹ ਕਰਕੇ ਦਿਖਾਉਂਦੇ ਆ। ਕਿਸੇ ਅਨਾਥ ਦਾ, ਕਿਸੇ ਬੇਸਹਾਰੇ ਦਾ ਹੱਥ ਫੜਨਾ ਹੀ ਤੇ ਸਾਡੀ ਟੀਚਿੰਗ ਐਂਡ ਪ੍ਰੀਚਿੰਗ ਹੈ। We definitely say no religion is higher than humanity. लेकिन what is humanity? Who is doing humanity? कलगीधर ट्रस्ट, बड़ू साहब। इस ऑर्गेनाइजेशन ਦੇ ਨਾਲ ਉਹ ਹਰ ਇੱਕ ਸ਼ਖਸੀਅਤ ਜੁੜੀ ਹੋਈ ਹੈ ਜੋ ਇਸ ਬਾਰੇ ਸੋਚ ਰਹੀ ਹੈ, ਬੱਚਾ ਪੜਾਓ, ਪੰਜਾਬ ਬਚਾਓ। ਜ਼ਿਆਦਾ ਸਮਾਂ ਨਾ ਲੈਂਦੇ ਹੋਇਆ ਮੈਂ ਇਸ ਪ੍ਰੋਗਰਾਮ ਦੀ ਸ਼ੁਰੂਆਤ ਸ਼ਬਦ ਦੇ ਨਾਲ ਕਰਨਾ ਚਾਹੁੰਦਾ, ਜੋ ਇੱਥੇ ਦੇ ਵਿਦਿਆਰਥੀਆਂ ਨੇ ਖੁਦ ਆਪ ਗਾਇਨ ਕੀਤਾ ਹੈ। ਤੇ ਲੇਕਿਨ ਉਸ ਤੋਂ ਪਹਿਲਾਂ ਆਈ ਵੁੱਡ ਲਾਈਕ ਟੂ ਇੰਟਰੋਡਿਊਸ ਡਾਕਟਰ ਵਿਰਕ। ਇਹਨਾਂ ਦੇ ਬਾਰੇ ਮੈਂ ਤੁਹਾਨੂੰ ਦੱਸ ਦੇਵਾਂ। ਇਹ ਉਹ ਸ਼ਖਸੀਅਤ ਹੈ ਜਿਹਨੇ ਕੁਛ ਨਹੀਂ ਸਮਝਿਆ, ਕੁਛ ਨਹੀਂ ਸੋਚਿਆ। ਜਦ ਇਹਨਾਂ ਨੂੰ ਪਤਾ ਚੱਲਾ ਕਿ ਬੜੂ ਸਾਹਿਬ ਇਸ ਧਰਤੀ ਦੇ ਉੱਤੇ ਆਏ, ਅੱਜ ਤੋਂ 40 ਵਰ੍ਹਿਆਂ ਪਹਿਲਾਂ, ਆਈ ਦੇ ਸਪੈਸ਼ਲਿਸਟ ਡਾਕਟਰ ਵਜੋਂ ਉਹਨਾਂ ਨੂੰ ਪਹਿਚਾਣਿਆ ਜਾਂਦਾ ਇਸ ਧਰਤੀ ਦੇ ਉੱਤੇ। ਜਦ ਉਹਨਾਂ ਨੂੰ ਪਤਾ ਚੱਲਿਆ ਕਿ ਦਿਸ ਇਜ਼ ਦੇ ਵਿੱਚ ਉਹਨਾਂ ਨੇ ਆਪਣੀ ਲਾਈਫ ਨੂੰ ਬਤੀਤ ਕਰਦੇ ਹੋਏ, ਗੁਰੂ ਸਾਹਿਬ ਦੇ ਫਲਸਫੇ ਨੂੰ ਅੱਗੇ ਵਧਾਉਂਦੇ ਹੋਏ ਇਸ ਟਰਸਟ ਦੇ ਨਾਲ ਜੁੜੇ। ਉਹਨਾਂ ਦਾ ਕੀ ਐਕਸਪੀਰੀਅੰਸ ਰਿਹਾ, ਉਹਨਾਂ ਨੇ ਕਿੰਨੇ ਬੱਚੇ ਅਡਾਪਟ ਕੀਤੇ ਔਰ ਅੱਗੇ ਕੀ ਅਚੀਵ ਕਰਨਾ ਚਾਹੁੰਦੀ ਹੈ ਇਹ ਸੰਸਥਾ, ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਇਹ ਸਾਰੀ ਕਹਾਣੀ ਡਾਕਟਰ ਵਿਰਕ ਦੀ ਜ਼ੁਬਾਨੀ। I would like to introduce Dr. Virk on stage, please. Please have a huge round of applause for Dr. Virk. ਇਸ ਹਾਲ ਦੇ ਵਿੱਚ ਜੁੜ ਚੁੱਕੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ ਤੇ ਪੂਰੇ ਨਾਰਥ ਅਮਰੀਕਾ ਦੇ ਵਿੱਚ ਸੁਣ ਰਹੀ ਇਸ ਪ੍ਰੋਗਰਾਮ ਨੂੰ ਸੁਣ ਰਹੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਈ ਵਾਰ ਜਿਹੜੇ ਨਾ ਸ਼ਬਦ ਜ਼ਿਆਦਾ ਬੋਲੇ ਜਾਂਦੇ, ਮੈਂ ਇਹ ਡਿਜ਼ਰਵ ਨਹੀਂ ਕਰਦਾ ਇਹ। ਮੈਂ ਵੈਸੇ ਮੈਂ ਆਪ ਜੀ ਨੂੰ ਪਹਿਲਾਂ ਕਿਹਾ ਸੀ ਪਹਿਲੇ ਸੈਮੀਨਾਰ ਦੇ ਵਿੱਚ ਕਿ ਸਿਆਟਲ ਦੀ ਸੰਗਤ ਇੰਨੀ ਮਹਾਨ ਹੈ ਜੀ ਕਿ ਸਿਆਟਲ ਦੀ ਸੰਗਤ ਦਾ ਮੈਨੂੰ ਨੌਕਰ ਬਣਨ ਨੂੰ ਮੇਰਾ ਜੀ ਕਰਦਾ, ਔਰ ਮੈਂ ਵਾਕਈ ਨੌਕਰ ਹਾਂ। ਕਹਿੰਦੇ ਜੀ ਮੁੱਲ ਖਰੀਦਿਆ ਲਾਲਾ ਗੋਲਾ, ਮੈਂ ਉਹ ਹਾਂ ਜੀ। ਕਿਉਂਕਿ ਜਦੋਂ ਵੀ ਸਾਡੇ ਪਰਸਨਲ ਪਰਿਵਾਰ 'ਤੇ ਕੋਈ ਪ੍ਰੋਬਲਮ ਆਈ ਸੀ, ਸਾਰੀ ਸੰਗਤ ਨੇ ਬਿਲਕੁਲ ਐਨ ਸਾਰੀ ਮਾਂ ਵਾਕਈ ਸਾਡੇ 'ਤੇ ਹੱਥ ਰੱਖ ਕੇ ਸਿਰ 'ਤੇ ਸਾਨੂੰ ਪ੍ਰੋਬਲਮ 'ਚੋਂ ਕੱਢਿਆ। ਆਪ ਜੀ ਨੇ ਕਹਿਣਾ ਚਾਹੁੰਦਾ ਕਿ ਸਿਆਟਲ ਦੀ ਸਾਧ ਸੰਗਤ ਜੀ, ਆਪ ਜੀ ਨੇ ਇਹ ਪ੍ਰੋਗਰਾਮ ਸ਼ੁਰੂ ਕੀਤਾ ਸੀ ਜਿਹੜਾ ਕਿ ਜਿਵੇਂ ਇਸ ਤਰ੍ਹਾਂ ਨੇ ਦੱਸਿਆ ਆਹਲੂਵਾਲੀਆ ਜੀ ਨੇ ਕਿ ਜਿਹੜੇ ਕਿਸਾਨ ਖੁਦਕੁਸ਼ੀ ਕਰਦੇ ਪੰਜਾਬ ਦੇ ਵਿੱਚ, ਉਹਨਾਂ ਦੇ ਬੱਚਿਆਂ ਨੂੰ ਪੜ੍ਹਾਉਣ ਵਾਸਤੇ। ਪੰਜਾਬ ਦੇ ਵਿੱਚ ਆਪਾਂ ਨੂੰ ਪਤਾ ਕਿ ਕਿਹੜੀ ਪ੍ਰੋਬਲਮ ਹੈ ਜਿਹੜੀ ਪੰਜਾਬ ਦੇ ਵਿੱਚ ਨਹੀਂ ਹੈਗੀ, ਪਰ ਜੇ ਸਾਰੀਆਂ ਪ੍ਰੋਬਲਮਸ ਆਪਾਂ ਐਟ ਏ ਟਾਈਮ ਹੈਂਡਲ ਨਹੀਂ ਕਰ ਸਕਦੇ
ਤਾਂ ਆਪਾਂ ਇਹ ਸੋਚਿਆ ਕਿ ਜਦੋਂ ਇਹ ਖਬਰਾਂ ਆਉਂਦੀਆਂ ਸੀ, ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਕਿ ਜਿੰਨੀ ਦੇਰ ਕੋਈ ਸਿਸਟਮ ਨਹੀਂ ਸੈਟਅਪ ਹੁੰਦਾ ਨਾ ਜੀ, ਉਨੀ ਦੇਰ ਆਪਾਂ ਕੁਝ ਕਰ ਨਹੀਂ ਸਕਦੇ। ਆਪ ਜੀ ਨੂੰ ਪ੍ਰੈਕਟੀਕਲ ਐਗਜ਼ਾਮਪਲ ਇਹ ਦੇਣੀ ਚਾਹੁੰਦਾ ਕਿ ਸਿਆਟਲ ਦੀ, ਕਿ ਸਿਆਟਲ ਦੇ ਵਿੱਚ ਵੀ ਸਿਆਟਲ ਦੀ ਸੰਗਤ ਇਹ ਸੋਚਦੀ ਸੀ ਵੀ ਜਦੋਂ ਕਿ ਆਪਾਂ ਖਬਰਾਂ ਪੜ੍ਹਦੇ ਸੀ ਅਖਬਾਰ ਦੇ ਵਿੱਚ ਕਿ ਅੱਜ 5 ਕਿਸਾਨਾਂ ਨੇ ਸੁਸਾਈਡ ਕਰ ਲਿਆ, ਅੱਜ 7 ਨੇ ਕਰ ਲਿਆ, ਅੱਜ 9 ਨੇ ਕਰ ਲਿਆ, ਤੇ ਉਹ ਸੋਚਦੇ ਸੀ ਇਹ ਸਿਰਫ ਖਬਰਾਂ ਹੀ ਬਣ ਕੇ ਰਹਿ ਜਾਣਗੀਆਂ, ਆਪਾਂ ਸਿਰਫ ਇਹ ਵਾਚ ਹੀ ਕਰਦੇ ਰਹਾਂਗੇ, ਪੜ੍ਹਦੇ ਹੀ ਰਹਾਂਗੇ, ਕੁਝ ਕਰਾਂਗੇ ਨਹੀਂ। ਤਾਂ ਇਹ ਸੋਚਦੇ ਹਾਂ ਵੀ ਕਰੀਏ ਕਿ ਕਿਹੜੇ ਪੰਜਾਬ ਦੇ ਵਿੱਚ ਜਾ ਕੇ ਆਪਾਂ ਆਇਡੈਂਟੀਫਾਈ ਕਰੀਏ ਕਿ ਕਿਹੜੇ ਕਿਸਾਨਾਂ ਨੇ ਖੁਦਕੁਸ਼ੀ ਕਰ ਲਈ, ਜਿਹੜੀ ਕਿ ਵਾਕਈ ਹੋ ਨਹੀਂ ਸਕਦਾ। ਆਪਾਂ 129 ਅਕਾਲ ਅਕੈਡਮੀਜ਼ ਤੇ 2 ਯੂਨੀਵਰਸਿਟੀਜ਼ ਰਾਹੀਂ ਵਿਦਿਆ ਤੇ ਧਰਮ ਦਾ ਚਾਨਣ ਪੂਰੇ ਦੇਸ਼ ਵਿੱਚ ਵੰਡਣ ਵਾਲੀ ਸੰਸਥਾ ਹੈ ਕਲਗੀਧਰ ਟਰੱਸਟ ਬੜੂ ਸਾਹਿਬ। 129 ਅਕਾਲ ਅਕੈਡਮੀਜ਼ ਤੇ 2 ਯੂਨੀਵਰਸਿਟੀਜ਼ ਰਾਹੀਂ ਵਿਦਿਆ ਤੇ ਧਰਮ ਦਾ 129 ਅਕਾਲ ਅਕੈਡਮੀਜ਼ ਤੇ 2 ਯੂਨੀਵਰਸਿਟੀਜ਼ ਰਾਹੀਂ ਵਿਦਿਆ ਤੇ ਧਰਮ ਦਾ ਚਾਨਣ ਪੂਰੇ ਦੇਸ਼ ਵਿੱਚ ਵੰਡਣ ਵਾਲੀ ਸੰਸਥਾ ਹੈ ਕਲਗੀਧਰ ਟਰੱਸਟ ਬੜੂ ਸਾਹਿਬ। 129 ਅਕਾਲ ਅਕੈਡਮੀਜ਼ ਤੇ 2 ਯੂਨੀਵਰਸਿਟੀਜ਼ ਰਾਹੀਂ ਵਿਦਿਆ ਤੇ ਧਰਮ ਦਾ ਚਾਨਣ ਪੂਰੇ ਬੜੂ ਸਾਹਿਬ ਦਾ ਉਹ ਵੀ ਇਨਫਰਾਸਟ੍ਰਕਚਰ ਇਹ ਫਾਈਂਡ ਆਊਟ ਕਰਦਾ ਹੈ ਕਿ ਕਿਹੜੇ ਕਿਸਾਨਾਂ ਨੇ, ਉਹਨਾਂ ਕੋਲ ਪੂਰਾ ਸਿਸਟਮ ਹੈ ਕਿਵੇਂ ਇਸ ਕਰਕੇ ਇਹ ਵੀ ਆਪਾਂ ਨੂੰ ਵਰੀ ਕਰਨ ਦੀ ਲੋੜ ਨਹੀਂ ਵੀ ਪੈਸਾ ਕਿੱਥੇ ਜਾ ਰਿਹਾ, ਤੇ ਸਿਰਫ 5 ਆਪਣੀ ਜਿਵੇਂ ਡੋਨੇਟ ਕਰੋਗੇ ਦਸਵੰਧ ਉਹਦੇ ਨਾਲ ਆਪਾਂ ਇਹ ਬੱਚੇ ਪੜ੍ਹਾ ਸਕਦੇ ਹਾਂ। ਇਹਦੇ ਬਾਰੇ ਡਿਟੇਲ ਜਿਹੜੀਆਂ ਅੱਗੇ ਆਪ ਜੀ ਨੂੰ ਦੱਸੀਆਂ ਜਾਣਗੀਆਂ, ਇਹਦੇ 'ਚ ਹੀ ਮੈਂ ਜਾਣਾ ਚਾਹੁੰਦਾ। ਅੱਜ ਨਹੀਂ ਸਿਰਫ ਇਹ ਦੱਸਣਾ ਚਾਹੁੰਦਾ ਕਿ ਜੇ ਆਪਾਂ ਆਪਣਾ ਦਸਵੰਧ ਦਈਏ, ਸੰਤ ਅਦਰ ਸਿੰਘ ਜੀ ਮਹਾਰਾਜ ਸਾਹਿਬ ਕਹਿੰਦੇ ਹੁੰਦੇ ਸੀ ਕਿ ਜੇ ਹਰ ਸਿੱਖ ਦਸਵੰਧ ਦੇਵੇ ਤਾਂ ਕੋਈ ਵੀ ਕੌਮ ਦਾ ਸਿੱਖ ਕੌਮ ਦਾ ਕੰਮ ਜਿਹੜਾ ਉੜਿਆ ਨਹੀਂ ਰਹਿ ਸਕਦਾ। ਔਰ ਸਿੱਖ ਕੌਮ ਜੀ ਨੂੰ ਪਤਾ ਹੈ ਕਿ ਸਾਰੀ ਮਾਨਵਤਾ ਵਾਸਤੇ ਹੈ, ਸਾਰੀ ਮਾਨਵਤਾ ਦਾ ਭਲਾ ਚਾਹੁੰਦੇ ਆਪਾਂ ਹਰ ਰੋਜ਼ ਅਰਦਾਸ ਕਰਦੇ ਹਾਂ। ਆਪਣੇ ਵਾਸਤੇ ਕੋਈ ਹਿੰਦੂ ਮੁਸਲਿਮ ਈਸਾਈ ਕੋਈ ਵੱਖਰਾ ਨਹੀਂ ਗਾ, ਕੋਈ ਸਿੱਖ ਵੱਖਰਾ ਨਹੀਂ, ਆਪਾਂ ਸਭ ਦਾ ਭਲਾ ਚਾਹੁੰਦੇ ਹਾਂ। ਅਤੇ ਇਸ ਕਰਕੇ ਜੇ ਆਪਾਂ ਇਸ ਮੰਤਵ ਨੂੰ ਸਟਰੋਂਗ ਬਣਾਵਾਂਗੇ ਤਾਂ ਆਪਾਂ ਸਾਰੀ ਮਾਨਵਤਾ ਦੀ ਸੇਵਾ ਦੇ ਵਿੱਚ ਹਿੱਸਾ ਪਾ ਰਹੇ ਹੋਵਾਂਗੇ। ਅਤੇ ਦੂਸਰੀ ਬੇਨਤੀ ਆਪ ਜੀ ਨੂੰ ਇਹ ਕਿ ਜਿਹੜੇ ਬਾਬਾ ਜੀ ਇਕਬਾਲ ਸਿੰਘ ਜੀ ਕਹਿੰਦੇ ਹੁੰਦੇ ਹੈ ਕਿ ਗੁਰਮੁਖੋ ਦਸਵੰਧ ਨਾ ਖਾਇਆ ਕਰੋ, ਇਹ ਦਸਵੰਧ ਆਪਣਾ ਨਹੀਂ, ਇਹ ਦਸਵੰਧ ਦਸਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ। ਔਰ ਦਸਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਪੂਰੀ ਮਾਨਵਤਾ ਵਾਸਤੇ ਕੀ ਨਹੀਂ ਕੀਤਾ, ਕਿਹੜਾ ਬੰਦੇ ਜਿਨ੍ਹਾਂ ਦਾ ਧਰਮ ਮਹਾਰਾਜ ਸਾਹਿਬ ਜੀ ਨੇ ਨਹੀਂ ਬਚਾਇਆ। ਜਦੋਂ ਕਿਸੇ ਵੀ ਧਰਮ ਦੇ ਕੋਈ ਸੰਕਟ ਆਇਆ, ਜਦੋਂ ਔਰੰਗਜ਼ੇਬ ਨੇ ਕਿਹਾ ਸੀ ਅਸੀਂ ਤੁਹਾਨੂੰ ਤਾਂ ਕੋਈ ਖਤਰਾ ਨਹੀਂ ਕਰ ਰਹੇ, ਤੁਸੀਂ ਕਿਉਂ ਕਰ ਰਹੇ ਹੋ, ਕਹਿੰਦੇ ਜੇ ਤੁਹਾਡੇ ਧਰਮ ਦੇ ਵੀ ਕੋਈ ਸੰਕਟ ਆਉਂਦਾ ਸੀ ਤੁਹਾਨੂੰ ਵੀ ਬਚਾਉਣਾ ਸੀ। ਇਸ ਕਰਕੇ ਜਿਹੜਾ ਫਰੀਡਮ ਆਫ ਰਿਲੀਜਨ ਹੈ ਪ੍ਰੈਕਟੀਕਲੀ ਆਪ ਦਾ ਸੀਸ ਬਲੀਦਾਨ ਦੇ ਕੇ ਉਹ ਗੁਰੂ ਸਾਹਿਬ ਨੇ ਹੀ ਕੀਤਾ। ਅਤੇ ਦੂਸਰੀ ਗੱਲ ਆਪ ਜੀ ਨੇ ਬੇਨਤੀ ਇਹ ਕਰਨੀ ਚਾਹੁੰਦਾ ਕਿ ਆਪਾਂ ਇੰਟਰਨੈਸ਼ਨਲ ਲੈਵਲ 'ਤੇ ਕੋਈ ਥਿੰਕ ਟੈਂਕ ਬਣਾਈਏ। ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਕਿ ਜਿਹੜਾ ਕ੍ਰਾਈਸਿਸ ਹਿਊਮੈਨਿਟੀ 'ਤੇ ਆ ਰਿਹਾ, ਪੰਜਾਬ ਦੇ ਵਿੱਚ ਆ ਰਿਹਾ, ਪੰਜਾਬ ਜਿਹੜਾ ਸਾਰਿਆਂ ਦਾ ਭਲਾ ਸੋਚਣ ਵਾਲਾ, ਉਹਦੇ 'ਤੇ ਕ੍ਰਾਈਸਿਸ ਹੈ ਇਸ ਵੇਲੇ, ਅਤੇ ਉਹਦੇ ਬਾਰੇ ਆਪਾਂ ਕੋਈ ਸੋਚੀਏ। ਸਾਲ ਦੇ ਵਿੱਚ ਆਪਾਂ ਇੱਕ ਸੈਮੀਨਾਰ ਕਰਾਇਆ ਕਰੀਏ। ਬਹੁਤ ਚੰਗੀਆਂ ਸ਼ਖਸੀਅਤਾਂ ਹੈਗੀਆਂ ਆਪਣੇ ਕੋਲ ਜਿਹੜੇ ਵੈਰੀ ਵੈਲ ਟੂ ਡੂ, ਖਾਸ ਕਰਕੇ ਆਪਣੇ ਬਿਜ਼ਨਸਮੈਨ ਦੀ ਨਾਂ ਦੱਸਿਆ ਕੇਸ਼ਵ ਸਾਹਿਬ ਜੀ। ਕੇਸ਼ਵ ਸਾਹਿਬ ਆਏ ਹੋਏ ਨੇ ਜਿਹੜੇ ਕਿ ਬਹੁਤ ਸਕਸੈਸਫੁਲ ਬਿਜ਼ਨਸਮੈਨ ਨੇ, ਉਹ ਆਪਣੇ ਵਿੱਚ ਪ੍ਰੈਜ਼ੈਂਟ ਬੈਠੇ ਹੋਏ ਨੇ। ਉਹ ਇਸ ਪ੍ਰੋਗਰਾਮ ਦੇ ਵੱਲ ਅਟਰੈਕਟ ਹੋ ਕੇ ਆਏ। ਆਪ ਜੀ ਨੇ ਸ਼ੁਭ ਭਾਵਨਾ ਨਾਲ ਇਹ ਪ੍ਰੋਗਰਾਮ ਸ਼ੁਰੂ ਕੀਤਾ ਅਤੇ ਕਿਹੋ ਜਿਹੀਆਂ ਪਰਸਨੈਲਿਟੀ ਨੂੰ ਆਪਾਂ ਅਟਰੈਕਟ ਕਰ ਰਹੇ। ਜਿਹੜੇ ਹੋਲਡ ਦੇ ਵਿੱਚ ਆਪਾਂ ਇਹ ਪ੍ਰੋਗਰਾਮ ਕਰ ਰਹੇ ਹਾਂ, ਸਰਦਾਰ ਦਇਆਬੀਰ ਸਿੰਘ ਜੀ ਬਾਠ ਉਹ ਆਪਣੇ ਵਿੱਚ ਮੌਜੂਦ ਨੇ। ਉਹਨਾਂ ਨੇ ਪੂਰੀ ਭਾਵਨਾ ਨਾਲ ਵੋਲੰਟੀਅਰਲੀ ਇਹ ਆਫਰ ਕੀਤਾ ਕਿ ਇਹ ਪ੍ਰੋਗਰਾਮ ਜਿਹੜੇ ਸਾਡੇ ਹੋਟਲ ਦੇ ਵਿੱਚ ਕਰਾਇਆ ਜਾਵੇ। ਅਤੇ ਬਹੁਤ ਸੋਹਣਾ ਹੋਟਲ ਮਹਾਰਾਜ ਸਾਹਿਬ ਇਹਨਾਂ ਨੂੰ ਤਾਕਤਾਂ ਬਖਸ਼ਣ, ਕੇਸ਼ਵ ਸਾਹਿਬ ਨੂੰ ਵੀ ਤਾਕਤਾਂ ਬਖਸ਼ਣ। ਹੋਰ ਜਿਹੜੇ ਆਪਣੇ ਲੋਕਲ ਬੰਦੇ ਨੇ, ਇੱਕ ਤੋਂ ਇੱਕ ਵੱਧ ਚੜ੍ਹ ਕੇ, ਮੈਂ ਕਿਸੇ ਦਾ ਨਾਂ ਨਹੀਂ ਲੈਣਾ ਚਾਹੁੰਦਾ ਕਿਉਂਕਿ ਜੇ ਇੱਕ ਦਾ ਨਾਂ ਲਈਏ ਤਾਂ ਦੂਸਰੇ ਰਹਿ ਜਾਣਗੇ, ਮੈਂ ਇਹ ਗਲਤੀ ਨਹੀਂ ਕਰਨਾ ਚਾਹੁੰਦਾ। ਅਤੇ ਇਸ ਕਰੀ ਦੇ ਵਿੱਚ ਆਪ ਜੀ ਨੂੰ ਇਹ ਬੇਨਤੀ ਕਰਨੀ ਕਿ ਜੇ ਆਪ ਜੀ ਕੋਲ ਕੋਈ ਆਈਡੀਆ ਵੀ ਹੋਵੇ ਨਾ ਜੀ ਕਿ ਆਪਾਂ ਕਿਵੇਂ ਪੰਜਾਬ ਦੀ ਪ੍ਰੋਬਲਮ ਸੋਲਵ ਕਰ ਸਕਦੇ ਹਾਂ, ਆਪ ਜੀ ਉਹ ਵੀ ਦੱਸ ਸਕਦੇ ਹੋ। ਐਗਜ਼ਾਮਪਲ ਦੇ ਤੌਰ 'ਤੇ ਆਪ ਜੀ ਨੂੰ ਦੱਸਦਾ ਕਿ ਕੁਲਵਿੰਦਰ ਸਿੰਘ ਜੀ ਨੇ ਕੈਲੀਫੋਰਨੀਆ ਜਿਹੜੇ PAU ਦੇ ਗ੍ਰੈਜੂਏਟ ਨੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ, ਉਹਨਾਂ ਦੇ ਮਨ 'ਚ ਇਹ ਸੀ ਕਿ ਆਪਣੇ ਬੱਚੇ ਜਿਹੜੇ ਅੱਗੇ ਚੰਗੀਆਂ ਪੋਸਟਾਂ 'ਤੇ ਨਹੀਂ ਆ ਰਹੇ ਅੱਜ ਕੱਲ੍ਹ, ਪਹਿਲਾਂ ਹੁੰਦੇ ਸੀ ਅੱਜ ਕੱਲ੍ਹ ਨਹੀਂ ਆ ਰਹੇ। ਉਹ ਕਹਿੰਦੇ ਕਿ ਆਪਾਂ ਨੂੰ ਕੋਈ ਕੋਚਿੰਗ ਸੈਂਟਰ ਖੋਲ੍ਹਣਾ ਚਾਹੀਦਾ ਹੈ। ਅਤੇ ਉਹਨਾਂ ਨੇ ਪ੍ਰੈਕਟੀਕਲ ਸ਼ੇਪ ਦੇਣ ਵਾਸਤੇ $1 ਲੱਖ ਦੇ ਕੇ ਇਹ ਪ੍ਰੋਗਰਾਮ ਸ਼ੁਰੂ ਕੀਤਾ।
ਦਮਦਮਾ ਸਾਹਿਬ ਗੁਰੂ ਕੀ ਕਾਸ਼ੀ ਯੂਨੀਵਰਸਿਟੀ ਦੇ ਵਿੱਚ ਇਹ ਪ੍ਰੋਗਰਾਮ ਪਿਛਲੇ ਸਾਲ ਤੋਂ ਸ਼ੁਰੂ ਹੋ ਰਿਹਾ ਤੇ ਬਹੁਤ ਚੰਗਾ ਚੱਲ ਰਿਹਾ। ਪਰਮਾਤਮਾ ਕਰੇ ਇਹ ਆਪਣੇ ਪ੍ਰੋਗਰਾਮ ਨੂੰ ਬਹੁਤ ਸੋਹਣਾ ਕਾਮਯਾਬੀ ਬਖਸ਼ਣ ਤੇ ਬੱਚੇ ਸੋਹਣੇ ਸੋਹਣੇ ਆਫਿਸਰ ਬਣ ਕੇ ਸਾਰੇ ਮਾਨਵਤਾ ਦੀ ਸੇਵਾ ਕਰਨ। ਤੇ ਬੜੂ ਸਾਹਿਬ ਬਾਰੇ ਜਿਹੜੀ ਆਪ ਜੀ ਨੇ ਜਿਹੜੀ ਡੋਨੇਸ਼ਨ ਦੇਣੀ ਵੀ ਬੜੂ ਸਾਹਿਬ ਦੀ ਸੰਸਥਾ ਬਾਰੇ, ਬੜੂ ਸਾਹਿਬ ਦੇ ਵਿੱਚ ਕੀ ਖੂਬੀਆਂ ਨੇ, ਬੜੂ ਸਾਹਿਬ ਦਾ ਪੈਸਾ ਕਿਉਂ ਆਪ ਜੀ ਦਾ ਚੰਗੀ ਜਗ੍ਹਾ ਲੱਗ ਰਿਹਾ ਹੈ, ਇਹਦੇ ਬਾਰੇ ਸਰਦਾਰ ਜਸਪਾਲ ਸਿੰਘ ਜੀ ਆਪ ਨੂੰ ਡਿਟੇਲ 'ਚ ਦੱਸਣਗੇ। ਜਸਪਾਲ ਸਿੰਘ ਜੀ ਬਾਰੇ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਕਿ ਇਹ 5 ਸਟਾਰ ਹੋਟਲਸ ਬਣਾਉਂਦੇ ਆ ਕੈਲੀਫੋਰਨੀਆ ਅਤੇ ਲਾਸ ਵੇਗਸ ਏਰੀਆ ਦੇ ਵਿੱਚ। ਅਤੇ ਇਹ ਵੀ ਬੜੂ ਸਾਹਿਬ ਦੇ ਵਿੱਚ ਕੋਈ 20 ਸਾਲ ਤੋਂ ਜੁੜੇ ਹੋਏ ਨੇ। ਇਹਨਾਂ ਦੇ 4 ਬੱਚੇ ਬੜੂ ਸਾਹਿਬ ਪੜ੍ਹੇ ਨੇ, 3 ਬੱਚੀਆਂ, 2 ਬੱਚੀਆਂ, ਇੱਕ ਬੱਚੀ ਇੰਜੀਨੀਅਰ ਬਣ ਚੁੱਕੀ ਹੈ, ਇੱਕ ਬਣ ਰਹੀ ਹੈ, ਇੱਕ ਡੈਂਟਿਸਟ ਬਣ ਰਹੀ ਹੈ ਅਤੇ ਇੱਕ ਛੋਟਾ ਬੱਚਾ ਇਹਨਾਂ ਦਾ ਬੇਟਾ ਪੜ੍ਹ ਰਿਹਾ। ਅਤੇ ਇਹ ਪ੍ਰੈਕਟੀਕਲੀ ਤਨੋਂ ਮਨੋਂ ਧਨੋਂ ਸੇਵਾ ਕਰਦੇ ਹੈ। ਮਨੋਂ ਇਸ ਤਰ੍ਹਾਂ ਕਿਉਂਕਿ ਬੜੂ ਸਾਹਿਬ ਨਾਲ ਜੁੜੇ ਹੋਏ, ਮਨ ਕਰਕੇ, ਤਨੋਂ ਇਸ ਕਰਕੇ ਕਿ ਹਰ ਵੀਕਐਂਡ 'ਤੇ ਜਾਂ ਜਿੰਨੇ ਵੀ ਵੀਕਐਂਡਸ ਹੋ ਸਕਦੇ ਹੈ ਇਹਨੂੰ ਬਿਜ਼ਨਸ ਤੋਂ ਵੇਲ ਮਿਲਦੀ ਹੈ, ਇੰਨੇ ਇੰਪੋਰਟੈਂਟ ਬਿਜ਼ਨਸ ਤੋਂ, ਉਦੋਂ ਵੱਖਰੇ ਵੱਖਰੇ ਸ਼ਹਿਰਾਂ 'ਚ ਜਾ ਕੇ ਆਪ ਜੀ ਦੇ ਪ੍ਰੋਜੈਕਟ ਨੂੰ ਕਾਮਯਾਬੀ ਦੇਣ ਵਾਸਤੇ, ਅੱਗੇ ਵਧਾਉਣ ਵਾਸਤੇ ਮਿਹਨਤ ਕਰ ਰਹੇ, ਉੱਥੇ ਫੰਡ ਰੇਜ਼ਿੰਗ ਕਰਦੇ ਹੈ। ਦੂਸਰੀ ਗੱਲ ਜਿਹੜੀ ਧਨੋਂ ਵਾਲੀ ਗੱਲ ਹੈ, ਉਹ ਇਹਨਾਂ ਨੇ ਪਿਛਲੇ ਹੀ ਇੱਕ ਐਗਜ਼ਾਮਪਲ ਦੇਣੀ ਚਾਹੁੰਦਾ ਆਪਣੀ, ਪਹਿਲਾਂ ਤਾਂ ਕਿੰਨਾ ਦੇ ਚੁੱਕੇ ਮੈਨੂੰ ਨਹੀਂ ਪਤਾ। 3-4 ਹਫ਼ਤੇ ਪਹਿਲਾਂ ਦਸੰਬਰ ਦੇ ਐਂਡ ਵਿੱਚ ਜਦੋਂ ਅਸੀਂ ਨਿਊ ਜਰਸੀ ਗਏ ਸੀ, ਉਹਦੇ ਨੇ $50,000 ਡੋਨੇਟ ਕੀਤਾ ਸੀ। ਮੈਂ ਆਪਣੇ ਸਰਦਾਰ ਕਿੰਦਰ ਸਿੰਘ ਜੀ ਦੀ ਰਕਮ ਦਾ ਮੈਂਸ਼ਨ ਕੀਤਾ, ਇਹਨਾਂ ਦੀ ਤਾਂ ਨਹੀਂ ਮੈਂਸ਼ਨ ਕੀਤਾ ਕਿਉਂਕਿ ਇਹ ਤਾਂ ਬੜੂ ਸਾਹਿਬ ਦਾ ਹਿੱਸਾ ਹੀ ਨੇ। ਇਹ ਤਾਂ ਮਾਨਵਤਾ ਸੇਵਾ ਕਰਨੀ ਵੀ ਕੁਲਵਿੰਦਰ ਸਿੰਘ ਜੀ ਕਰਦੇ, ਪਰ ਮੈਂ ਇਹ ਮੈਂਸ਼ਨ ਕਰਨਾ ਚਾਹੁੰਦਾ ਕਿ ਬਹੁਤ ਇਹ ਭਿੱਜੇ ਹੋਏ ਨੇ ਸੇਵਾ ਦੇ। ਮੈਂ ਇਹ ਹੋਰ ਆਪ ਜੀ ਦਾ ਸਭ ਨਾਂ ਲੈਂਦਾ ਹਾਂ। ਮੈਂ ਸਰਦਾਰ ਜਸਪਾਲ ਸਿੰਘ ਜੀ ਨੂੰ ਬੇਨਤੀ ਕਰਾਂਗਾ ਕਿ ਆਪਣੇ ਬੜੂ ਸਾਹਿਬ ਬਾਰੇ ਦੱਸਣ ਕਿ ਬੜੂ ਸਾਹਿਬ ਦੀ ਸੰਸਥਾ ਕੀ ਕਰ ਰਹੀ ਹੈ, ਕੀ ਤਰੱਕੀ ਕਰ ਰਹੀ, ਅਤੇ ਅੱਗੇ ਤੋਂ ਬੜੂ ਸਾਹਿਬ ਦੇ ਟੀਚੇ ਕੀ ਨੇ ਅਤੇ ਕੀ ਪ੍ਰਾਪਤੀਆਂ ਨੇ, ਕਿਹੜੇ ਸਟੂਡੈਂਟ ਜਿਹੜੇ ਆ ਉਹ ਅਚੀਵ ਕਰ ਚੁੱਕੇ ਬੜੂ ਸਾਹਿਬ ਦੇ ਥਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਸ ਟੀਵੀ ਦੇਖ ਰਹੇ ਦਰਸ਼ਕ ਅਤੇ ਅੱਜ ਇੱਥੇ ਸਿਆਟਲ ਦੀ ਸੰਗਤ ਤੋਂ ਜੋ ਵੀ ਸੰਗਤ ਇੱਥੇ ਹੋਟਲ ਦੇ ਵਿੱਚ ਪਹੁੰਚੀ ਹੈ, ਰੈੱਡ ਲਾਈਨ ਹੋਟਲ ਦੇ ਵਿੱਚ, ਮੈਂ ਆਪ ਸਭ ਜੀ ਨੂੰ ਜੀ ਆਇਆਂ ਆਖਦਾ। ਬੜੂ ਸਾਹਿਬ ਦੀ ਜਿਸ ਤਰ੍ਹਾਂ ਵੀਰ ਜੀ ਨੇ ਦੱਸਿਆ, 20 ਸਾਲ ਪਹਿਲਾਂ ਮੈਂ ਆਪਣੇ ਬੱਚੇ ਉੱਥੇ ਪੜ੍ਹਾਉਣ ਵਾਸਤੇ ਗਿਆ ਸੀ। ਆਪਣੀਆਂ ਬੱਚੀਆਂ ਮੈਂ ਉੱਥੇ ਪੜ੍ਹਨ ਵਾਸਤੇ ਪਾ ਕੇ ਆਇਆ ਸੀ ਅਤੇ ਉੱਥੋਂ ਮੇਰਾ ਫਸਟ ਹੈਂਡ ਐਕਸਪੀਰੀਅੰਸ ਬੜੂ ਸਾਹਿਬ ਦੇ ਨਾਲ ਸ਼ੁਰੂ ਹੋਇਆ। ਅਤੇ ਉਹ ਜਿਹੜੀ ਉਹਨਾਂ ਦੀ ਜੋ ਉਹਨਾਂ ਨੇ ਸੰਸਥਾ ਨੇ ਪਿਛਲੇ 30 ਸਾਲਾਂ ਦੇ ਵਿੱਚ, 32 ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਜੋ ਵੀ ਉਹਨਾਂ ਨੇ ਯੋਗਦਾਨ ਪਾਇਆ, ਮੈਂ ਬਹੁਤ ਉਹਨਾਂ ਤੋਂ ਇੰਪ੍ਰੈਸ ਹੋਇਆ। ਅਤੇ ਮੈਂ ਇੱਕ ਛੋਟੀ ਜਿਹੀ ਪ੍ਰੈਜੈਂਟੇਸ਼ਨ ਵੀ ਤਿਆਰ ਕੀਤੀ ਹੈ ਆਪ ਸਾਰਿਆਂ ਦੇ ਨਾਲ ਸ਼ੇਅਰ ਕਰਨ ਵਾਸਤੇ। ਅਤੇ ਅੱਜ ਅਸੀਂ ਤੁਹਾਨੂੰ ਉਹਨਾਂ ਬਾਰੇ ਜੋ ਵੀ ਮੈਂ ਲਰਨ ਕੀਤਾ, ਮੈਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਨਾ ਚਾਹੁੰਦਾ। ਸੋ ਜਿਹੜੀ ਸੰਸਥਾ, ਜਿਹੜੀ ਵਿਜ਼ਨ ਕਿੱਥੋਂ ਸ਼ੁਰੂ ਹੋਈ, ਕੀ ਉਸ ਸੰਸਥਾ ਦੇ ਮਿਸ਼ਨਸ ਨੇ, ਔਰ ਹੁਣ ਕਿੱਥੋਂ ਤੱਕ ਅਚੀਵਮੈਂਟਸ ਹੋਈਆਂ ਨੇ, ਔਰ ਅੱਗੇ ਕੀ ਸਾਡੇ ਗੋਲਸ ਨੇ, ਉਹ ਸਾਰੇ ਮੈਂ ਤੁਹਾਡੇ ਨਾਲ ਸ਼ੇਅਰ ਕਰਨੇ ਨੇ ਅੱਜ। ਸੋ ਇਹ ਜਿਹੜੀ ਸੰਸਥਾ ਨੇ ਜੋ ਵਿਜ਼ਨ ਜੋ ਸ਼ੁਰੂ ਕੀਤੀ, ਜੋ ਵਿਜ਼ਨ ਸੀ, ਉਹ ਸੰਤ ਅਤਰ ਸਿੰਘ ਜੀ ਮਸਤੂਆਣੇ ਵਾਲੇ, ਉਹਨਾਂ ਨੇ 1905 ਦੇ ਵਿੱਚ ਇਹ ਵਿਜ਼ਨ ਸਾਨੂੰ ਦਿੱਤੀ ਸੀ। ਮਿਸ਼ਨ ਉਹਨਾਂ ਨੇ ਇਹ ਐਸਟੈਬਲਿਸ਼ ਕੀਤਾ ਸੀ ਕਿ ਜੇ ਵਰਲਡ ਦੇ ਵਿੱਚ ਪੀਸ ਅਸੀਂ ਚਾਹੁੰਦੇ ਹਾਂ ਤਾਂ ਵਰਲਡ ਪੀਸ ਦੇ ਲਈ ਨਾ ਕਿ ਸਿਰਫ ਇੱਕ ਪੜ੍ਹਿਆ ਲਿਖਿਆ ਇਨਸਾਨ ਹੀ ਹੋਣਾ ਚਾਹੀਦਾ, ਬਟ ਇੱਕ ਪੜ੍ਹਿਆ ਲਿਖਿਆ ਸਪਿਰਿਚੁਅਲ ਇਨਸਾਨ ਹੋਣਾ ਚਾਹੀਦਾ। ਔਰ ਇਹੀ ਇੱਕ ਡਿਫਰੈਂਸ ਹੈ ਬੜੂ ਸਾਹਿਬ ਦੀ ਐਜੂਕੇਸ਼ਨ ਦਾ ਅਤੇ ਬਾਕੀ ਜਿਹੜੀਆਂ ਯੂਨੀਵਰਸਿਟੀਆਂ ਦੀ ਐਜੂਕੇਸ਼ਨ ਦਾ, ਕਿ ਗੁਰੂ ਸਾਹਿਬ ਦਾ ਮਿਸ਼ਨ ਸੀ ਵਿੱਦਿਆ ਵਿਚਾਰੀ ਤਾਂ ਪਰਉਪਕਾਰੀ। ਵਿੱਦਿਆ ਤੋਂ ਭਾਵ ਕੀ ਹੈ? ਵਿੱਦਿਆ ਇਜ਼ ਏ ਕੰਬੀਨੇਸ਼ਨ ਆਫ ਏ ਸਪਿਰਿਚੁਅਲ ਐਜੂਕੇਸ਼ਨ ਐਂਡ ਦ ਵਰਲਡਲੀ ਐਜੂਕੇਸ਼ਨ। ਦੈਟ ਬਿਕਮਸ ਏ ਵਿੱਦਿਆ। ਉਹ ਨੌਲੇਜੇਬਲ ਪਰਸਨ ਜਿਹੜਾ ਕਿ ਇੱਕ ਸਪਿਰਿਚੁਅਲ ਵੀ ਹੈ, ਉਹ ਦੁਨੀਆ ਦਾ ਭਲਾ ਕਰੇਗਾ, ਉਹ ਪਰਉਪਕਾਰ ਕਰੇਗਾ। ਪਰ ਇੱਕ ਪਾਸੇ ਗੁਰੂ ਸਾਹਿਬ ਨੇ ਇਹ ਵੀ ਕਿਹਾ ਕਿ ਪੜ੍ਹਿਆ ਮੂਰਖ ਆਖੀਐ ਜਿਤ ਲੱਭ ਲੋ ਹੰਕਾਰ, ਕਿ ਜਿਹੜਾ ਬੰਦਾ ਸਿਰਫ ਪੜ੍ਹਿਆ ਹੀ ਹੈ, ਜਿਹੜਾ ਬੰਦਾ ਓਨਲੀ ਦਾ ਲਿਟਰਲ ਪਰਸਨ, ਜਿਹਦੇ ਅੰਦਰ ਈਗੋ ਹੈ, ਜਿਹਦੇ ਅੰਦਰ ਕਾਮ ਦੀਆਂ ਵਾਸ਼ਨਾਵਾਂ ਦੀ ਭੜਕਾਹਟ ਹੈ, ਉਹ ਇਨਸਾਨ ਦੁਨੀਆ ਦਾ ਭਲਾ ਸ਼ਾਇਦ ਨਾ ਕਰ ਸਕੇ। ਮੇਬੀ ਇਟ ਇਜ਼ ਮੋਰ ਡੇਂਜਰਸ
ਟੂ ਦ ਵਰਲਡ। ਸੋ ਉਸ ਮਿਸ਼ਨ ਨੂੰ ਅੱਗੇ ਸਮਝਿਆ। ਜਿਹੜਾ ਉਹਨਾਂ ਦੇ ਇੱਕ ਪੈਰੋਕਾਰ ਸੀ ਸੰਤ ਤੇਜਾ ਸਿੰਘ ਜੀ, ਜਿਨ੍ਹਾਂ ਨੂੰ ਆਪਾਂ ਸੰਤ ਤੇਜਾ ਸਿੰਘ ਜੀ ਕਰਕੇ ਜਾਣਦੇ ਹਾਂ। ਹੀ ਵਾਜ਼ ਵੈਰੀ ਲਿਟਰਲ ਪਰਸਨ ਐਟ that time. He did his master's degree in India. He was a gold medalist. He was the principal of Khalsa College, Amritsar, when he got in touch with Sant Atar Singh ji. ਔਰ ਉਹ ਜਦੋਂ ਸੰਤ ਅਤਰ ਸਿੰਘ ਜੀ ਦੇ ਇਨ ਟੱਚ ਵਿੱਚ ਆਏ, ਐਂਡ ਹੀ ਅੰਡਰਸਟੂਡ ਦਾ ਮਿਸ਼ਨ ਕਿ ਵੀ ਆਹ ਮਿਸ਼ਨ ਇੰਨਾ ਵਧੀਆ ਮਿਸ਼ਨ। ਉਹਨਾਂ ਨੇ ਸੰਤ ਅਤਰ ਸਿੰਘ ਜੀ ਤੋਂ ਮੋਟੀਵੇਸ਼ਨ ਲੈ ਕੇ ਉਹ ਇੱਥੇ ਅਮਰੀਕਾ ਦੇ ਵਿੱਚ ਪੜ੍ਹ ਕੇ ਗਏ, ਹਾਵਰਡ ਯੂਨੀਵਰਸਿਟੀ ਦੇ ਵਿੱਚ, ਤਾਂ ਕਿ ਸੋ ਦੈਟ ਹੀ ਕੈਨ ਗੋ ਬੈਕ ਐਂਡ ਹੀ ਕੈਨ ਸਟਾਰਟ ਏ ਆਰਗੇਨਾਈਜੇਸ਼ਨ ਲਾਈਕ ਦਿਸ। ਹੀ ਐਸਟੈਬਲਿਸ਼ਡ ਦ ਕਲਗੀਧਰ ਟਰਸਟ ਐਂਡ 1956 ਦੇ ਵਿੱਚ ਉਹਨਾਂ ਨੇ ਸ਼ਿਮਲੇ ਵਾਲੇ ਪਾਸੇ ਜਾ ਕੇ ਪਹਾੜਾਂ ਦੇ ਵਿੱਚ ਸੋਲਨ ਤੋਂ ਅੱਗੇ ਲੰਘ ਕੇ ਬਿਲਕੁਲ ਰਿਮੋਟ ਏਰੀਏ ਦੇ ਵਿੱਚ ਇੱਕ 400 ਏਕੜ ਜਗ੍ਹਾ ਖਰੀਦੀ, ਜਿਹੜੀ ਜਗ੍ਹਾ ਦਾ ਨਾਂ ਆਪਾਂ ਅੱਜ ਬੜੂ ਸਾਹਿਬ ਕਰਕੇ ਜਾਣਦੇ ਹਾਂ। ਵੈਸੇ ਇਸ ਪਿੰਡ ਦਾ ਨਾਂ ਬੜੋ ਔਰ ਉਹ ਜਿਹੜੀ 400 ਉੱਥੇ ਇੱਕ ਛੋਟੀ ਜੀ, ਜਿਸ ਤਰ੍ਹਾਂ ਆਪਾਂ ਇਹ ਦੇਖ ਰਹੇ ਹਾਂ, ਇੱਕ ਕਾਟੇਜ ਬਣਾ ਕੇ ਉਹਨਾਂ ਨੇ ਉਹਨੂੰ ਉੱਥੋਂ ਇਹ ਮਿਸ਼ਨ ਉੱਥੇ ਅਖੰਡ ਪਾਠ ਸਾਹਿਬ ਰੱਖ ਕੇ ਇੱਕ ਅਰਦਾਸ ਕੀਤੀ ਕਿ ਹੇ ਅਕਾਲ ਪੁਰਖ ਵਾਹਿਗੁਰੂ ਜੀ, ਕੋਈ ਕਦੋਂ ਉਹ ਟਾਈਮ ਆਏਗਾ ਕਿ ਜਦੋਂ ਸੰਸਾਰ ਦੇ ਲੋਕੀ ਇੱਥੇ ਆ ਕੇ ਉਹ ਵਿੱਦਿਆ ਹਾਸਲ ਕਰਨਗੇ ਜਿਹੜੀ ਵਿੱਦਿਆ ਦੀ ਆਪਾਂ ਹੁਣੀ ਗੱਲ ਕੀਤੀ ਹੈ। ਔਰ ਉਹ ਆਰਗੇਨਾਈਜੇਸ਼ਨ ਦੇ ਤਕਰੀਬਨ 1986 ਤੱਕ ਕੁਛ ਵੀ ਨਹੀਂ ਹੋਇਆ। ਉਸ ਤੋਂ ਉਸ ਜਿਹੜੇ ਸੰਤ ਤੇਜਾ ਸਿੰਘ ਜੀ ਸੀ, ਉਹਨਾਂ ਦੇ ਇਨ ਟੱਚ ਹੋਏ ਇਕਬਾਲ ਸਿੰਘ ਜੀ ਐਂਡ ਰਿਟਾਇਰਡ ਵਾਈਸ ਚਾਂਸਲਰ ਡਾਕਟਰ ਖੇਮ ਸਿੰਘ ਜੀ। ਇਹਨਾਂ ਨੇ ਜਦੋਂ ਸੰਤ ਤੇਜਾ ਸਿੰਘ ਜੀ ਦੇ ਨਾਲ ਇਹਨਾਂ ਦੀ ਮੁਲਾਕਾਤ ਹੋਈ, ਜਦੋਂ ਇਹ ਮਾਸਟਰਸ ਡਿਗਰੀ ਕਰ ਰਹੇ ਸੀ, ਦੋਨੋਂ ਕਲਾਸ ਫੈਲੋ ਨੇ, ਸੰਤ ਤੇਜਾ ਬਾਬਾ ਡਾਕਟਰ ਖੇਮ ਸਿੰਘ ਜੀ ਐਂਡ ਬਾਬਾ ਇਕਬਾਲ ਸਿੰਘ ਜੀ। ਵਨ ਟਾਈਮ ਸੰਤ ਤੇਜਾ ਸਿੰਘ ਜੀ ਇਹਨਾਂ ਦੇ ਕਾਲਜ ਆਏ, ਉਹਨਾਂ ਦੇ ਲੈਕਚਰ ਤੋਂ ਇਹ ਇੰਨੇ ਇੰਪ੍ਰੈਸ ਹੋਏ, ਦੈਨ ਦੇ ਸਟਾਰਟਡ ਦਿਸ ਮਿਸ਼ਨ। ਬਾਬਾ ਇਕਬਾਲ ਸਿੰਘ ਜੀ did his degree, did his service and started as an agriculture inspector. Then he retired as a director of the agriculture department of the Himachal Pradesh. Dr. Khem Singh ji retired as a vice chancellor of the Agriculture University, Punjab, Ludhiana. And then both of these people, after their retirement, they started a school with the 5 kids in 1986. ਜਿਹੜੀ ਆ ਬਿਲਡਿੰਗ ਤੁਸੀਂ ਦੇਖ ਰਹੇ ਹਾਂ, 1986 ਦੇ ਵਿੱਚ ਇਹ ਸਕੂਲ ਉਹਨਾਂ ਨੇ ਸ਼ੁਰੂ ਕੀਤਾ। ਉਹ ਸਕੂਲ ਦਾ ਹੁਣ ਜੋ ਬੜੂ ਸਾਹਿਬ ਦੀ ਧਰਤੀ ਆ, ਉਹ ਆਹ ਰੂਪ ਧਾਰਨ ਕਰ ਚੁੱਕੀ ਹੈ, ਜਿੱਥੇ ਇੱਕ ਯੂਨੀਵਰਸਿਟੀ ਵੀ ਆ, ਇੱਥੇ ਇੱਕ ਇੰਜੀਨੀਅਰਿੰਗ ਕਾਲਜ ਵੀ ਆ, ਇੱਥੇ ਨਰਸਿੰਗ ਕਾਲਜ ਵੀ ਆ, ਇੱਥੇ ਕੋਈ ਤਕਰੀਬਨ 1300 ਬੱਚਾ 1400 ਬੱਚਾ ਜਿਹੜਾ ਫੋਰਨ ਕੰਟਰੀ 'ਚੋਂ ਪੜ੍ਹਦਾ, ਔਰ ਹੋਰ ਬੜੀਆਂ ਇੱਥੇ ਮੈਡੀਕਲ ਹੌਸਪੀਟਲ ਵੀ ਹੈ, ਔਰ ਹੋਰ ਬੜੀਆਂ ਫੈਸਿਲਿਟੀਜ਼ ਨੇ। ਪਰ ਇੱਥੇ ਹੀ ਬਸ ਨਹੀਂ, ਇੱਥੇ ਜਦੋਂ ਸਕੂਲ ਖੁੱਲ੍ਹਿਆ 1986 ਦੇ ਵਿੱਚ, ਔਰ ਉਹ ਪਹਿਲੇ ਸਾਲ 5 ਬੱਚੇ, ਦੂਸਰੇ ਸਾਲ 150 ਬੱਚਾ ਕਰਦੇ ਕਰਦੇ ਜਦੋਂ ਇਹ ਲੋਕਾਂ ਨੇ, ਪੰਜਾਬ ਦੇ ਲੋਕਾਂ ਨੇ ਇਹ ਚੀਜ਼ ਨੂੰ ਫੀਲ ਕੀਤਾ ਕਿ ਇਸ ਆਰਗੇਨਾਈਜੇਸ਼ਨ ਨੇ ਕਿਸ ਤਰ੍ਹਾਂ, ਕਿਉਂਕਿ ਬਹੁਤੇ ਬੱਚੇ ਪੰਜਾਬ ਤੋਂ ਵੀ ਪੜ੍ਹਨ ਆਏ, ਦਿੱਲੀ ਤੋਂ ਵੀ ਪੜ੍ਹਨ ਗਏ ਇੱਥੇ ਬੜੂ ਸਾਹਿਬ ਦੇ ਵਿੱਚ। ਫਿਰ ਉਹਨਾਂ ਨੇ ਜਾ ਕੇ ਬਾਬਾ ਜੀ ਨੂੰ ਕਹਿਣਾ ਸ਼ੁਰੂ ਕੀਤਾ ਕਿ ਦੇਖੋ ਜੀ, ਅਸੀਂ ਸਾਰੇ ਤਾਂ ਬੜੂ ਸਾਹਿਬ ਨੂੰ ਹੀ ਭੇਜ ਸਕਦੇ ਬੱਚਿਆਂ ਨੂੰ, ਸਾਰੇ ਲੋਕਾਂ ਵਿੱਚ ਇਹ ਕੈਪੇਬਿਲਿਟੀ ਨਹੀਂ ਹੈ ਕਿ ਉਹ ਆ ਕੇ ਬੜੂ ਸਾਹਿਬ ਬੱਚੇ ਛੱਡਣ, ਕਿਉਂ ਨਹੀਂ ਤੁਸੀਂ ਕੁਛ ਹੋਰ ਪਿੰਡਾਂ ਦੇ ਵਿੱਚ ਜਾ ਕੇ ਜਾਂ ਹੋਰ ਪੰਜਾਬ ਦੇ ਸ਼ਹਿਰਾਂ ਦੇ ਵਿੱਚ ਜਾ ਕੇ ਅਕੈਡਮੀਆਂ ਸ਼ੁਰੂ ਕਰਦੇ। ਪਹਿਲੀ ਅਕੈਡਮੀ ਸ਼ੁਰੂ ਕੀਤੀ ਉਹਨਾਂ ਨੇ ਮੁਕਤਸਰ ਦੇ ਵਿੱਚ, ਉਸ ਤੋਂ ਜਿਹੜੀ ਬੜੂ ਸਾਹਿਬ ਤੋਂ ਬਾਅਦ, ਔਰ ਫਿਰ ਮੁਕਤਸਰ ਸਾਹਿਬ ਤੋਂ ਬਾਅਦ ਪਿੰਡਾਂ ਦੇ ਵਿੱਚ ਅਕੈਡਮੀਆਂ ਜਿਹੜੀਆਂ ਹੈਗੀਆਂ, ਲੋਕਾਂ ਨੇ ਕਿਹਾ ਵੀ ਅਸੀਂ ਤੁਹਾਨੂੰ ਜ਼ਮੀਨਾਂ ਡੋਨੇਟ ਕਰਦੇ ਹਾਂ, ਔਰ ਸੰਸਥਾ ਨੇ ਇੱਕ ਮਾਡਲ ਬਣਾਇਆ ਕਿ ਪਿੰਡ ਦੇ ਲੋਕ ਜ਼ਮੀਨ ਡੋਨੇਟ ਕਰਦੇ ਸੀ, ਬਾਹਰ ਦੀਆਂ ਸੰਗਤਾਂ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਅਤੇ ਹੋਰਾਂ ਕੰਟਰੀਜ਼ ਦੇ ਵਿੱਚੋਂ ਜਿਹੜੀਆਂ ਡੋਨੇਸ਼ਨਸ ਇਕੱਠੀਆਂ ਹੁੰਦੀਆਂ ਸੀ, ਉਹਨਾਂ ਦੇ ਨਾਲ ਸਕੂਲਾਂ ਦਾ ਇਨਫਰਾਸਟਰਕਚਰ ਬਣਦਾ ਸੀ।
ਉਹ ਜਿਹੜੀ ਇੱਕ ਨੋਮੀਨਲ ਦੀ ਫੀਸ ਬੱਚਿਆਂ ਤੋਂ ਚਾਰਜ ਕਰਨੀ ਸ਼ੁਰੂ ਕੀਤੀ। ਉਹਦੇ ਨਾਲ ਜਿਹੜਾ ਸਕੂਲ ਦੀਆਂ ਉਹ ਟੀਚਰਸ ਦੀਆਂ ਤਨਖਾਹਾਂ, ਉਹਨਾਂ ਦੇ ਬਿਲਸ, ਉਹ ਮੇਨਟੇਨੈਂਸ ਉਹ ਉਹਨਾਂ ਨਾਲ ਚੱਲਦੀ ਸੀ। ਇਸ ਮਾਡਲ ਨੂੰ ਮੁੱਖ ਰੱਖ ਕੇ ਇਸ ਆਰਗੇਨਾਈਜੇਸ਼ਨ ਨੇ ਆਪਣਾ ਅੱਗੇ ਵਧਣਾ ਸ਼ੁਰੂ ਕੀਤਾ। ਔਰ ਪਿੰਡਾਂ ਦੇ ਵਿੱਚ ਤੁਸੀਂ ਹੈਰਾਨ ਹੋਵੋਗੇ ਕਿ ਕਿਸ ਤਰ੍ਹਾਂ ਦੀਆਂ ਅਕੈਡਮੀਆਂ, ਆ ਬਲਵੇੜਾ ਸਾਹਿਬ ਦੀ ਅਕੈਡਮੀ ਹੈ, ਕਾਲ ਅਕੈਡਮੀ ਬਲਵੇੜਾ, ਇਹ ਦੇਖੋ ਰੀਠ ਖੇੜੀ ਦੀ ਅਕੈਡਮੀ ਹੈ, ਬਿਲਕੁਲ ਪਟਿਆਲਾ ਤੋਂ 15 ਕਿਲੋਮੀਟਰ ਦੂਰ ਆ। ਇੱਥੇ ਮੈਂ ਤੁਹਾਨੂੰ ਥੋੜ੍ਹਾ ਜਿਹਾ ਇਸ ਅਕੈਡਮੀ, ਕਿਉਂਕਿ ਮੈਂ ਵੀ ਅੱਜ ਕੱਲ੍ਹ ਪਟਿਆਲੇ ਹੀ ਰਹਿ ਰਿਹਾ, ਮੈਨੂੰ ਕਈ ਵਾਰੀ ਇਸ ਅਕੈਡਮੀ ਦੇ ਵਿੱਚ ਜਾਣ ਦਾ ਮੌਕਾ ਮਿਲਿਆ। ਇਹ ਅਕੈਡਮੀਜ਼ ਨੇ ਇੱਥੋਂ ਤੱਕ ਮਾਰ ਮਾਰੀ ਆ ਕਿ ਜਿਹੜੀ ਆਹ ਅਕੈਡਮੀ ਆਪਾਂ ਦੇਖ ਰਹੇ ਹਾਂ ਹੁਣੀ ਸਕਰੀਨ ਦੇ ਉੱਤੇ ਰੀਠ ਖੇੜੀ ਦੀ, ਹੈਰਾਨ ਹੋਵੋਗੇ ਤੁਸੀਂ ਕਿ 500 ਬੱਚਾ ਪਟਿਆਲਾ ਸ਼ਹਿਰ ਤੋਂ ਇਸ ਅਕੈਡਮੀ ਦੇ ਵਿੱਚ ਪੜ੍ਹਨ ਜਾਂਦਾ ਹੈ। ਪਿਛਲੇ 7 ਸਾਲਾਂ ਤੋਂ ਇਸ ਅਕੈਡਮੀ ਦੇ ਸਟੂਡੈਂਟਸ ਨੇ ਟੌਪ ਕੀਤਾ ਆਪਣੇ ਪਟਿਆਲਾ ਡਿਸਟ੍ਰਿਕਟ ਤੋਂ। ਇਸ ਸਾਲ ਦੇ ਵਿੱਚ ਪਹਿਲੀਆਂ 3 ਪੋਜੀਸ਼ਨਸ ਨਹੀਂ, ਆਲ ਦਾ 3 ਪੋਜੀਸ਼ਨਸ ਇਸ ਅਕੈਡਮੀ ਦੀਆਂ ਸੀਗੀਆਂ। ਔਰ ਇਹ ਤੁਸੀਂ ਦੇਖੋ ਵੀ ਕਿਸ ਤਰ੍ਹਾਂ ਦੇ ਸਕੂਲ ਉਹਨਾਂ ਨੇ ਐਸਟੈਬਲਿਸ਼ ਕੀਤੇ। ਔਰ ਇਹਨਾਂ ਪਿੰਡਾਂ ਦੇ ਸਕੂਲਾਂ ਦੇ ਵਿੱਚ ਇਸ ਟਾਈਮ ਤਕਰੀਬਨ 70,000 ਬੱਚਾ ਜਿਹੜਾ ਹੈਗਾ ਇਹਨਾਂ ਅਕੈਡਮੀਜ਼ ਦੇ ਵਿੱਚ ਪੜ੍ਹ ਰਿਹਾ। ਮਾਫ਼ ਕਰਨਾ ਮੇਰੇ ਐਂਕਰ ਵੀਰ ਜੀ ਨੇ ਪਹਿਲਾਂ 65,000 ਕਿਹਾ ਸੀ, ਬਟ ਦੈਟ ਵਾਸ ਮੇਬੀ ਲਿਟਲ ਬਿਟ 올ਡਰ ਇਨਫੋਰਮੇਸ਼ਨ। ਇਹ 70,000 ਸਟੂਡੈਂਟਸ ਜਿਹੜੇ ਹੈਗੇ ਨੇ ਹੁਣ ਜਿਹੜੀਆਂ ਅਕਾਲ ਅਕੈਡਮੀਜ਼ ਅਤੇ ਜੋ ਬੜੀ ਸਾਹਿਬ ਦੀ ਅਕੈਡਮੀ ਹੈ ਔਰ ਜੋ ਯੂਨੀਵਰਸਿਟੀਜ਼ ਹੈ ਉਹਨਾਂ ਦੇ ਵਿੱਚ ਇਹ ਪੜ੍ਹ ਰਿਹਾ ਹੈਗਾ। ਇਹਨਾਂ ਸਕੂਲਸ ਦੇ ਵਿੱਚ ਨਾ ਹੀ ਸਿਰਫ ਜੋ ਕਿ ਟਾਪ ਆਫ ਦਾ ਕਲਾਸ ਜਿਹੜੇ ਕਲਾਸਰੂਮਸ ਨੇ, 2036 ਕਲਾਸਰੂਮਸ ਨੇ ਇਹਨਾਂ ਸਕੂਲਸ ਦੇ ਵਿੱਚ, ਔਰ ਸਟੇਟ ਆਫ ਦਾ ਆਰਟ ਲੈਬੋਰਟਰੀਜ਼ ਨੇ, ਵੈਲ ਇਕੁਪਡ ਲੈਬੋਰਟਰੀਜ਼ ਨੇ। ਇੱਥੋਂ ਮੈਂ ਇੱਕ ਹੋਰ ਇੱਥੇ ਜਿਹੜੀ ਆ ਤੁਸੀਂ ਸਲਾਈਡ ਦੇਖ ਰਹੇ ਹੋ, ਇਹ ਹੈਗਾ ਬੇਟਾ ਨਵਦੀਪ ਸਿੰਘ। ਮੁਕਤਸਰ ਦੀ ਅਕੈਡਮੀ ਦੇ ਵਿੱਚ ਇਹ ਬੱਚਾ ਪੜ੍ਹਿਆ ਪਹਿਲੀ ਕਲਾਸ ਤੋਂ ਲੈ ਕੇ 10ਵੀਂ ਕਲਾਸ ਤੱਕ। ਔਰ ਜੋ 2017 ਦਾ ਨੀਟ ਦਾ ਐਗਜ਼ਾਮ ਹੈ, ਜੋ ਇੰਡੀਆ ਦੇ ਵਿੱਚ ਨੀਟ ਦਾ ਜਿਹੜਾ ਐਗਜ਼ਾਮ ਹੈ, ਉਸ ਐਗਜ਼ਾਮ ਦੇ ਉਹ ਮੈਡੀਕਲ ਸਟੂਡੈਂਟਸ ਦਾ ਐਗਜ਼ਾਮ ਹੁੰਦਾ ਉਹ। ਔਰ ਜਿਹੜੇ ਕਿ ਡਾਕਟਰਸ ਬਣਦੇ ਨੇ ਇੰਡੀਆ ਦੇ ਵਿੱਚ, ਉੱਥੋਂ ਮਤਲਬ ਕਿ ਜਿਹੜਾ ਉਹਨਾਂ ਨੂੰ ਨੀਟ ਦਾ ਐਗਜ਼ਾਮ ਜਿਹੜਾ ਦੇਣਾ ਬਹੁਤ ਜ਼ਰੂਰੀ ਹੈ, ਉੱਥੋਂ ਉਹਨਾਂ ਦੀ ਮੈਰਿਟ ਬਣਦੀ ਹੈ। ਤਕਰੀਬਨ 13 ਲੱਖ ਬੱਚਾ ਹਰੇਕ ਸਾਲ ਉੱਥੇ ਅਪੀਅਰ ਹੁੰਦਾ ਇਸ ਐਗਜ਼ਾਮ ਦੇ ਵਿੱਚ ਆਲ ਓਵਰ ਇੰਡੀਆ। 2017 ਦੇ ਵਿੱਚ ਇਸ ਬੱਚੇ ਨੇ ਪਹਿਲੀ ਵਾਰੀ ਪੰਜਾਬ ਦਾ ਨਾਂ ਰੌਸ਼ਨ ਕੀਤਾ ਐਂਡ ਹੀ ਟੌਪਡ ਆਲ ਓਵਰ ਇੰਡੀਆ ਫਰੋਮ ਦਾ ਨੀਟ ਐਗਜ਼ਾਮ। ਇਹ ਕੁਛ ਮੈਂ ਅਚੀਵਮੈਂਟਸ ਤੁਹਾਨੂੰ ਜਿਹੜੀਆਂ ਅਕੈਡਮੀਜ਼ ਦੀਆਂ, ਜਿਹੜੀਆਂ ਪਿੰਡਾਂ ਦੇ ਵਿੱਚ ਅਕੈਡਮੀਜ਼ ਸ਼ੁਰੂ ਹੋਈਆਂ, ਮੈਂ ਥੋੜ੍ਹੀਆਂ ਜਿਹੀਆਂ, ਮਤਲਬ ਕਿ ਸਾਰੀਆਂ ਤਾਂ ਮੈਂ ਡਿਟੇਲਸ ਤੁਹਾਨੂੰ ਅੱਜ ਕਵਰ ਨਹੀਂ ਕਰ ਸਕਦਾ, ਪਰ ਮੈਂ ਥੋੜ੍ਹੀਆਂ ਜਿਹੀਆਂ ਜ਼ਰੂਰ ਦੱਸ ਸਕਦਾ ਕਿ ਇਸ ਤੋਂ ਬਾਅਦ ਨੈਕਸਟ ਇਹ ਬੱਚੇ ਦੀ ਹੁਣੀ ਇਹ ਜਿਹੜੀ ਮੈਂ ਰੀਠ ਖੇੜੀ ਦੀ ਅਕੈਡਮੀ ਦੀ ਮੈਂ ਗੱਲ ਕੀਤੀ ਸੀ, ਇਸ ਸਾਲ ਇਸ ਬੱਚੇ ਨੇ ਆਲ ਇੰਡੀਆ ਦੇ ਵਿੱਚੋਂ 9th ਗ੍ਰੇਡ ਹਾਸਲ ਕੀਤਾ, ਜੋ CA ਦੇ ਐਗਜ਼ਾਮ ਹੁੰਦੇ ਨੇ ਆਲ ਓਵਰ ਇੰਡੀਆ ਦੇ ਵਿੱਚ। ਨੈਕਸਟ, ਇਹ ਜੋ ਲੜਕੀ ਹੈ, ਨਾ ਕਿ ਮਤਲਬ ਕਿ ਬੱਚੇ ਜਿਹੜੇ ਹੈਗੇ ਨੇ ਕਿ ਐਜੂਕੇਸ਼ਨ ਦੇ ਫੀਲਡ ਦੇ ਵਿੱਚ ਹੀ ਅੱਗੇ ਜਾ ਰਹੇ ਨੇ, ਬਲਕਿ ਇਹ ਬੱਚੇ ਜਿਹੜੇ ਖੇਡਾਂ ਦੇ ਵਿੱਚ ਵੀ ਟੌਪ ਦੇ ਵਿੱਚ ਜਾ ਰਹੇ ਨੇ। ਗਵਿੰਦਰ ਕੌਰ ਨੇ ਜੋ ਕਿ ਅਕਾਲ ਅਕੈਡਮੀ ਤੇਜਾ ਸਿੰਘ ਵਾਲਾ ਤੋਂ ਹੈਗੀ ਹੈ, ਔਰ ਇਹਨਾਂ ਨੇ 2nd ਸਿਲਵਰ ਮੈਡਲ ਹਾਸਲ ਕੀਤਾ ਆਲ ਓਵਰ ਇੰਡੀਆ ਦੇ ਵਿੱਚੋਂ। ਨੈਕਸਟ, ਇਹ ਬੱਚਾ ਹੈ IIT ਦੇ ਵਿੱਚੋਂ ਜਿਹਨੇ 67th ਗ੍ਰੇਡ ਹਾਸਲ ਕੀਤਾ। ਨੈਕਸਟ, ਅੱਛਾ ਹੁਣ ਤੁਹਾਡੇ ਨਾਲ ਮੈਂ ਦੱਸਦਾ ਕਿ IIM ਅਹਿਮਦਾਬਾਦ, ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਜੋ ਹੈ, ਮੇਰੇ ਖਿਆਲ ਆਲ ਓਵਰ ਇੰਡੀਆ 6 ਕਾਲਜ ਨੇ ਤਕਰੀਬਨ, ਜਿਸ ਤਰ੍ਹਾਂ IIT ਕਾਲਜ ਨੇ, ਇੱਦਾਂ ਹੀ ਮੈਨੇਜਮੈਂਟ ਦੇ ਕਾਲਜਸ ਨੇ। ਦੇ ਆਰ ਦਾ ਟੌਪ ਇੰਸਟੀਟਿਊਸ਼ਨਸ। ਅਹਿਮਦਾਬਾਦ ਦੇ ਕੁਛ ਪ੍ਰੋਫੈਸਰਸ ਨੇ, ਜਦੋਂ ਪੰਜਾਬ ਦੇ ਬਾਰੇ ਦੇ ਵਿੱਚ ਉਹਨਾਂ ਨੂੰ ਇਹ ਪਤਾ ਲੱਗਿਆ, ਇੱਕ ਵਾਰੀ ਉਹ ਅੰਮ੍ਰਿਤਸਰ ਮੱਥਾ ਟੇਕਣ ਆਏ ਸੀ ਅਤੇ ਉਹਨਾਂ ਨੂੰ ਇਸ ਅਕੈਡਮੀਜ਼ ਬਾਰੇ ਥੋੜ੍ਹੀ ਜਿਹੀ ਇਨਫੋਰਮੇਸ਼ਨ ਮਿਲੀ, ਤਾਂ ਉਹਨਾਂ ਨੇ ਕਿਹਾ ਵੀ ਅਸੀਂ ਇਹਨੂੰ ਹੋਰ ਸਟੱਡੀ ਕਰਨਾ ਚਾਹੁੰਦੇ ਹਾਂ। ਵੀ ਵਾਂਟ ਟੂ ਸਟੱਡੀ ਦਿਸ ਮਾਡਲ ਐਂਡ ਵੀ ਵਾਂਟ ਟੂ ਟੀਚ ਟੂ ਆਵਰ ਪੀਪਲ, ਆਵਰ ਸਟੂਡੈਂਟਸ ਮੈਨੇਜਮੈਂਟ ਬਾਰੇ, ਮੈਨੇਜਮੈਂਟ ਦੇ ਵਿੱਚ ਵੀ ਕੀ ਇਹ ਮਾਡਲ ਹੈਗਾ। ਦੇ ਵਰ ਸੋ ਮਚ ਇੰਪਰੈਸਡ। ਉਹਨਾਂ ਨੇ ਇੱਕ ਸਟੱਡੀ ਕੀਤੀ ਇਹਦੇ ਉੱਤੇ, ਔਰ ਉਹ ਸਟੱਡੀ ਨੂੰ ਉਹਨਾਂ ਨੇ ਪਬਲਿਸ਼ ਕੀਤਾ। ਜਿਹੜੀ ਉਹ ਸਟੱਡੀ ਉਹ ਆਪਣੇ ਅਹਿਮਦਾਬਾਦ ਨਹੀਂ ਸਾਰੇ ਇੰਸਟੀਚਿਊਟਸ ਦੇ ਵਿੱਚ ਪੜ੍ਹਾਉਂਦੇ ਨੇ, ਔਰ ਉਹ ਸਟੱਡੀ ਜਿਹੜੀਆਂ ਸਟੱਡੀਜ਼ ਜਿੰਨੀਆਂ ਵੀ ਮਤਲਬ ਕਿ ਮੈਨੇਜਮੈਂਟ ਦੇ
ਇੰਸਟੀਚਿਊਟਸ ਦੇ ਵਿੱਚ ਜਿੰਨੀਆਂ ਵੀ ਸਟੱਡੀਜ਼ ਹੁੰਦੀਆਂ ਨੇ ਉਹ ਪਬਲਿਸ਼ ਹੁੰਦੀਆਂ ਨੇ ਔਰ ਉਹਨਾਂ ਨੂੰ ਫਿਰ ਅਵਾਰਡ ਮਿਲਦੇ ਨੇ। ਦਿਸ ਸਟੱਡੀ ਕੇਮ ਦਾ ਫਸਟ ਵਿਨਰ ਅਵਾਰਡ ਹੋਈ। ਔਰ ਜਿਹੜਾ ਹਾਰਵਰਡ ਬਿਜ਼ਨਸ ਸਕੂਲ ਹੈ ਉਸ ਨੇ ਵੀ ਇਸ ਸਟੱਡੀ ਨੂੰ ਅਡਾਪਟ ਕੀਤਾ। ਅੱਜ ਤੁਸੀਂ ਜਿਹੜੀ ਹਾਰਵਰਡ ਦੀ ਯੂਨੀਵਰਸਿਟੀ ਦੀ ਉਸ ਦੀ ਤੁਸੀਂ ਵੈਬਸਾਈਟ ਦੇ ਉੱਤੇ ਜਾ ਕੇ ਇਸ ਸਟੱਡੀ ਨੂੰ ਜੇ ਤੁਸੀਂ ਸਰਚ ਕਰੋਗੇ, ਉਹਨਾਂ ਨੇ ਵੀ ਇਸ ਸਟੱਡੀ ਨੂੰ ਵਰਲਡ ਲੈਵਲ ਦੇ ਉੱਤੇ ਰੈਕੋਗਨਾਈਜ਼ ਕੀਤਾ ਅਕਾਲ ਅਕੈਡਮੀਜ਼ ਦੀ ਪ੍ਰੋਗਰੈਸ ਨੂੰ। ਅੱਛਾ, ਹੁਣ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਵੀ ਇਹਨਾਂ ਜਿਹੜੇ ਇਹ ਵਰਲਡ ਕਲਾਸ ਇੰਸਟੀਟਿਊਸ਼ਨਸ ਇਸ ਆਰਗੇਨਾਈਜੇਸ਼ਨ ਨੇ ਪੰਜਾਬ ਦੇ ਰਿਮੋਟ ਏਰੀਆ ਦੇ ਵਿੱਚ ਪਿੰਡਾਂ ਦੇ ਵਿੱਚ ਜਾ ਕੇ ਖੋਲ੍ਹੇ, ਉਹਦੀਆਂ ਫੀਸਾਂ ਕਿੰਨੀਆਂ ਕੁ ਨੇ? ਸਿਰਫ 25,000 ਤੋਂ ਲੈ ਕੇ 35,000 ਰੁਪਏ ਤੱਕ। 25,000 ਜਿਹੜੇ ਲੋਕਲ ਬੱਚੇ ਨੇ ਜਿਹੜੇ ਨੇੜੇ ਦੇ ਨੇ, 35,000 ਜਿਹਨਾਂ ਨੂੰ ਜ਼ਿਆਦਾ ਟਰਾਂਸਪੋਰਟੇਸ਼ਨ ਦੀ ਫੀਸ ਵਗੈਰਾ ਜ਼ਿਆਦਾ ਪੈ ਜਾਂਦੀ ਹੈ ਜਾਂ ਜਿਹੜੀਆਂ ਹਾਇਰ ਕਲਾਸਿਸ ਨੇ। ਪਰ ਈਅਰ ਦੀ ਫੀਸ ਹੈ ਇਹ, ਨਾ ਕਿ ਮਤਲਬ ਕਿ ਇਹ ਪਰ ਮੰਥ ਦੀ ਫੀਸ ਹੈ। ਜਿਹੜੇ ਕਿ ਇਫ ਯੂ ਕੰਪੇਅਰ ਦੈਟ, ਜਿਹੜੇ ਕਿ ਸ਼ਹਿਰਾਂ ਦੇ ਵਿੱਚ ਜਿਵੇਂ ਕਿ ਪਟਿਆਲੇ ਹੈ, YPS ਹੈ, ਹੋਰ ਸੈਂਟ ਮੈਰੀ ਸਕੂਲ ਹੈ, ਹੋਰ ਬੜੇ ਸਕੂਲਸ ਨੇ ਜਿਨ੍ਹਾਂ ਦੀਆਂ 2-3 ਲੱਖ ਤੋਂ ਫੀਸਾਂ ਸ਼ੁਰੂ ਹੁੰਦੀਆਂ ਨੇ, ਉਹਨਾਂ ਦੇ ਕੰਪੈਰੇਟਿਵਲੀ ਸਿਰਫ 25,000 ਤੋਂ ਲੈ ਕੇ 35,000 ਰੁਪਈਆ ਜਿਹੜੀਆਂ ਇਹਨਾਂ ਸਕੂਲਾਂ ਦੀਆਂ ਫੀਸ ਨੇ। ਨੈਕਸਟ, ਇਹਨਾਂ ਦੇ ਵਿੱਚ ਪਿੱਛੇ ਤੁਸੀਂ ਜਿਹੜੀਆਂ ਸਕੂਲ ਫੀਸ ਹੈ ਉਹਨਾਂ ਦੇ ਵਿੱਚ ਕੀ ਕੁਛ ਇਨਕਲੂਡਡ ਹੈ? ਟਿਊਸ਼ਨ ਫੀਸ, ਯੂਨੀਫਾਰਮਸ, ਬੁੱਕਸ ਐਂਡ ਸਟੇਸ਼ਨਰੀ, ਟਰਾਂਸਪੋਰਟੇਸ਼ਨ। ਨੈਕਸਟ, ਤਕਰੀਬਨ 28,000 ਬੱਚਾ ਜਿਹੜਾ ਹੈ ਆਊਟ ਆਫ ਦਾ 70,000, ਉਹਨਾਂ ਦੇ ਵਿੱਚੋਂ ਜਾਂ ਫ੍ਰੀ ਜਾਂ ਏਡਡ ਨੇ ਫੀਸ ਦੇ ਵਿੱਚ। ਬੜੂ ਸਾਹਿਬ ਦਾ ਇੱਕ ਮਾਡਲ ਹੈ ਕਿ ਜੇ ਇੱਕ ਪਰਿਵਾਰ ਦਾ ਇੱਕ ਬੱਚਾ ਉਹਨਾਂ ਦੇ ਸਕੂਲ ਦੇ ਵਿੱਚ ਪੜ੍ਹਦਾ, ਸੈਕੰਡ ਦੀ ਉਹ ਹਾਫ ਫੀਸ ਚਾਰਜ ਕਰਦੇ ਨੇ, ਥਰਡ ਦੀ ਬਿਲਕੁਲ ਹੀ ਫੀਸ ਨਹੀਂ ਚਾਰਜ ਕਰਦੇ, ਤਾਂ ਕਿ ਹੋਰ ਵੀ ਮਤਲਬ ਕਿ ਜਿੱਦਾਂ ਮੋਟੀਵੇਟ ਹੋਣ ਔਰ ਉਹਨਾਂ ਪਰਿਵਾਰਾਂ ਦੀ ਹੈਲਪ ਹੋ ਸਕੇ। ਜੇ ਕੋਈ ਗਰਲਸ ਸਟੂਡੈਂਟਸ ਆ ਉਹਨਾਂ ਨੂੰ ਵੀ ਕੁਛ ਫੀਸਾਂ ਜਿਹੜੀਆਂ ਮਾਫ ਕੀਤੀਆਂ ਜਾਂਦੀਆਂ ਨੇ। ਸੋ ਇਸ ਤਰੀਕੇ ਦੇ ਨਾਲ ਕੁਛ ਜਿਹੜੇ ਪ੍ਰੋਗਰਾਮਸ ਉਹਨਾਂ ਨੇ ਚਲਾਏ ਨੇ, ਉਹਨਾਂ ਪ੍ਰੋਗਰਾਮਾਂ ਦੇ ਵਿੱਚ ਤਕਰੀਬਨ 28,000 ਬੱਚਾ ਜਿਹੜਾ ਹੈਗਾ ਉਹ ਪੜ੍ਹ ਰਿਹਾ। 129 ਸਕੂਲ ਜਿਹੜੇ ਕਿ 2007 ਤੱਕ 1986 ਤੋਂ ਲੈ ਕੇ 2013 ਤੱਕ 129 ਸਕੂਲ ਬਣ ਚੁੱਕੇ ਸੀ। ਔਰ 129 ਸਕੂਲਾਂ ਤੋਂ ਬਾਅਦ ਬ੍ਰੇਕ ਲਾਉਣੀ ਪਈ। ਉਹਦਾ ਕਾਰਨ ਕੀ ਸੀ ਕਿ ਬਾਬਾ ਜੀ ਦਾ ਇੱਕ ਮਿਸ਼ਨ ਸੀ, ਬਾਬਾ ਇਕਬਾਲ ਸਿੰਘ ਜੀ ਦਾ, ਕਿ ਉਹ ਚਾਹੁੰਦੇ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਇੱਕ ਬਚਨ ਹੋਏ ਨੇ ਦਮਦਮਾ ਸਾਹਿਬ ਦੀ ਧਰਤੀ ਨੂੰ, ਗੁਰੂ ਕੀ ਕਾਸ਼ੀ ਨੂੰ, ਵਿਦਿਆ ਤੇ ਧਰਮ ਕਿ ਦਾ ਉੱਥੇ ਜਨਮ ਇੱਕ ਇਹੋ ਜਿਹਾ ਇੰਸਟੀਟਿਊਸ਼ਨ ਪੂਰੇ ਬਣੇਗਾ ਦੇਸ਼ ਵਿੱਚ ਜਾਂ ਵੰਡਣ ਇੱਕ ਵਾਲੀ ਇਹੋ ਜਿਹੀ ਸੰਸਥਾ ਵਿਦਿਆ ਸੰਸਥਾ ਹੋਏਗੀ ਜਿੱਥੋਂ ਇਸ ਸਪਿਰਚੁਅਲ ਐਜੂਕੇਸ਼ਨ ਦਾ ਇੱਕ ਹੱਬ ਹੋਏਗੀ। ਦਮਦਮਾ ਸਾਹਿਬ ਦੀ ਧਰਤੀ ਨੂੰ ਸਪਿਰਚੁਅਲ ਐਂਡ ਵਿਦਿਅਕ ਸੰਸਥਾ ਇੱਕ ਇਹੋ ਜਿਹੀ ਬਣੇਗੀ ਉੱਥੇ। ਸੋ ਬਾਬਾ ਜੀ ਦਾ ਬੜਾ ਇੱਕ ਵਿਜ਼ਨ ਸੀ, ਬੜਾ ਮਿਸ਼ਨ ਸੀ। ਸੋ 2013 ਦੇ ਵਿੱਚ ਉੱਥੋਂ ਦੀ ਇੱਕ ਸੰਸਥਾ ਸੀਗੀ ਬਾਬਾ ਮਿੱਠਾ ਸਿੰਘ ਦੀ, ਜਿਨ੍ਹਾਂ ਨੇ 38 ਏਕੜ ਜ਼ਮੀਨ ਡੋਨੇਟ ਕੀਤੀ ਔਰ ਉਸ ਜ਼ਮੀਨ ਦੇ ਵਿੱਚ ਗੁਰੂ ਕਾਸ਼ੀ ਯੂਨੀਵਰਸਿਟੀ, ਅਕਾਲ ਯੂਨੀਵਰਸਿਟੀ ਗੁਰੂ ਕੀ ਕਾਸ਼ੀ ਦੀ ਕੰਸਟਰਕਸ਼ਨ ਉੱਥੇ ਸ਼ੁਰੂ ਹੋਈ। ਇਸ ਕਰਕੇ ਹੋਰ ਸਕੂਲਾਂ ਦੀਆਂ ਬੇਸ਼ੱਕ ਜ਼ਮੀਨਾਂ ਉਸ ਤੋਂ ਬਾਅਦ ਹੋਰ ਸਕੂਲਾਂ ਦੀਆਂ ਵੀ ਆਈਆਂ ਹੋਈਆਂ ਨੇ, ਹੁਣ ਵੀ ਆਈਆਂ ਹੋਈਆਂ ਨੇ, ਪਰ ਕਿਉਂਕਿ ਇਹ ਇੰਨਾ ਵੱਡਾ ਪ੍ਰੋਜੈਕਟ ਸੀ, 500 ਕਰੋੜ ਰੁਪਏ ਦਾ ਓਵਰਆਲ ਪ੍ਰੋਜੈਕਟ ਸੀਗਾ, ਤੇ ਜਿਹਦੇ ਵਿੱਚ ਕਿ 6 ਲੱਖ ਸਕੁਅਰ ਫੁੱਟ ਬਿਲਡਿੰਗ ਜਿਹੜੀ ਹੈ ਇਮੀਡੀਏਟਲੀ ਤਿਆਰ ਕਰਨੀ ਸੀਗੀ ਯੂਨੀਵਰਸਿਟੀ ਵਾਸਤੇ। ਸੋ ਉਸ ਯੂਨੀਵਰਸਿਟੀ ਦੇ ਪ੍ਰੋਜੈਕਟ ਨੂੰ ਤੋਰਨ ਵਾਸਤੇ, ਉਸ ਯੂਨੀਵਰਸਿਟੀ ਨੂੰ ਇਸਟੈਬਲਿਸ਼ ਕਰਨ ਵਾਸਤੇ 129 ਸਕੂਲਾਂ ਤੇ ਜਾ ਕੇ ਬੜੂ ਸਾਹਿਬ ਨੇ ਬ੍ਰੇਕ ਲਾ ਕੇ ਫਿਰ ਯੂਨੀਵਰਸਿਟੀ ਦਾ ਪ੍ਰੋਜੈਕਟ ਸ਼ੁਰੂ ਕੀਤਾ, ਜਿਹੜਾ ਕਿ 2015 ਦੇ ਵਿੱਚ ਕੰਪਲੀਟ ਹੋਇਆ ਔਰ 2015 ਤੋਂ ਉੱਥੇ ਐਡਮਿਸ਼ਨਸ ਹੋਈਆਂ। ਔਰ ਉਹ ਯੂਨੀਵਰਸਿਟੀ ਦੀ ਤੁਹਾਨੂੰ ਮੈਂ ਇਹ ਜਿਹੜਾ ਤੁਸੀਂ ਦੇਖ ਰਹੇ ਹੋ, ਇਹ ਇਨਫਰਾਸਟਰਕਚਰ ਇਹ ਉਸ ਯੂਨੀਵਰਸਿਟੀ ਦਾ ਆਲਰੇਡੀ ਬਣ ਚੁੱਕਿਆ, ਜਿਹਦੇ ਬਾਰੇ ਕਿ ਤੁਹਾਨੂੰ ਡਾਕਟਰ ਵਿਰਕ ਨੇ ਦੱਸਿਆ ਸੀ ਕਿ ਕੁਲਵਿੰਦਰ ਸਿੰਘ ਜੀ ਉੱਥੇ ਵਿਜ਼ਿਟ ਕਰਨ ਗਏ। ਵੈਸੇ ਉਹ ਮੋਗੇ ਕੋਲੇ ਉਹਨਾਂ ਦਾ ਪਿੰਡ ਹੈ, ਤੇ ਉਹਨਾਂ ਨੂੰ ਵੀ ਪਤਾ ਲੱਗਿਆ ਸੀ ਵੀ ਇੱਥੇ ਸਾਡੇ ਇਲਾਕੇ ਦੇ ਵਿੱਚ ਕੋਈ ਯੂਨੀਵਰਸਿਟੀ ਬਣੀ ਹੈ। ਮੈਂ ਉਹਨਾਂ ਨੂੰ ਖੁਦ ਵੀ ਜਾ ਕੇ ਮਿਲਿਆ, ਇੱਥੇ ਸਨ ਹੋਜ਼ੇ ਰਹਿੰਦੇ ਨੇ, ਕਹਿੰਦੇ ਮੇਰਾ ਜੀ ਸੀ ਵੀ ਮੈਂ ਕਦੇ ਦੇਖ ਕੇ ਆਵਾਂ। when he saw that, and then he saw that this university is also has a vision to start coaching the students for the higher exams, ਜਿਹੜੇ ਕਿ IAS ਦੇ IPS ਦੇ ਐਗਜ਼ਾਮਸ ਵਾਸਤੇ, ਔਰ ਉਸ ਪ੍ਰੋਗਰਾਮ ਵਾਸਤੇ ਸਪੈਸੀਫਿਕਲੀ ਉਹਨਾਂ ਨੇ ਮਤਲਬ ਕਿ $1 ਲੱਖ ਉੱਥੇ ਡੋਨੇਟ ਕੀਤਾ। ਔਰ ਇਸ ਅਕਾਲ ਯੂਨੀਵਰਸਿਟੀ ਦੇ ਰਿਜ਼ਲਟਸ ਨੂੰ ਦੇਖਦੇ ਹੋਏ
ਪਿਛਲੇ ਸਾਲ ਪੰਜਾਬ ਦੀ ਟੌਪਰ ਔਰ ਹਰਿਆਣੇ ਦੇ ਟੌਪਰ ਨੇ ਵੀ ਇਸੇ ਯੂਨੀਵਰਸਿਟੀ ਨੂੰ ਚੂਜ਼ ਕੀਤਾ। ਅੱਜ ਉਸੇ ਯੂਨੀਵਰਸਿਟੀ ਦੇ ਵਿੱਚ ਉਹ ਪੜ੍ਹ ਰਹੇ ਨੇ। ਹਾਂਜੀ, ਹੁਣ ਸਾਡਾ ਮਿਸ਼ਨ ਕੀ ਹੈ, ਬਾਬਾ ਜੀ ਦੀ ਵਿਜ਼ਨ ਕੀ ਹੈ ਕਿ ਜੇ ਪੰਜਾਬ ਨੂੰ ਆਪਾਂ ਸੇਵ ਕਰਨਾ ਹੈ ਤੇ ਬਾਬਾ ਜੀ ਇਹ ਚਾਹੁੰਦੇ ਨੇ, ਬਾਬਾ ਇਕਬਾਲ ਸਿੰਘ ਜੀ ਦਾ ਜੋ ਮਿਸ਼ਨ ਹੈ ਉਹ ਇਹ ਚਾਹੁੰਦੇ ਨੇ ਕਿ ਅਸੀਂ ਘੱਟੋ ਘੱਟ 10,000 ਬੱਚਾ, ਕਿਉਂਕਿ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਗਰੀਬੀ ਹੈ, ਕਿਸਾਨ ਸੁਸਾਈਡ ਕਰ ਰਹੇ ਨੇ, ਮਜ਼ਦੂਰ ਸੁਸਾਈਡ ਕਰ ਰਹੇ ਨੇ ਔਰ ਇਕਨੋਮਿਕ ਡਿਵੈਲਪਮੈਂਟ ਕੋਈ ਹੋ ਨਹੀਂ ਰਹੀ। ਔਰ ਜੇ ਅਸੀਂ ਇਕਨੋਮਿਕਲੀ ਆਪਣੇ ਆਪ ਨੂੰ ਸਟਰੋਂਗ ਕਰਨਾ ਹੈ, ਜੇ ਅਸੀਂ ਇਸ ਮੈਸ ਦੇ ਵਿੱਚੋਂ ਬਾਹਰ ਨਿਕਲਣਾ, ਇੱਕੋ ਇੱਕ ਮਿਸ਼ਨ ਹੈ ਕਿ ਅਸੀਂ ਘੱਟੋ ਘੱਟ 10,000 ਬੱਚਾ ਜਿਹੜਾ ਹੈਗਾ ਫ੍ਰੀ ਪੜ੍ਹਾਈਏ ਔਰ ਘੱਟੋ ਘੱਟ 10,000 ਜਿਹੜਾ ਬੱਚਾ ਉਹਨੂੰ ਏਡਡ ਜਾਂ ਘੱਟ ਫੀਸਾਂ ਦੇ ਉੱਤੇ ਪੜ੍ਹਾਈਏ ਤਾਂ ਕਿ ਜਿਹੜੀ ਇਹ ਪੰਜਾਬ ਦੇ ਵਿੱਚ ਇਹ ਟਰਾਂਸਫੋਰਮੇਸ਼ਨ ਹੋ ਸਕੇ। ਸੋ ਦ ਹੋਲ ਆਈਡੀਆ ਇਜ਼ ਨੋ ਵਿਲੇਜ ਟੂ ਬੀ ਲੈਫਟ ਬਿਹਾਈਂਡ। ਕੋਈ ਵੀ ਪੰਜਾਬ ਦਾ ਪਿੰਡ ਇਹੋ ਜਿਹਾ ਨਾ ਰਹਿ ਜਾਵੇ ਜਿੱਥੋਂ ਦੇ ਬੱਚੇ ਅਸੀਂ ਪੜ੍ਹਾ ਨਾ ਸਕੀਏ, ਜਿੱਥੋਂ ਦੇ ਸੁਸਾਇਟੀ ਨੂੰ ਅਸੀਂ ਟੱਚ ਨਾ ਕਰ ਸਕੀਏ। ਸੋ ਸਪੋਂਸਰ ਕਰਨ ਵਾਸਤੇ ਇੱਕ ਬੱਚੇ ਨੂੰ ਤੁਸੀਂ ਜੇ ਸਪੋਂਸਰ ਕਰਨਾ ਹੋਵੇ ਤਾਂ ਉਹ $500 ਦੇ ਨਾਲ ਤੁਸੀਂ ਇੱਕ ਬੱਚੇ ਨੂੰ ਫ੍ਰੀ ਐਜੂਕੇਸ਼ਨ ਦਵਾ ਸਕਦੇ ਆ। ਇੱਕ ਬੱਚਾ $500 ਪਰ ਈਅਰ, ਅਤੇ ਜਾਂ ਤੁਸੀਂ $4,000 ਦੇ ਕੇ ਤੁਸੀਂ ਉਹ ਬੱਚੇ ਦੀ 12ਵੀਂ ਤੱਕ ਦੀ ਪੜ੍ਹਾਈ ਨੂੰ ਸਪੋਂਸਰ ਕਰ ਸਕਦੇ ਆ। ਸੋ ਇਹ ਜਿਹੜੀ ਇਸ ਸੰਸਥਾ ਦਾ ਮੈਂ ਤੁਹਾਡੇ ਨਾਲ ਥੋੜ੍ਹੀ ਜਿਹੀ ਇਨਫੋਰਮੇਸ਼ਨ ਜਿਹੜੀ ਹੈਗੀ ਹੈ ਸ਼ੇਅਰ ਕੀਤੀ ਹੈ। ਪ੍ਰੋਗਰਾਮਸ ਹੋਰ ਵੀ ਬਹੁਤ ਚੱਲ ਰਹੇ ਨੇ ਇਸ ਸੰਸਥਾ ਵੱਲੋਂ, ਜਿਹੜੀ ਕਿ ਅੱਜ ਆਪਾਂ ਉਹਨਾਂ ਦੇ ਉੱਤੇ ਫੋਕਸ ਨਹੀਂ ਕਰ ਸਕਦੇ। ਸੋ ਹੁਣ ਅਸੀਂ ਪਹਿਲਾਂ ਇੱਕ ਛੋਟੀ ਜਿਹੀ ਵੀਡੀਓ ਡਾਕੂਮੈਂਟਰੀ ਤੁਹਾਡੇ ਨਾਲ ਸ਼ੇਅਰ ਕਰਾਂਗੇ, ਅਤੇ ਉਸ ਤੋਂ ਬਾਅਦ ਜਿਹੜੇ ਮੈਂ ਤੁਹਾਨੂੰ ਇਹ ਪ੍ਰੋਗਰਾਮ ਦੱਸਿਆ ਜਿਹਦੇ ਵਿੱਚ $500 ਅਤੇ $4,000 ਉਹਦੇ ਵੇਰਵੇ ਤੁਹਾਡੇ ਨਾਲ ਹੋਰ ਸਾਂਝੇ ਕੀਤੇ ਜਾਣਗੇ। ਇੰਨੀਆਂ ਬੇਨਤੀਆਂ ਕਰਦਾ ਹੋਇਆ ਪੰਜਾਬ 'ਚ ਸਭ ਤੋਂ ਵੱਧ ਭਰੂਣ ਹੱਤਿਆ ਹੁੰਦੀ ਹੈ। ਧੀਆਂ ਦਾ ਸਤਿਕਾਰ ਨਹੀਂ ਕੀਤਾ ਜਾਂਦਾ ਤੇ ਪੰਜਾਬ ਦੇ ਨੌਜਵਾਨਾਂ ਦੀ ਜ਼ਿੰਦਗੀ ਤਾਂ ਨਸ਼ਿਆਂ ਨੇ ਗਲਤਾਨ ਕੀਤੀ ਹੋਈ ਹੈ। ਬੇਰੁਜ਼ਗਾਰੀ ਦੀ ਮਾਰ ਤੋਂ ਥੱਕ ਕੇ ਬੈਠ ਗਏ ਨੇ ਨੌਜਵਾਨ। ਅੰਮ੍ਰਿਤਪਾਨ ਕਰਨ ਤੋਂ ਤਾਂ ਕਤਰਾਂਦੇ ਨੇ ਪੰਜਾਬ ਦੇ ਲੋਕ। ਇਹੀ ਲੱਗਦਾ ਨਾ ਤੁਹਾਨੂੰ ਸਾਰਿਆਂ ਨੂੰ? ਵੈਸੇ ਮੈਨੂੰ ਲੱਗਦਾ ਹੈ ਕਿ ਤੁਸੀਂ ਕੋਈ ਹੋਰ ਪੰਜਾਬੀ ਵੇਖਿਆ, ਕਿਉਂਕਿ ਜਿਹੜੇ ਪੰਜਾਬ ਵਿੱਚ ਮੈਂ ਰਹਿੰਦੀ ਹਾਂ ਉੱਥੇ ਧੀਆਂ ਦਾ ਸਤਿਕਾਰ ਨਹੀਂ ਕੀਤਾ ਜਾਂਦਾ ਤੇ ਪੰਜਾਬ ਦੇ ਨੌਜਵਾਨਾਂ ਦੀ ਜ਼ਿੰਦਗੀ ਤਾਂ ਨਸ਼ਿਆਂ ਨੇ ਗਲਤਾਨ ਕੀਤੀ ਹੋਈ ਹੈ। ਬੇਰੁਜ਼ਗਾਰੀ ਦੀ ਮਾਰ ਤੋਂ ਥੱਕ ਕੇ ਬੈਠ ਗਏ ਨੇ ਨੌਜਵਾਨ। ਅੰਮ੍ਰਿਤਪਾਨ ਕਰਨ ਤੋਂ ਤਾਂ ਕਤਰਾਂਦੇ ਨੇ ਪੰਜਾਬ ਦੇ ਲੋਕ। ਇਹੀ ਲੱਗਦਾ ਨਾ ਤੁਹਾਨੂੰ ਸਾਰਿਆਂ ਨੂੰ? ਵੈਸੇ ਕੀ ਦਿਸਦੇ ਪਏ ਸੀ, ਹੁਣ ਇਸ ਤੋਂ ਬਾਅਦ ਅੰਮ੍ਰਿਤਧਾਰੀ ਦਿਸਦੇ ਪਏ, ਯਾਨੀ ਕਿ ਬਹੁਤ ਜ਼ਿਆਦਾ ਫਰਕ ਪੈ ਗਿਆ ਜੀ, ਥੋੜਾ ਨਹੀਂ ਪਿਆ ਜੀ। ਸਾਨੂੰ ਮੈਂ ਰਹਿੰਦੀ ਆ ਉੱਥੇ ਤਾਂ ਇਹੋ ਜਿਹਾ ਕੁਝ ਵੀ ਨਹੀਂ ਹੁੰਦਾ। ਆਓ ਮੈਂ ਤੁਹਾਨੂੰ ਅਸਲੀ ਪੰਜਾਬ ਦਾ ਗੇੜਾ ਲਵਾਉਂਦੀ ਹਾਂ, ਮੇਰੇ ਛੋਟੇ ਜਿਹੇ ਪਿੰਡ ਰਤੀਆ ਦਾ, ਜਿੱਥੇ ਅਕਾਲ ਅਕੈਡਮੀ ਖੁੱਲਣ ਤੋਂ ਬਾਅਦ ਪਿੰਡ ਵਿੱਚ ਰਹਿੰਦੇ ਸਾਰੇ ਲੋਕਾਂ ਵਿੱਚ ਆਇਆ ਸੀ ਇੱਕ ਬਦਲਾਵ। ਅਕੈਡਮੀ ਸ਼ੁਰੂ ਹੋਣ ਨਾਲ ਬਹੁਤ ਮਾਹੌਲ ਦਾ ਫਰਕ ਪੈ ਗਿਆ ਸੀ ਜੀ। ਅੱਗੇ ਨਸ਼ਿਆਂ ਵਾਲੇ ਲੋਕ ਹੀ ਦਿਸਦੇ ਪਏ ਸੀ, ਹੁਣ ਇਸ ਤੋਂ ਬਾਅਦ ਅੰਮ੍ਰਿਤਧਾਰੀ ਦਿਸਦੇ ਪਏ, ਯਾਨੀ ਕਿ ਬਹੁਤ ਜ਼ਿਆਦਾ ਫਰਕ ਪੈ ਗਿਆ ਜੀ, ਥੋੜਾ ਨਹੀਂ ਪਿਆ ਜੀ। ਸਾਨੂੰ ਉੱਥੇ ਯਾਨੀ ਕਿ ਕੰਮ ਮਿਲਿਆ ਜੀ, ਬਹੁਤ ਵਧੀਆ, ਯਾਨੀ ਕਿ ਜੌਬ ਕਰਦੇ ਉੱਥੇ, ਤੇ ਉਹਦੇ ਨਾਲ ਵੀ ਸਾਡਾ ਬਹੁਤ ਫਰਕ ਪਿਆ ਜੀ, ਮਾਹੌਲ ਦਾ ਵੀ, ਯਾਨੀ ਕਿ ਘਰ ਦਾ ਵੀ, ਸਾਨੂੰ ਆਪ ਦਾ ਵੀ। ਯਾਨੀ ਕਿ ਜਦੋਂ ਦੇ ਸਾਡੇ ਅਕੈਡਮੀ ਖੁੱਲ੍ਹੀ ਆ ਜੀ, ਬਹੁਤ ਸੁਧਾਰ ਆਇਆ ਪਿੰਡ ਦੇ ਵਿੱਚ ਵੀ, ਸਾਡੇ ਪਰਿਵਾਰ ਦੇ ਵਿੱਚ ਵੀ ਸੁਧਾਰ ਆਇਆ। ਉਲਝੇ ਵੇ ਸੀਗੇ ਜੀ, ਸਾਨੂੰ ਪਤਾ ਹੀ ਨਹੀਂ ਸੀ ਗੁਰੂ ਬਾਰੇ, ਚਲੋ ਇਹਨਾਂ ਨੇ ਸਾਨੂੰ ਗੁਰੂ ਦੇ ਲੜ ਲਾਇਆ, ਬੜਾ ਵਧੀਆ ਜੀ। ਸਾਡਾ ਪਰਿਵਾਰ ਵੀ ਹੁਣ ਵਧੀਆ, ਬੱਚੇ ਵੀ ਬਹੁਤ ਵਧੀਆ ਸਾਡੇ ਪੜ੍ਹ ਰਹੇ ਆ ਜੀ। ਇਹ ਅਕਾਲ ਅਕੈਡਮੀ ਦਾ ਬਹੁਤ ਧੰਨਵਾਦੀ ਹਾਂ, ਜੋ ਕਿ ਬੱਚੇ ਨਸ਼ੇ ਵੱਲ ਜਾਂਦੇ ਸੀਗੇ ਉਹਨਾਂ ਨੂੰ ਇੱਧਰ ਪ੍ਰੇਰਿਤ ਕੀਤਾ, ਗੁਰਬਾਣੀ ਦੇ ਨਾਲ ਜੋੜਿਆ ਜਾਂਦਾ। ਨੇੜ ਦੇ ਇਲਾਕੇ ਨੂੰ ਵੀ ਇਹਦਾ ਬਹੁਤ ਸਹਿਯੋਗ ਮਿਲਿਆ, ਜੋ ਕਿ ਬੱਚੇ ਪੜ੍ਹਨਾ ਚਾਹੁੰਦੇ ਸੀਗੇ, ਗੁਰਸਿੱਖੀ ਨਾਲ ਜੁੜਨਾ ਚਾਹੁੰਦੇ ਸੀਗੇ, ਉਹ ਹੁਣ ਜੁੜਨਾ ਲੱਗ ਗਏ ਆ। ਬਹੁਤ ਸਾਡੇ ਨਗਰ ਦੇ ਵਿੱਚ ਤਾਂ ਖਾਸ ਕਰਕੇ ਬਹੁਤ ਘਾਟ ਸੀਗੀ ਗੁਰਸਿੱਖੀ ਦੀ। ਸੰਤਾਂ ਨੇ ਵੈਲਿਊ ਬੇਸਡ ਐਜੂਕੇਸ਼ਨ ਦਾ ਸੁਪਨਾ ਵੇਖਿਆ ਸੀ ਪੰਜਾਬ ਦੇ ਪਿੰਡਾਂ ਦੇ ਵਿੱਚ।
ਬਾਣੀ ਅਤੇ ਬਾਣੇ ਦਾ ਤਾਰਨੀ ਬਣਾਇਆ ਸਾਡੀ ਨਵੀਂ ਪਨੀਰੀ ਨੂੰ। ਜੋ ਵੀ ਬੱਚੇ ਪੜ੍ਹ ਰਹੇ ਆ, ਅੰਮ੍ਰਿਤ ਛਕ ਰਹੇ ਆ, ਬੱਚਿਆਂ ਨੂੰ ਵੀ ਸਿੱਖਿਆ ਮਿਲਦੀ, ਉਹਨਾਂ ਦੇ ਮਾਪਿਆਂ ਨੂੰ ਵੀ, ਬੱਚਿਆਂ ਤੋਂ ਮਾਪਿਆਂ ਨੂੰ ਸਿੱਖਿਆ ਮਿਲ ਰਹੀ ਆ। ਇਸ ਟਾਈਮ ਸਾਨੂੰ ਇਹ ਮਹਿਸੂਸ ਹੋ ਰਿਹਾ ਸਾਨੂੰ ਬੱਚਿਆਂ ਤੋਂ ਸਿੱਖਿਆ ਮਿਲੀ। ਸਾਡਾ ਬੱਚਾ ਅਕਾਲ ਅਕੈਡਮੀ 'ਚ ਪੜ੍ਹਦਾ ਸੀ, ਇਹਦੇ ਵਿੱਚ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ। ਫਿਰ ਬੱਚਿਆਂ ਦੀ ਵਜ੍ਹਾ ਨਾਲ ਅਸੀਂ ਅੰਮ੍ਰਿਤ ਛਕਿਆ, ਗੁਰੂ ਵਾਲੇ ਹੋਏ। ਪਹਿਲਾਂ ਜੀ ਅਸੀਂ ਨਸ਼ਾ ਕਰ ਰਹੇ ਸੀਗੇ, ਦਾਰੂ ਪੀ ਰਹੇ ਸੀ ਬਹੁਤ। ਫਿਰ ਅਸੀਂ ਦਿਹਾੜੀ ਜਾਣਾ ਸੁਬਾਹ ਤਾਂ ਵੀ ਪੀ ਕੇ ਹੀ ਜਾਣਾ ਜੀ। ਮੁੜ ਕੇ ਅਸੀਂ ਅਕਾਲ ਅਕੈਡਮੀ 'ਚ ਬੱਚਾ ਲਾਇਆ ਆਪਦਾ। ਸਾਡੇ 'ਤੇ ਬਹੁਤ ਕਿਰਪਾ ਹੋਈ। ਮੁੜ ਕੇ ਅਸੀਂ ਨਸ਼ੇ ਕੋਈ ਨਹੀਂ ਕੀਤੇ ਜੀ ਬਾਅਦ ਦੇ ਵਿੱਚ। ਪਹਿਲਾਂ ਸਾਡੇ ਪਿੰਡ ਦੇ ਬੱਚੇ ਬਹੁਤ ਗੁਰਸਿੱਖੀ ਜੀਵਨ ਵੱਲੋਂ ਵਾਂਝੇ ਸੀਗੇ, ਲੇਕਿਨ ਜਦੋਂ ਦੀ ਹੁਣ ਬੜੂ ਸਾਹਿਬ ਵਾਲਿਆਂ ਦੀ ਅਕੈਡਮੀ ਖੁੱਲ੍ਹੀ ਹੈ, ਬੱਚੇ ਦੱਸਦਾ ਵੀ ਸਾਨੂੰ ਬਹੁਤ ਵਧੀਆ ਲੱਗਦਾ ਹੈ ਵੀ ਚੱਲ ਪਿਓ ਤਾਂ ਅਨਪੜ੍ਹ ਸੀਗੇ ਤੇ ਵੀ ਚੱਲ ਗਾਂ ਪੁੱਤਾਂ ਦੀ ਤਰੱਕੀ ਹੋਊਗੀ, ਇਹਨਾਂ ਦੇ ਵੀ ਕੋਈ ਆਪਦਾ ਪੜ੍ਹੂ ਲਿਖੂਗਾ ਚੰਗਾ, ਕੋਈ ਚੰਗੇ ਕੰਮ ਲੱਗੂਗਾ, ਕੋਈ ਘਰ ਦਾ ਸੁਧਾਰ ਹੋਊਗਾ। ਮੈਨੂੰ ਪੂਰਾ ਭਰੋਸਾ ਹੈ ਕਿ ਤੁਹਾਨੂੰ ਅਕਾਲ ਅਕੈਡਮੀ ਵੱਲੋਂ ਚਲਾਈ ਜਾ ਰਹੀ ਇਸ ਵਿਦਿਆ ਸੰਸਥਾ ਬਾਰੇ ਜਾਣ ਕੇ ਅਤੇ ਇੱਥੋਂ ਦੇ ਲੋਕਾਂ ਨਾਲ ਮਿਲ ਕੇ ਬਹੁਤ ਚੰਗਾ ਲੱਗਿਆ ਹੋਵੇਗਾ। ਅਕਾਲ ਅਕੈਡਮੀ is a blessing for me and my village. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋਪ ਤੁਸੀਂ ਵੀਡੀਓ ਨੂੰ ਲਾਈਕ ਕੀਤਾ ਹੋਣਾ ਔਰ ਜੋ ਹਾਲਾਤ ਇਸ ਟਾਈਮ ਪੰਜਾਬ ਦੇ ਬਣੇ ਹੋਏ ਨੇ ਉਹਨਾਂ ਨਾਲ ਤੁਸੀਂ ਜਾਣੂ ਜ਼ਰੂਰ ਹੋਏ ਹੋਵੋਗੇ। ਅਤੇ ਜਿਵੇਂ ਸਾਡੇ ਇੱਥੇ ਮਾਣਯੋਗ ਸਪੀਕਰਸ ਇੱਥੇ ਪਹੁੰਚੇ ਸੀਗੇ ਜਿਨ੍ਹਾਂ ਨੇ ਆਪਣੀ ਗੱਲ ਇੱਥੇ ਰੱਖੀ, ਅਤੇ ਜਿਹੜੇ ਵਿਊਅਰਸ ਇਸ ਟਾਈਮ ਸਾਨੂੰ ਜਸਟ ਬ੍ਰੌਡਕਾਸਟਿੰਗ ਦੇ ਰਾਹੀਂ ਲਾਈਵ ਦੇਖ ਰਹੇ ਨੇ, ਅਸੀਂ ਇਸ ਟਾਈਮ YouTube ਦੇ ਉੱਤੇ ਵੀ ਲਾਈਵ ਹਾਂ, ਚੈਨਲ ਦੇ ਉੱਤੇ ਵੀ ਲਾਈਵ ਹਾਂ, ਅਤੇ ਫੇਸਬੁੱਕ ਪੇਜ ਦੇ ਉੱਤੇ ਵੀ ਅਸੀਂ ਇਸ ਟਾਈਮ ਲਾਈਵ ਹਾਂ। ਅਤੇ ਜਿਹੜੇ ਵਿਊਅਰਸ ਇਸ ਟਾਈਮ ਸਾਨੂੰ ਮੀਡੀਆ ਰਾਹੀਂ ਵੇਖ ਰਹੇ ਨੇ, ਜੇਕਰ ਉਹਨਾਂ ਦੀ ਕੋਈ ਕੁਐਰੀ ਹੈ ਤਾਂ ਉਹ ਜਿਹੜਾ ਨੰਬਰ ਇਸ ਟਾਈਮ TV ਸਕਰੀਨ ਦੇ ਉੱਤੇ ਚੱਲ ਰਿਹਾ ਉਸ ਨੰਬਰ ਦੇ ਉੱਤੇ ਕਾਲ ਕਰਕੇ ਆਪਣੀ ਕੋਈ ਵੀ ਕੁਐਰੀ ਜਿਹੜੀ ਆ ਪੁੱਛ ਸਕਦੇ ਨੇ। ਅਤੇ ਜਿਵੇਂ ਆਪਾਂ ਦੇਖਿਆ ਇਸ ਵੀਡੀਓ ਦੇ ਵਿੱਚ ਜਿਹੜਾ ਫਲਸਫਾ ਗੁਰੂ ਸਾਹਿਬ ਦਾ ਸੀਗਾ, ਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੋ। ਐਂਡ ਆਫ ਦਾ ਡੇ ਜਿਹੜੀ ਅਸੀਂ ਇਨਸਾਨੀਅਤ ਦੀ ਗੱਲ ਕਰਦੇ ਹਾਂ, ਹਿਊਮੈਨਿਟੀ ਦੀ ਗੱਲ ਕਰਦੇ ਹਾਂ, ਅਤੇ ਇਹੀ ਟੀਚਾ ਹੈਗਾ ਇਸ ਸੰਸਥਾ ਦਾ ਵੀ ਕਿ ਹਰ ਕਿਸੇ ਰਿਲੀਜਨ, ਹਰ ਕਾਸਟ ਕ੍ਰੀਡ ਤੋਂ ਪਰੇ ਹਟ ਕੇ ਬੱਚਾ ਭਾਵੇਂ ਕਿਸੇ ਵੀ ਭਾਈਚਾਰੇ ਦਾ ਹੋਵੇ ਤਾਂ ਉਹਨੂੰ ਐਡਮਿਸ਼ਨ ਦਿੱਤਾ ਜਾਂਦਾ ਹੈ, ਔਰ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜੇ ਉਹ ਸਿੱਖੀ ਤੋਂ ਦੂਰ ਹੋ ਗਿਆ ਤਾਂ ਉਹਨੂੰ ਕਿਸ ਤਰੀਕੇ ਨਾਲ ਸਿੱਖੀ ਦੇ ਨਾਲ ਜੋੜਿਆ ਜਾਏ, ਵਾਪਸ ਉਹਨੂੰ ਮੁੜ ਤੋਂ ਜੋ ਫਿਲਾਸਫੀ ਹੈ, ਟੀਚਿੰਗ ਐਂਡ ਪ੍ਰੀਚਿੰਗ ਹੈ ਜੋ ਸਾਨੂੰ ਵਿਰਾਸਤ ਦੇ ਵਿੱਚ ਮਿਲੀ, ਉਹ ਕਿਸ ਤਰੀਕੇ ਨਾਲ ਦਿੱਤੀ ਜਾਏ, ਤਾਂ ਬੱਚੇ ਨੂੰ ਉਹ ਵੀ ਐਜੂਕੇਟ ਕੀਤਾ ਜਾਂਦਾ। ਅਤੇ ਅੱਜ ਕੱਲ੍ਹ ਦਾ ਜ਼ਮਾਨਾ ਜਿਹੜਾ ਉਹ ਟੈਕਨੋਲੋਜੀ ਦਾ ਜ਼ਮਾਨਾ, ਬੱਚੇ ਐਡਵਾਂਸ ਹੋਣਾ ਚਾਹੁੰਦੇ ਨੇ। ਅੱਜ ਇਹੀ ਉਹ ਬੱਚੇ ਹੋਣਗੇ ਜਿਹੜੇ ਕੱਲ੍ਹ ਇਸ ਧਰਤੀ ਦੇ ਉੱਤੇ ਆ ਕੇ IT ਇੰਜੀਨੀਅਰ ਹੋਣਗੇ, ਕੰਪਿਊਟਰ ਫੀਲਡ ਦੇ ਵਿੱਚ ਆਪਣੀ ਮਾਸਟਰੀ ਕਰਨਗੇ, ਭਾਵੇਂ ਉਹ ਕੈਨੇਡਾ ਦੀ ਧਰਤੀ 'ਤੇ ਹੋਣ, ਭਾਵੇਂ ਉਹ ਅਮਰੀਕਾ ਦੀ ਧਰਤੀ 'ਤੇ ਹੋਣ। ਇਹੀ ਉਹ ਸੁਪਨਾ ਹੈ, ਇਹੀ ਉਹ ਭਵਿੱਖ ਹੈ, ਇਹੀ ਉਹ ਫਿਊਚਰ ਹੈ ਜੋ ਇਹ ਸੰਸਥਾ ਚਾਹੁੰਦੀ ਹੈ। ਟੈਕਨੋਲੋਜੀ ਨੂੰ ਇਸ ਸੰਸਥਾ ਦੇ ਵਿੱਚ IT ਨੂੰ, ਮੀਡੀਆ ਨੂੰ, ਕੰਪਿਊਟਰਸ ਨੂੰ ਕਿਸ ਤਰੀਕੇ ਨਾਲ ਪੜ੍ਹਾਇਆ ਜਾਂਦਾ ਹੈ, ਕੀ ਅਚੀਵ ਇੱਥੇ ਬੱਚਿਆਂ ਨੇ ਕੀਤਾ ਹੈ, ਉਹਦੇ ਮਾਸਟਰ ਵੀ ਸਾਡੇ ਨਾਲ ਮੌਜੂਦ ਨੇ ਜੋ ਕਿ ਐਕਸਪਰਟ ਨੇ ਇਸ ਸੰਸਥਾ ਦੇ ਵਿੱਚ, ਜਿਨ੍ਹਾਂ ਨੇ ਆਪਣੀ ਜ਼ਿੰਮੇਵਾਰੀ ਨੂੰ ਸਮਝ ਕੇ ਬੱਚਿਆਂ ਦੇ ਅੰਦਰ
ਇਹ ਇੱਕ ਲਰਨਿੰਗ ਉਹਨਾਂ ਨੂੰ ਦਿੱਤੀ ਹੈ ਜੋ ਕਿ ਉਹ ਬਖੂਬੀ ਨਿਭਾ ਰਹੇ ਨੇ। ਮੈਂ ਉਹਨਾਂ ਨੂੰ ਵੀ ਤੁਹਾਡੇ ਨਾਲ ਤਾਰੂਫ ਕਰਾਉਣਾ ਚਾਹੁੰਦਾ। ਸਾਡੇ ਨਾਲ ਉਹ ਮੌਜੂਦ ਨੇ ਜਸਪ੍ਰੀਤ ਵੀਰ ਜੀ। ਮੈਂ ਚਾਹੁੰਦਾ ਕਿ ਉਹ ਸਟੇਜ ਤੇ ਆਉਣ ਐਂਡ ਉਹ ਡੀ ਪ੍ਰੋਗਰਾਮ ਜਿਹੜੀ ਪੀਪੀਟੀ ਹੈਗੀ ਹੈ ਉਹਦੇ ਬਾਰੇ ਵੀ ਦੱਸਣ, ਔਰ ਡੀ ਪ੍ਰੋਗਰਾਮ ਹੈ ਕੀ, ਉਹਦੇ ਨਾਲ ਵੀ ਰਾਬਤਾ ਤੁਹਾਡਾ ਕਾਇਮ ਕਰਾਉਣ। ਆਈ ਵੁੱਡ ਲਾਈਕ ਟੂ ਵੈਲਕਮ ਜਸਪ੍ਰੀਤ ਵੀਰ ਜੀ। ਪਲੀਜ਼ ਹੈਵ ਅ huge round of applause for this young fellow who's doing marvelous job in Badu Sahib Sanstha. ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸਾਰਿਆਂ ਨੇ ਜਿੱਦਾਂ ਦੇਖੇ ਹੈਗਾ ਕਿ ਬੜੂ ਸਾਹਿਬ ਦੇ ਜਿਹੜੇ ਕੰਮ ਚੱਲ ਰਹੇ ਹੈਗੇ ਇਸ ਟਾਈਮ ਦੇ ਅੰਦਰ, ਜਿਹੜੇ ਹੋਰ ਬੱਚੇ ਅਸੀਂ ਪੜ੍ਹਾ ਰਹੇ ਹੈਗੇ ਹਾਂ, ਅਤੇ ਜਦੋਂ ਅਸੀਂ ਬੱਚੇ ਪੜ੍ਹਾਉਣ ਦੀ ਸਾਰਾ ਸ਼ੁਰੂ ਹੋਇਆ ਸੀਗਾ, ਅਤੇ ਜਿੱਦਾਂ ਵੀਰ ਜੀ ਨੇ ਦੱਸਿਆ ਕਿ ਸਪੋਂਸਰਸ਼ਿਪ ਦਾ ਅਮਾਊਂਟ ਜਿਹੜਾ ਹੈਗਾ $500 ਪਰ ਈਅਰ ਹੈ ਅਤੇ $4000 ਫॉर ਦ ਲਾਈਫ ਟਾਈਮ। ਮੈਂ ਇਹਦੇ 'ਚ ਇੱਕ ਥੋੜ੍ਹਾ ਅੱਗੇ ਵਧਣ ਤੋਂ ਪਹਿਲਾਂ ਇੱਕ ਥੋੜ੍ਹਾ ਜਿਹਾ ਮੈਂ ਤੁਹਾਨੂੰ ਹੋਰ ਥੋੜ੍ਹਾ ਇਲੈਬੋਰੇਟ ਕਰ ਦਿੰਦਾ ਕਿ ਜਿਹੜਾ 4000 ਫॉर ਦ ਲਾਈਫ ਟਾਈਮ ਹੈਗਾ, ਉਹ ਲਾਈਫ ਟਾਈਮ 4000 ਕਿਉਂ ਹੈਗਾ ਅਤੇ ਉਹ ਕਿੱਦਾਂ ਹੋ ਸਕਦਾ ਹੈ ਲਾਈਫ ਟਾਈਮ ਦੇ ਲਈ। ਉਹਦੇ 'ਚ ਕਿੱਦਾਂ ਹੈਗਾ, ਜਿਹੜਾ ਅਗਰ ਤੁਸੀਂ ਜਿੱਦਾਂ ਹੀ $500 ਦਿੰਦੇ ਹੋ ਪਰ ਈਅਰ ਦਾ, ਅਤੇ ਉਹਦੇ ਨਾਲ ਇੱਕ ਸਾਲ ਦਾ ਬੱਚੇ ਦੀ 1 ਸਾਲ ਦੀ ਸਪੋਂਸਰਸ਼ਿਪ ਉਹਦੇ ਨਾਲ ਹੋ ਜਾਂਦੀ ਹੈ ਪੂਰੀ। ਅਤੇ ਜੇ ਅਗਰ ਤੁਸੀਂ ਚਾਹੁੰਦੇ ਹੋ ਕਿ ਹਾਂ ਵੀ ਤੁਸੀਂ ਡਾਇਰੈਕਟਲੀ ਅਗਰ $4000 ਦਿੰਦੇ ਹੋ ਇਕੱਠੇ, ਤਾਂ ਉਹ ਇੱਕ ਐਂਡੋਮੈਂਟ ਫੰਡ ਦੇ ਅੰਦਰ ਪੈਸਾ ਜਾਂਦਾ ਦੈਟ, ਔਰ ਜਿਹੜਾ ਬੱਚਾ ਜਿਹੜਾ ਹੈਗਾ ਉਹ ਪੜ੍ਹਦਾ ਹੈਗਾ, ਉਸ ਐਂਡੋਮੈਂਟ ਫੰਡ ਦੇ ਜਿਹੜਾ ਇੰਟਰਸਟ ਹੁੰਦਾ ਉਸ ਇੰਟਰਸਟ ਤੋਂ ਬੱਚਾ ਪੜ੍ਹਦਾ, ਸੋ ਦੈਟ ਕਿ ਤੁਹਾਡੇ ਕੋਲ ਤੁਸੀਂ ਇੱਕ ਵਾਰੀ $4000 ਦਿੱਤੇ, ਉਸ ਤੋਂ ਬਾਅਦ ਲਾਈਫ ਉਹਦੇ 12th ਗ੍ਰੇਡ ਤੱਕ ਇੱਕ ਬੱਚਾ ਉਹਦੇ ਨਾਲ ਪੜ੍ਹੇਗਾ, ਅਤੇ ਨੈਕਸਟ 12th ਗ੍ਰੇਡ ਤੋਂ ਬਾਅਦ ਤੁਹਾਨੂੰ ਇੱਕ ਬੱਚਾ ਰਿਪਲੇਸ ਕਰਕੇ ਅਸੀਂ ਦੂਸਰਾ ਬੱਚਾ ਦੇ ਦਾਂਗੇ, ਸੋ ਦੈਟ ਕਿ ਉਸ ਅਮਾਊਂਟ ਦੇ ਨਾਲ, ਤੁਹਾਡੇ ਉਸ ਦਿੱਤੇ ਅਮਾਊਂਟ ਦੇ ਨਾਲ ਤੁਹਾਡੇ ਲਾਈਫ ਟਾਈਮ ਲਈ ਇੱਕ ਬੱਚਾ ਸਪੋਂਸਰਡ ਰਹੇਗਾ, ਉਹਦੀ ਐਜੂਕੇਸ਼ਨ ਲਾਈਫ ਟਾਈਮ ਲਈ ਇੱਕ ਬੱਚਾ ਤੁਹਾਡੇ ਨਾਲ ਉਹਦੀ ਸਪੋਂਸਰਸ਼ਿਪ ਚੱਲਦੀ ਰਹੇਗੀ। ਅਤੇ ਨੈਕਸਟ ਹੁਣ ਮੈਂ ਤੁਹਾਨੂੰ ਦੱਸਾਂਗਾ ਜਿਹੜਾ ਇਹ ਪੂਰਾ ਪ੍ਰੋਗਰਾਮ ਸੀਗਾ, ਅਸੀਂ ਇਹਨੂੰ ਹੁਣ ਕਿੱਦਾਂ ਅੱਗੇ ਲੈ ਕੇ ਗਏ। ਸਾਨੂੰ ਇੱਕ ਪਲੈਟਫਾਰਮ ਚਾਹੀਦਾ ਸੀਗਾ ਇਸ ਪ੍ਰੋਗਰਾਮ ਦੇ ਲਈ, ਸੋ ਦੈਟ ਕਿ ਸਾਰੀ ਅਸੀਂ ਸੰਗਤ ਨੂੰ ਅਸੀਂ ਦੱਸ ਸਕੀਏ ਇਸ ਪਲੈਟਫਾਰਮ ਬਾਰੇ, ਅਤੇ ਈਵਨ ਕਿ ਉਹ ਜਿੰਨੇ ਵੀ ਅਪਡੇਟਸ ਅਸੀਂ ਤੁਹਾਨੂੰ ਸੈਂਡ ਕਰਨੇ ਨੇ, ਜਿੰਨੇ ਤੁਹਾਨੂੰ ਰੈਗੂਲਰ ਅਗਰ ਜੋ ਵੀ ਤੁਹਾਨੂੰ ਕੋਈ ਇਨਫੋਰਮੇਸ਼ਨ ਚਾਹੀਦੀ ਹੈ ਸਟੂਡੈਂਟ ਦੀ, ਜਿਹੜਾ ਸਟੂਡੈਂਟ ਤੁਸੀਂ ਸਪੋਂਸਰ ਕੀਤਾ ਹੈ, ਪ੍ਰੋਪਰ ਟਰਾਂਸਪੇਰੈਂਸੀ ਰੱਖਣ ਦੇ ਲਈ ਅਸੀਂ ਇੱਕ ਪਲੈਟਫਾਰਮ ਬਿਲਡ ਕੀਤਾ ਜਿਹਦਾ ਨਾਮ ਹੈਗਾ deedaday.in। ਇਹ ਬੇਸਿਕਲੀ ਇੱਕ ਵੈਬਸਾਈਟ ਹੈ, ਅਤੇ ਵੈਬਸਾਈਟ ਦੇ ਨਾਲ ਇਹ ਐਪਲੀਕੇਸ਼ਨ ਵੀ ਹੈਗੀ ਹੈ, ਐਂਡਰੋਇਡ ਐਪਲੀਕੇਸ਼ਨ ਵੀ ਅਵੇਲੇਬਲ ਹੈ, ਅਤੇ iOS ਐਪਲੀਕੇਸ਼ਨ ਵੀ ਅਵੇਲੇਬਲ ਹੈਗੀ ਹੈ। ਅਤੇ ਤੁਸੀਂ ਅਗਰ ਕੋਈ ਵੀ ਬੱਚਾ ਸਪੋਂਸਰ ਕਰਦੇ ਹੈਗੇ ਹੋ, ਪਿਛਲੇ ਸਾਲ ਵੀ ਜਿੱਦਾਂ ਆਪ ਜੀ ਨੇ ਸਾਰਾ ਪਿਛਲੇ ਸਾਲਾਂ ਤੋਂ ਜਿੱਦਾਂ ਸਾਰਾ ਪ੍ਰੋਜੈਕਟ ਚੱਲ ਰਿਹਾ ਹੈ, ਤੁਸੀਂ ਸਪੋਂਸਰ ਕੀਤੇ ਨੇ, ਜਦੋਂ ਹੀ ਤੁਹਾਡਾ ਸਪੋਂਸਰ ਹੁੰਦਾ ਹੈ ਬੱਚਾ, ਐਟ ਦੈਟ ਟਾਈਮ ਓਨਲੀ ਤੁਹਾਨੂੰ ਇੱਕ ਕ੍ਰੈਡੈਂਸ਼ੀਅਲ ਦਿੱਤੇ ਜਾਂਦੇ ਨੇ ਅਕਾਊਂਟ ਦੇ, ਜਿਹੜੇ ਤੁਸੀਂ ਵੈਬਸਾਈਟ ਦੇ ਉੱਪਰ ਜਾ ਕੇ ਤੁਸੀਂ ਇਸ ਬੱਚੇ ਦੀ ਸਾਰੀ ਇਨਫੋਰਮੇਸ਼ਨ ਉੱਥੋਂ ਦੇਖ ਸਕਦੇ ਹੋ। ਰੈਸਟ ਉਸ ਤੋਂ ਬਾਅਦ ਤੁਹਾਨੂੰ ਜੋ ਵੀ ਇਨਫੋਰਮੇਸ਼ਨ ਤੁਹਾਨੂੰ ਚਾਹੀਦੀ ਹੈ ਬੱਚੇ ਬਾਰੇ, ਉਹ ਅਸੀਂ ਤੁਹਾਨੂੰ ਪ੍ਰੋਵਾਈਡ, ਅਗਰ ਤੁਹਾਨੂੰ ਉਸ ਵੈਬਸਾਈਟ 'ਤੇ ਨਹੀਂ ਮਿਲਦੀ ਪਈ ਤਾਂ ਤੁਸੀਂ ਆਪਣੇ ਜਿਹੜੇ ਇੱਥੇ ਦੇ ਕੋਆਰਡੀਨੇਟਰ ਹੈਗੇ ਨੇ, ਡਾਕਟਰ ਵਿਰਕਵੀਰ ਜੀ ਹੈਗੇ ਨੇ ਜਾਂ ਮੁਕਤਾ ਬੈਨ ਜੀ ਜਿਹੜੇ USA ਦੇ ਹੈਗੇ, ਤੁਸੀਂ ਉਹਨਾਂ ਨੂੰ ਦੱਸੋ, ਅਤੇ ਉਹ ਫਿਰ ਸਾਨੂੰ ਇੰਡੀਆ ਟੀਮ ਤੋਂ ਕੋਆਰਡੀਨੇਟ ਕਰਕੇ ਤੁਹਾਨੂੰ ਸਾਰੀ ਇਨਫੋਰਮੇਸ਼ਨ ਉਹ ਤੁਹਾਨੂੰ ਦੇਣਗੇ। ਇਸ ਤੋਂ ਬਾਅਦ ਮੈਂ ਤੁਹਾਨੂੰ ਦੱਸਾਂਗਾ ਇਹ ਸਾਡਾ ਪੂਰਾ ਪ੍ਰੋਜੈਕਟ ਜਿਹੜਾ ਸ਼ੁਰੂ ਹੋਇਆ ਸੀਗਾ, ਇਸ ਪ੍ਰੋਜੈਕਟ ਦੇ ਅੰਦਰ ਕਿਹੜੀ ਕੈਟੇਗਰੀਜ਼ ਆਉਂਦੀਆਂ ਨੇ। ਅਸੀਂ ਫਾਰਮਰ ਸੁਸਾਇਡ ਦਾ ਜਿਹੜਾ ਸਿਆਟਲ ਤੋਂ ਸ਼ੁਰੂ ਹੋਇਆ ਸੀਗਾ, ਜਿਹਦੇ 'ਚ ਅਸੀਂ ਫਾਰਮਰ ਸੁਸਾਇਡ ਜਿਹੜੇ ਸੁਸਾਇਡ ਕਰ ਚੁੱਕੇ ਫਾਰਮਰਸ, ਉਹਨਾਂ ਦੇ ਬੱਚਿਆਂ ਨੂੰ ਅਸੀਂ ਐਜੂਕੇਸ਼ਨ ਦੇ ਅੰਦਰ ਉਹਨਾਂ ਦੇ ਬੱਚਿਆਂ ਦੀ ਐਜੂਕੇਸ਼ਨ ਦੇ ਸਪੋਂਸਰਸ਼ਿਪ ਲਈ ਅਸੀਂ ਅੱਗੇ ਲੈ ਕੇ ਆਏ। ਅਤੇ ਇਸ ਤੋਂ ਇਲਾਵਾ ਜਿਹੜਾ ਬਾਬਾ ਜੀ ਦਾ ਜਿਹੜਾ ਉਹ ਸੀਗਾ ਬਚਨ ਸੀਗਾ, ਬਾਬੇ ਨੇ ਜਿਹੜਾ ਸੋਚਿਆ ਸੀਗਾ, ਬਾਬੇ ਦਾ ਟੀਕਾ ਸੀਗਾ, ਉਹ ਸੀਗਾ ਕਿ ਇਸ ਤੋਂ ਇਲਾਵਾ ਅਸੀਂ ਜਿਹੜੇ ਫਾਰਮਰਸ ਜਿਹੜੇ ਹਾਲੇ ਸੁਸਾਈਡ ਨਹੀਂ ਕਰੇ, ਬਟ ਉਹ ਉਸ ਲੈਵਲ 'ਤੇ ਪਹੁੰਚ ਗਏ ਨੇ ਕਿ ਉਹ ਅੱਗੇ ਜਾ ਕੇ ਸੁਸਾਈਡ ਕਰ ਸਕਦੇ ਨੇ। ਕਿਉਂਕਿ ਉਹਨਾਂ ਕੋਲ ਜ਼ਮੀਨਾਂ ਹੁਣ ਨਹੀਂ ਰਹਿ ਗਈਆਂ। ਦੂਸਰੀ ਗੱਲ ਕਿ ਹਾਂ ਵੀ ਉਹਨਾਂ ਕੋਲ ਉਹਨਾਂ ਕੋਲ ਕਮਾਉਣ ਦਾ ਜ਼ਰੀਆ ਨਹੀਂ ਰਹਿ ਗਿਆ, ਕਿ ਸੋ ਦੈਟ ਕਿ ਉਹਨੂੰ ਕਮਾ ਕੇ ਅੱਗੇ ਜਾ ਕੇ ਉਹਨੂੰ ਸਾਰਾ ਕੁਝ ਕਰ ਸਕਣ, ਆਪਣਾ ਜਿਹੜਾ ਉਹਨਾਂ ਦਾ ਰੋਜ਼ਮਰਾ ਦਾ ਜਿਹੜਾ ਜੀਵਨ ਹੈਗਾ, ਅਤੇ ਜਿਹੜੇ ਆਪਣੇ ਬੱਚਿਆਂ ਨੂੰ ਪਾਲ ਸਕਣ, ਆਪਣੇ ਘਰ ਪਰਿਵਾਰ ਨੂੰ ਪਾਲ ਸਕਣ। ਅਤੇ ਇਸ ਕਰਕੇ ਅਸੀਂ ਫਾਰਮਰ ਦੇ ਬੱਚੇ ਲਿੱਤੇ ਨੇ ਇਹਦੇ ਅੰਦਰ, ਅਤੇ ਲੇਬਰਰ ਦੇ ਬੱਚੇ ਜਿਹੜੇ ਕਿ ਉੱਥੇ ਲੇਬਰਰ ਹੈਗੇ ਨੇ, ਜਿਹੜੇ ਕਿ ਆਪਣੀ ਫੈਮਲੀ ਨੂੰ ਰੋਟੀ ਵੀ ਨਹੀਂ ਦੇ ਸਕਦੇ, ਅਤੇ ਉਹਨਾਂ ਬੱਚਿਆਂ ਦਾ ਜਿਹੜਾ ਪੜ੍ਹਾਈ ਦਾ ਬੀੜਾ ਜਿਹੜਾ ਚੁੱਕਿਆ, ਉਹ ਬਾਬਾ ਇਕਬਾਲ ਸਿੰਘ ਜੀ ਨੇ ਚੁੱਕਿਆ ਥਰੂ ਦਿਸ ਪ੍ਰੋਜੈਕਟ। ਇਸ ਤੋਂ ਇਲਾਵਾ ਜਿਹੜੇ ਵਿਡੋ ਕੈਟੇਗਰੀਜ਼ ਹੋ ਗਏ, ਅਤੇ ਗਰਲ ਚਾਈਲਡ ਹੋ ਗਿਆ, ਔਰਫਨ ਹੋ ਗਏ, ਡਾਈਵੋਰਸੀ ਹੋ ਗਏ, ਅਤੇ ਗ੍ਰੰਥੀ ਸਿੰਘ ਜਿਹੜੇ ਕਿ
ਆਪ ਜੀ ਨੂੰ ਸਾਰਾ ਪਤਾ ਹੈਗਾ ਕਿ ਹਾਂ ਵੀ ਪਿੰਡਾਂ ਦੇ ਅੰਦਰ ਅਸੀਂ ਜਿੰਨੀ ਚੀਜ਼ਾਂ ਦੇਖਦੇ ਹੈਗੇ ਹਾਂ, ਇੰਨਾ ਛੋਟੇ ਪਰਿਵਾਰ ਦੇ ਅੰਦਰ ਸਾਰੇ ਰਹਿੰਦੇ ਹੋਇਆਂ ਉਹ ਉਹਨਾਂ ਕੋਲ ਇੰਨਾ ਕਮਾਉਣ ਦੇ ਜ਼ਰੀਏ ਹੀ ਨਹੀਂ ਹੈਗੇ ਕਿ ਹਾਂ ਵੀ ਉਹ ਆਪਣੀ ਜਿਹੜੀ ਲਾਈਫ ਸਟਾਈਲ ਹੈਗਾ ਉਹਨੂੰ ਥੋੜ੍ਹਾ ਅੱਗੇ ਵਧਾ ਸਕਣ। ਅਤੇ ਔਰ ਉਹ ਬਿਲਕੁਲ ਤਾਂ ਹੀ ਵੱਧ ਸਕਦਾ ਹੈ ਜੇ ਉਹਨਾਂ ਦੇ ਬੱਚਿਆਂ ਕੋਲ ਐਜੂਕੇਸ਼ਨ ਹੋਏਗੀ ਜਾਂ ਉਹਨਾਂ ਕੋਲ ਐਜੂਕੇਸ਼ਨ ਹੋਏਗੀ। ਹੁਣ ਇਹ ਟਾਈਮ ਉਹਨਾਂ ਦੀ ਐਜੂਕੇਸ਼ਨ ਦਾ ਨਹੀਂ ਰਹਿ ਗਿਆ, ਬਟ ਉਹਨਾਂ ਦੇ ਬੱਚੇ, ਅਗਰ ਉਹਨਾਂ ਦੀ ਨੈਕਸਟ ਜਨਰੇਸ਼ਨ ਜਿਹੜੀ ਆ ਰਹੀ ਹੈ, ਅਗਰ ਉਹ ਬਚ ਗਈ, ਦੈਟ ਮੀਨਸ ਕਿ ਹਾਂ ਬਈ ਅਸੀਂ ਉਹ ਜਿਹੜਾ ਉਹਨਾਂ ਦਾ ਲਾਈਫ ਹੈਗੀ ਆ ਉਹਨੂੰ ਅਸੀਂ ਚੇਂਜ ਕਰਤਾ। ਅੱਗੇ ਜਾ ਕੇ ਜੋ ਇਫੈਕਟ ਹੋਏਗਾ ਤੁਸੀਂ ਆਪ ਸਾਰੇ ਅੱਗੇ ਜਾ ਕੇ ਦੇਖ ਸਕੋਗੇ ਕਿ ਕਿਸ ਤਰ੍ਹਾਂ ਉਸ ਪਿੰਡਾਂ ਤੋਂ ਬੱਚੇ ਨਿਕਲੇ। ਔਰ ਬੱਚੇ ਨਿਕਲਣ ਤੋਂ ਬਾਅਦ, ਜਿੱਦਾਂ ਵੀਰ ਜੀ ਹੋਰਾਂ ਨੇ ਪਹਿਲਾਂ ਵੀ ਦੱਸਿਆ ਕਿ ਇੰਨੀ IITs ਕਰੈਕ ਕੀਤੀਆਂ, ਪਿੰਡਾਂ 'ਚੋਂ ਨਿਕਲੇ ਬੱਚਿਆਂ ਨੇ IIT ਕਰੈਕ ਕੀਤੀਆਂ, BARK ਆਪਣਾ ਐਟੋਮਿਕ ਰਿਸਰਚ ਸੈਂਟਰ ਦੇ ਅੰਦਰ ਸਾਰੇ ਲੱਗੇ ਹੋਏ ਨੇ, ਕਾਸਾ ਕੋਲੋਰਾਡੋ ਗਏ ਹੋਏ ਨੇ। ਕਈ ਸਾਰੇ ਬੱਚੇ ਇੱਦਾਂ ਦੇ ਹੈਗੇ ਜਿਹੜੇ ਕਿ ਪਿੰਡਾਂ 'ਚੋਂ ਬਾਹਰ ਨਿਕਲ ਕੇ ਤੇ ਹੁਣ ਇਸ ਟਾਈਮ ਨੰਬਰ ਵੱਡੀ ਪੋਸਟਾਂ ਦੇ ਉੱਪਰ ਲੱਗੇ ਹੋਏ ਨੇ, ਵੱਡੇ ਅਹੁਦਿਆਂ ਦੇ ਉੱਪਰ ਲੱਗੇ ਹੋਏ ਨੇ, ਤੇ ਹੋਰ ਜਗ੍ਹਾ ਜਾ ਕੇ ਤੇ ਅਕਾਲ ਅਕੈਡਮੀ ਦਾ ਤੇ ਆਪਣੇ ਪਿੰਡਾਂ ਨਾਂ ਰੋਸ਼ਨ ਕਰ ਰਹੇ ਨੇ। ਇਸ ਜਿਹੜਾ ਪੂਰਾ ਪ੍ਰੋਜੈਕਟ ਸੀਗਾ, ਇਸ ਪ੍ਰੋਜੈਕਟ ਦੇ ਅੰਦਰ ਅਸੀਂ ਟੋਟਲ ਇਸ ਟਾਈਮ ਦੇ ਉੱਪਰ ਅਸੀਂ 2565 ਸਟੂਡੈਂਟਸ ਲਿੱਤੇ ਹੋਏ ਨੇ, ਜਿਹੜੇ ਕਿ ਇਸ ਪੂਰੀ ਇਹਦੇ ਸਕੀਮ ਦੇ ਅੰਡਰ ਪੜ੍ਹ ਰਹੇ ਨੇ ਬੱਚੇ ਫ੍ਰੀ ਆਫ ਕਾਸਟ। ਅਤੇ ਜਿਹਦੇ 'ਚੋਂ ਹੁਣ ਤੁਹਾਨੂੰ ਮੈਂ ਦੱਸਣਾ ਚਾਹਾਂਗਾ ਕਿ ਇਸ ਸਾਲ ਅਸੀਂ ਜਿੰਨਾ ਪਿਛਲੇ ਕੁਝ ਸਾਲਾਂ ਸ਼ੁਰੂ ਹੋਇਆ ਸੀਗਾ ਇੱਥੇ ਪ੍ਰੋਜੈਕਟ ਸਾਰਾ, ਅਤੇ ਸਿਰਫ USA ਦੇ ਅੰਦਰ ਜਿਹੜੇ ਆਪ ਜੀ ਸਾਰੀ ਸੰਗਤ ਨੇ ਜਿਹੜਾ ਸਾਥ ਦਿੱਤਾ, ਉਸ ਸੰਗਤ ਦੇ ਕਾਰਨ, ਉਹ ਉਹਨਾਂ ਦੀ ਹੈਲਪ ਦੇ ਕਾਰਨ, ਉਹ ਸੰਗਤ ਦੀ ਹੈਲਪ ਦੇ ਕਾਰਨ, ਉਹਨਾਂ ਦੀ ਡੋਨੇਸ਼ਨਸ ਦੇ ਕਾਰਨ 935 ਸਟੂਡੈਂਟਸ ਜਿਹੜੇ ਨੇ ਉਹ ਸਿਰਫ USA ਤੋਂ ਸਪੋਂਸਰ ਹੋਏ ਨੇ। ਔਰ ਇਸ ਤੋਂ ਇਲਾਵਾ ਜਿਹੜੇ ਹੋਰ ਕੰਟਰੀਜ਼ ਹੈਗੇ ਆ, ਉਹ ਡਿਫਰੈਂਟ ਕੰਟਰੀਜ਼ ਦੇ ਅੰਦਰ ਚੋਂ ਅਲੱਗ-ਅਲੱਗ ਡਿਫਰੈਂਟ ਕੰਟਰੀਜ਼ ਵਿੱਚੋਂ ਇਹ ਸਾਰੇ ਬੱਚੇ ਸਪੋਂਸਰਡ ਹੋਏ ਨੇ। ਅਤੇ ਇਸ ਟਾਈਮ ਸਾਡੇ ਕੋਲ ਜਿਹੜੇ ਲੈਫਟ ਬੜੇ ਜੇ ਬੱਚੇ ਜਿਨ੍ਹਾਂ ਨੂੰ ਸਪੋਂਸਰਸ਼ਿਪ ਹਲੇ ਚਾਹੀਦੀ ਹੈਗੀ ਆ, ਉਹ 159 ਸਟੂਡੈਂਟਸ ਜਿਹੜੇ ਉਹ ਹੁਣੇ ਬੱਚੇ ਨੇ ਇਹਦੇ 'ਚੋਂ। ਅਤੇ ਨੈਕਸਟ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਾਂਗਾ ਜਿਹੜੇ ਕਿ $500 ਪਰ ਈਅਰ ਦੀ ਜਿਹੜੀ ਫੀਸ ਹੈਗੀ ਹੈ, ਉਹ ਫੀਸ ਦੇ ਅੰਦਰ ਤੁਹਾਡਾ ਕੀ ਕੁਛ, ਉਸ ਬੱਚੇ ਦਾ ਕੀ ਕੁਛ ਕਵਰ ਹੁੰਦਾ ਹੈ। ਉਹਦੀ ਫਸਟ ਉਹਦੀ ਟਿਊਸ਼ਨ ਫੀਸ ਕਵਰ ਹੁੰਦੀ ਹੈ, ਉਹਦੀ ਯੂਨੀਫਾਰਮ, ਉਹਦੀ ਟਰਾਂਸਪੋਰਟ ਅਤੇ ਉਹਦੀ ਬੁੱਕਸ ਐਂਡ ਸਟੇਸ਼ਨਰੀ। ਅਤੇ ਜਿੰਨਾ ਵੀ ਇਹ ਸਾਲ ਦਾ ਪੂਰਾ ਉਹਦਾ ਜਿੰਨਾ ਵੀ ਖਰਚਾ ਹੁੰਦਾ ਉਹ ਸਾਰਾ ਇਸ ਫੀਸ ਦੇ ਨਾਲ ਉਹਦਾ ਇੱਕ ਬੱਚੇ ਦਾ ਕਵਰ ਹੁੰਦਾ ਹੈ। ਅਤੇ ਤੁਸੀਂ ਅਗਰ ਇਹ ਬੱਚਾ ਕੋਈ ਵੀ ਅਗਰ ਸਪੋਂਸਰ ਕਰਦੇ ਹੋ ਅਤੇ ਤੁਸੀਂ ਇੱਕ ਬੱਚੇ ਨੂੰ ਸਪੋਂਸਰਸ਼ਿਪ ਨਹੀਂ ਦੇ ਰਹੇ, ਉਹਦੀ ਇੱਕ ਜਨਰੇਸ਼ਨ ਚੇਂਜ ਕਰ ਰਹੇ ਹੋ। ਉਹਦੀ ਪੂਰੀ ਦੀ ਪੂਰੀ ਜਨਰੇਸ਼ਨ, ਉਹਦੀ ਅੱਗੇ ਦੇ ਉਸ ਪਰਿਵਾਰ ਦੀ, ਉਸ ਫੈਮਿਲੀ ਦੀ ਜਨਰੇਸ਼ਨ ਜਿਹੜੀ ਹੈ ਉਹ ਚੇਂਜ ਹੋ ਰਹੀ ਹੈ ਉਹਨੂੰ ਇੱਕ ਐਜੂਕੇਸ਼ਨ ਦੇਣ ਦੇ ਨਾਲ। ਅਤੇ ਜਦੋਂ ਤੁਸੀਂ ਬੱਚੇ ਸਪੋਂਸਰ ਕਰੋਗੇ ਅਤੇ ਤੁਹਾਨੂੰ ਅਸੀਂ ਕੁਆਟਰਲੀ ਬੇਸਿਸ ਦੇ ਉੱਪਰ ਤੁਹਾਨੂੰ ਅਸੀਂ ਅਪਡੇਟਸ ਭੇਜਦੇ ਰਹਿ ਗਏ, ਹੁਣੇ ਵੀ ਭੇਜਦੇ ਹੈਗੇ ਹਾਂ, ਅਤੇ ਜਦੋਂ ਵੀ ਤੁਸੀਂ ਅੱਗੇ ਸਪੋਂਸਰ ਕਰੋਗੇ ਅਤੇ ਤੁਹਾਨੂੰ ਅੱਗੇ ਵੀ ਅਸੀਂ ਭੇਜਦੇ ਰਹਾਂਗੇ, ਜਿਹਦੇ 'ਚ ਉਹਦਾ ਲੇਟੈਸਟ ਫੋਟੋਗ੍ਰਾਫ ਤੁਹਾਨੂੰ ਮਿਲੇਗੀ। ਅਗਰ ਕੋਈ ਵੀ ਉਹ ਐਕਟੀਵਿਟੀਜ਼ ਕਰ ਰਿਹਾ ਹੈਗਾ, ਕੋਈ ਡਰਾਇੰਗ ਬਣਾ ਰਿਹਾ ਹੈ, ਕੋਈ ਵੀਡੀਓ ਹੈਗੀ ਆ, ਕੋਈ ਅਗਰ ਸਪੋਜ਼ ਕਰੋ ਕੋਈ ਉਹਨੇ ਕੋਈ ਪੋਇਮ ਸਿੰਗ ਕੀਤੀ ਹੈਗੀ ਆ, ਜਾਂ ਕੋਈ ਹੋਰ ਇੱਦਾਂ ਦੀ ਕੋਈ ਵੀ ਐਕਟੀਵਿਟੀਜ਼ ਨੇ, ਅਤੇ ਉਹ ਅਸੀਂ ਤੁਹਾਨੂੰ ਥਰੂ ਮੇਲਸ, ਥਰੂ WhatsApp ਅਸੀਂ ਤੁਹਾਨੂੰ ਮੈਸੇਜ ਸਾਰੇ ਤੁਹਾਨੂੰ ਅਪਡੇਟਸ ਭੇਜਦੇ ਰਹਾਂਗੇ। ਅਤੇ ਅਸੀਂ ਭੇਜਦੇ ਵੀ ਹੈਗੇ ਹਾਂ, ਅਤੇ ਨਾਲ ਕੁਆਟਰਲੀ ਅਪਡੇਟਸ ਬੱਚਾ ਕਿੱਦਾਂ ਪ੍ਰੋਗਰੈਸ ਕਰ ਰਿਹਾ, ਉਹਦੇ ਰਿਜ਼ਲਟ ਕੀ ਆ ਰਹੇ ਨੇ ਅਕੈਡਮੀਜ਼ ਦੇ ਅੰਦਰ, ਉਹ ਤੁਹਾਡੇ ਨਾਲ ਅਸੀਂ ਸ਼ੇਅਰ ਕਰਦੇ ਰਹਾਂਗੇ। ਅਤੇ ਇਸ ਤੋਂ ਬਾਅਦ ਹੁਣ ਜਿਹੜਾ ਅਗਲੇ ਸਾਲ ਦਾ ਸਾਡਾ ਪ੍ਰੋਗਰਾਮ ਹੈਗਾ, ਜਿਹੜਾ ਹੁਣ ਸਾਡੇ ਕੋਲ 159 ਸਟੂਡੈਂਟਸ ਜਿਹੜੇ ਪਿਛਲੇ ਬਚ ਗਏ ਨੇ, ਅਤੇ ਨੈਕਸਟ ਅਸੀਂ ਇਹ ਸੋਚਿਆ ਕਿ ਅਗਲੇ ਸਾਲ ਅਸੀਂ ਜੋ ਹੈ ਕਰਨਾ ਹੈਗਾ, ਇਹ ਅਸੀਂ ਇਸ ਅਗਲੇ ਸਾਲ 'ਚ ਅਸੀਂ 1500 ਬੱਚੇ ਹੋਰ ਲੈਣੇ ਆ ਪਿੰਡਾਂ 'ਚੋਂ। 2019 ਜਿਹੜਾ 2019 ਵਾਲਾ ਬੈਚ ਹੁਣ ਸ਼ੁਰੂ ਹੋਏਗਾ 2019-20 ਦਾ ਅਪ੍ਰੈਲ ਵਿੱਚੋਂ, ਉਹਦੇ ਵਿੱਚ ਅਸੀਂ 1500 ਬੱਚੇ ਹੋਰ ਲੈਣੇ ਨੇ, ਜਿਹਦੇ ਵਿੱਚੋਂ ਮੈਂ ਤੁਹਾਨੂੰ ਵੀ ਰਿਕੁਐਸਟ ਕਰਾਂਗਾ ਕਿ ਜੇ ਤੁਹਾਡੇ ਪਿੰਡ ਤੋਂ ਕੋਈ ਹੋਵੇ ਤਾਂ ਤੁਸੀਂ ਵੀ ਸਾਨੂੰ ਆ ਕੇ ਦੱਸੋ, ਅਸੀਂ ਉਹਨੂੰ ਸਪੋਂਸਰ ਕਰਾਂਗੇ। ਈਵਨ ਕਿ ਜਿੱਦਾਂ ਹੁਣ ਤੁਹਾਨੂੰ ਮੈਂ ਇਸ ਤੋਂ ਪਹਿਲਾਂ ਤੁਹਾਨੂੰ ਹੋਰ ਪ੍ਰੋਸੈਸ ਵੀ ਥੋੜ੍ਹਾ ਦੱਸ ਦਿੰਦਾ, ਜਿਹੜਾ ਅਸੀਂ ਸਾਰਾ ਪ੍ਰੋਗਰੈਸ ਜਿਹੜੇ ਬੱਚੇ ਹੁੰਦੇ ਆ ਇਸ ਪੂਰੇ ਪ੍ਰੋਜੈਕਟ ਦੇ ਅੰਦਰ, ਇਸ ਪੂਰੀ ਸਕੀਮ ਦੇ ਅੰਦਰ ਕਿੱਦਾਂ ਲਿੱਤੇ ਜਾਂਦੇ ਨੇ। ਉਹਦੇ ਅੰਦਰ ਸਭ ਤੋਂ ਪਹਿਲਾਂ ਜਦੋਂ ਵੀ ਸਪੋਂਸਰਸ਼ਿਪ ਅਸੀਂ ਇਹ ਸਕੀਮ ਸ਼ੁਰੂ ਕਰਦੇ ਹੈਗੇ ਹਰ ਸਾਲ, ਜਿੱਦਾਂ ਅਸੀਂ ਬੱਚੇ ਲੈਂਦੇ ਹਾਂ, ਉਹਦੇ 'ਚ ਅਸੀਂ ਪਹਿਲਾਂ ਐਡਵਰਟੀਜ਼ਮੈਂਟਸ ਦਿੰਦੇ ਹਾਂ, ਜਿਹੜੇ ਕਿ ਪਿੰਡਾਂ ਦੇ ਅੰਦਰ ਐਡਵਰਟੀਜ਼ਮੈਂਟਸ ਹੁੰਦੀਆਂ ਨੇ, ਲੋਕਲ ਨਿਊਜ਼ਪੇਪਰਸ ਦੇ ਅੰਦਰ ਜਾਂ ਰੇਡੀਓ ਦੇ ਉੱਪਰ ਜਾਂ ਟੀਵੀਜ਼ ਦੇ ਅੰਦਰ, ਜਿਸ ਤਰ੍ਹਾਂ ਬਜਟ ਸਾਡਾ ਇਸ਼ੂ ਕਰਦਾ ਹੈਗਾ, ਅਤੇ ਉੱਦਾਂ ਅਸੀਂ ਐਡਵਰਟਾਈਜ਼ ਕਰਦੇ ਹਾਂ। ਅਤੇ ਪਿੰਡਾਂ 'ਚੋਂ ਫਿਰ ਬੱਚੇ ਜਿਹੜੇ ਹੈਗੇ ਆ ਉਹ ਅਕੈਡਮੀ ਅਪਰੋਚ ਕਰਦੇ ਨੇ, ਜਿਹੜੇ ਪੇਰੈਂਟਸ ਨੇ ਅਪਰੋਚ ਕਰਦੇ ਨੇ, ਉੱਥੇ ਉਹ ਆਪਣੇ ਡਾਕੂਮੈਂਟਸ ਦੇ ਕੇ ਜਾਂਦੇ ਨੇ।
ਜਿਹੜੇ ਅਸੀਂ ਇੱਕ ਸਕੀਮ ਦੇ ਅੰਦਰ ਅਸੀਂ ਇੱਕ ਨੋਰਮਸ ਰੱਖੇ ਹੋਏ ਨੇ ਕਿ ਅਗਰ ਕਿਸੇ ਬੱਚੇ ਨੇ ਇਸ ਸਕੀਮ ਦੇ ਅੰਡਰ ਅਸੀਂ ਕਿਸੇ ਨੇ ਅਗਰ ਐਨਰੋਲ ਕਰਾਉਣਾ ਆਪਣੇ ਆਪ ਨੂੰ, ਤੇ ਉਹਦੇ ਲਈ ਸਭ ਤੋਂ ਪਹਿਲਾਂ ਤੇ ਉਹਦੀ ਜਿਹੜੀ ਐਨੂਅਲ ਇਨਕਮ ਹੈਗੀ ਆ ਉਹ 1.5 ਲੱਖ ਤੋਂ ਘੱਟ ਹੋਣੀ ਚਾਹੀਦੀ ਆ, 2 ਕਿੱਲਾ ਜ਼ਮੀਨ ਤੋਂ ਘੱਟ ਉਹਦੇ ਕੋਲ ਜ਼ਮੀਨ ਹੋਣੀ ਚਾਹੀਦੀ ਆ, 2 ਕਮਰੇ ਤੋਂ ਘੱਟ ਉਹਦੇ ਕੋਲ ਕਮਰੇ ਜਿਹੜੇ ਘਰ ਹੈਗਾ ਉਹਦਾ ਇੰਨਾ ਹੋਣਾ ਚਾਹੀਦਾ ਹੈਗਾ। ਅਤੇ ਨਾਲ ਅਸੀਂ ਸਾਰੇ ਪ੍ਰੂਫ ਉਹਨਾਂ ਤੋਂ ਲੈਂਦੇ ਹੈਗੇ ਆ ਕਿ ਤੁਹਾਡੇ ਕੋਲ ਗੌਰਮੈਂਟ ਦੇ ਪ੍ਰੂਫ ਹੁੰਦੇ ਨੇ ਕਿ ਇਨਕਮ ਸਰਟੀਫਿਕੇਟ ਅਤੇ ਹੋਰ ਉਹਨਾਂ ਦੇ ਸਾਰੇ ਜਿਹੜੇ ਹੈਗੇ ਚੀਜ਼ਾਂ ਉਹ ਸਾਰੇ ਅਸੀਂ ਉਹਨਾਂ ਤੋਂ ਲੈਂਦੇ ਹਾਂ ਸੋ ਦੈਟ ਅਸੀਂ ਸਾਰਾ ਵੈਰੀਫਾਈ ਕਰ ਸਕੀਏ। ਫਿਰ ਸਾਡੇ ਵੋਲੰਟੀਅਰਸ ਸਾਡੇ ਡਿਫਰੈਂਟ 129 ਅਕੈਡਮੀਜ਼ ਦੇ ਅੰਦਰ ਡਿਫਰੈਂਟ ਅਸੀਂ ਕਲਸਟਰਸ ਬਣਾਏ ਹੋਏ ਨੇ। ਹੁਣ ਉਸ ਕਲਸਟਰਸ ਦੇ ਜਿਹੜੇ ਸੇਵਾਦਾਰ ਹੈਗੇ ਜਿਹੜੇ ਵੋਲੰਟੀਅਰਸ ਨੇ ਉਹ ਉਹਨਾਂ ਪਿੰਡਾਂ ਦੇ ਅੰਦਰ ਹਰ ਇੱਕ ਘਰ ਜਿੱਥੇ ਸਾਨੂੰ ਐਪਲੀਕੇਸ਼ਨ ਮਿਲਦੀ ਹੈਗੀ ਹੈ ਉੱਥੇ ਜਾ ਕੇ ਉਹ ਵੈਰੀਫਾਈ ਕਰਦੇ ਨੇ ਕੇਸਿਸ, ਅਤੇ ਜਦੋਂ ਵੈਰੀਫਾਈ ਹੁੰਦੇ ਨੇ ਉਸ ਤੋਂ ਬਾਅਦ ਅਸੀਂ ਇਹਨੂੰ ਬੜੂ ਸਾਹਿਬ ਭੇਜਦੇ ਹਾਂ ਅਤੇ ਬੜੂ ਸਾਹਿਬ ਤੋਂ ਫਾਈਨਲ ਅਪਰੂਵਲ ਹੋ ਕੇ ਫਿਰ ਇਹਨਾਂ ਕੋਲ ਆਉਂਦੀ ਹੈ ਕਿ ਅਸੀਂ ਇਹ ਬੱਚੇ ਤੁਸੀਂ ਇਸ ਸਕੀਮ ਦੇ ਅੰਦਰ ਤੁਸੀਂ ਲੈ ਸਕਦੇ ਹੋ। ਅਤੇ ਉਸ ਤੋਂ ਬਾਅਦ ਅਗਰ ਕਿਧਰੇ ਸਾਨੂੰ ਕੇਸ ਲੱਗਦਾ ਹੈਗਾ ਕਿ ਜਿੱਥੇ ਸਾਨੂੰ ਲੱਗੇ ਕਿ ਜੈਨੂਅਨ ਕੇਸ ਨਹੀਂ ਹੈ, ਕਿਧਰੇ ਨਾ ਕਿਧਰੇ ਪ੍ਰੋਬਲਮ ਹੈਗੀ, ਤੁਸੀਂ ਕਿਉਂਕਿ ਮੈਂ ਤੁਹਾਨੂੰ ਵੀ ਬੇਨਤੀ ਕਰਨਾ ਚਾਹਾਂਗਾ ਇੱਕ ਹੈ ਕਿ ਤੁਸੀਂ ਵੀ ਸਾਰੇ ਬਿਜ਼ਨਸਮੈਨ ਹੈਗੇ ਹੋ ਇੱਥੇ, ਇੱਕ ਛੋਟੇ ਜਿਹੇ ਬਿਜ਼ਨਸ ਚਲਾਉਣ ਦੇ ਲਈ ਸਾਨੂੰ ਕਈ ਚੀਜ਼ਾਂ ਚਾਹੀਦੀਆਂ ਹੁੰਦੀਆਂ ਨੇ, ਸਾਡੇ ਸਟਾਫ, ਸਾਡਾ ਲੇਬਰ, ਔਰ ਕਿਧਰੇ ਸਾਨੂੰ ਵੀ ਨਹੀਂ ਪਤਾ ਕਿ ਹਾਂ ਵੀ ਸਾਡਾ ਲੇਬਰ ਕੱਲ੍ਹ ਨੂੰ ਕੀ ਕਰ ਦੇਗਾ। ਈਵਨ ਕਿ ਦੈਟ ਇਨ ਦ ਸੇਮ ਵੇ ਸਾਡੀ 129 ਅਕੈਡਮੀ ਜਿਹੜੀ ਹੋਈਆਂ ਨੇ ਗੁਰੂ ਸਾਹਿਬ ਦੀ ਕਿਰਪਾ ਹੈਗੀ ਆ ਅਤੇ ਉਹਦੇ ਅੰਦਰ ਕਈ ਸਾਰੇ ਸਾਡੇ ਕੋਲ ਸਟਾਫ ਹੁੰਦੇ ਨੇ। ਹੁਣ ਸਟਾਫ ਕਦੀ ਕਿਸ ਤਰ੍ਹਾਂ ਹੈਗਾ ਕਦੀ ਕਿਸ ਤਰ੍ਹਾਂ ਨਹੀਂ ਹੈ, ਵੀ ਡੋਂਟ ਨੋ ਬਿਕੋਜ਼ ਵੀ ਆਰ ਹੈਵਿੰਗ ਅਰਾਊਂਡ 500 employees, 5,000 employees in all over the 129 academies. So ਉਹਨਾਂ ਨੂੰ ਹੈਂਡਲ ਕਰਨਾ is a different task. ਐਡਮਿਨਿਸਟ੍ਰੇਸ਼ਨ ਸਾਰੀ ਜਿੰਨੀ ਹੈਗੀ ਹੈ ਉਹਦੇ ਅੰਦਰ ਕਿਧਰੇ ਨਾ ਕਿਧਰੇ ਅਸੀਂ ਸੋਚਦੇ ਹੈਗੇ ਕਿਧਰੇ ਨਾ ਕਿਧਰੇ ਸਾਨੂੰ ਕਈ ਸਾਰੀ ਪ੍ਰੋਬਲਮਸ ਆਉਂਦੀਆਂ ਨੇ ਇੱਦਾਂ ਦੀਆਂ, ਅਤੇ ਸਾਨੂੰ ਨਹੀਂ ਪਤਾ ਹੁੰਦਾ ਕਿ ਕਿੱਦਾਂ ਅਗਰ ਕੋਈ ਇੱਦਾਂ ਦਾ ਗਲਤ ਕੇਸ ਸਾਡੇ ਕੋਲ ਆ ਜਾਏ। ਸੋ ਇਨ ਦੈਟ ਉਸ ਕੇਸਿਸ ਦੇ ਅੰਦਰ ਅਸੀਂ ਕੀ ਕਰਦੇ ਹੈਗੇ ਆ, ਅਸੀਂ ਇੱਕ ਥਰਡ ਪਾਰਟੀ ਵੈਰੀਫਿਕੇਸ਼ਨ ਕਰਾਉਂਦੇ ਹਾਂ। ਜਦੋਂ ਥਰਡ ਪਾਰਟੀ ਵੈਰੀਫਿਕੇਸ਼ਨ ਤੋਂ ਸਾਨੂੰ ਇੱਕ ਮਿਲ ਜਾਂਦਾ ਹੈ ਕਿ ਹਾਂ ਵੀ ਇਹ ਅਪਰੂਵਡ ਹੈਗਾ ਫॉर द ਸਪਾਂਸਰਸ਼ਿਪ, ਦੈਨ ਅਸੀਂ ਉਹਨੂੰ ਸਪਾਂਸਰਸ਼ਿਪ ਲਈ ਪ੍ਰੋਸੀਡ ਕਰਦੇ ਹਾਂ। ਅਤੇ ਇਹ ਸਾਰਾ ਪ੍ਰੋਗਰਾਮ ਜਿਹੜਾ ਹੈਗਾ ਹੁਣ ਡੇ ਜਿਹੜਾ ਹੈਗਾ ਉਹਦੇ ਅੰਦਰ ਚੱਲ ਰਿਹਾ। ਅਤੇ ਮੈਂ ਤੁਹਾਨੂੰ ਵੀ ਕਹਾਂਗਾ ਕਿ ਜਿਹੜੇ ਤੁਹਾਡੇ ਪਿੰਡ ਦੇ ਹੈਗੇ ਆ ਤੁਸੀਂ ਸਾਨੂੰ ਦੱਸੋ, ਅਸੀਂ ਅਗਲੇ ਸਾਲ ਅਗਲੇ ਸੈਸ਼ਨ ਜਿਹੜਾ ਸ਼ੁਰੂ ਹੋਏਗਾ ਉਸ ਸੈਸ਼ਨ ਦੇ ਅੰਦਰ ਅਸੀਂ ਤੁਹਾਡੇ ਪਿੰਡ ਦੇ ਬੱਚੇ ਅਸੀਂ ਆਪ ਲਵਾਂਗੇ। ਉਹਦੇ ਅੰਦਰ ਤੁਹਾਡੀ ਵੀ ਔਥੈਂਟੀਕੇਸ਼ਨ ਰਹੇਗੀ ਅਤੇ ਸਾਡੀ ਵੀ ਜਿਹੜਾ ਹੈਗਾ ਇੱਕ ਨਾਲ ਰਹੇਗਾ ਕਿ ਹਾਂ ਵੀ ਇਹ ਤੁਸੀਂ ਸਾਨੂੰ ਕੀਤਾ ਹੈਗਾ ਅਤੇ ਅਸੀਂ ਇਹਨੂੰ ਅੱਗੇ ਸਪਾਂਸਰਸ਼ਿਪ ਲਈ ਅਸੀਂ ਕਰ ਸਕੀਏ। ਸੋ ਇਹ ਸਾਰਾ ਪੂਰਾ ਪ੍ਰੋਜੈਕਟ ਹੈਗਾ ਜਿਹੜਾ ਬੜੂ ਸਾਹਿਬ ਦਾ ਇਸ ਟਾਈਮ 'ਤੇ ਸਟੂਡੈਂਟ ਸਪਾਂਸਰਸ਼ਿਪ ਦਾ ਚੱਲ ਰਿਹਾ ਹੈਗਾ। ਅਗਰ ਤੁਹਾਨੂੰ ਕੋਈ ਵੀ ਇਨਕੁਆਇਰੀ ਕਰਨੀ ਹੈ ਜਾਂ ਕੁਛ ਅਗਰ ਤੁਹਾਨੂੰ ਕੋਈ ਸੁਜੈਸ਼ਨ ਦੇਣੀ ਹੈ ਆਪ ਜੀ ਪਲੀਜ਼ ਸਾਨੂੰ ਦੱਸੋ, ਸਾਨੂੰ ਅਸੀਂ ਇੱਥੇ ਹੀ ਹੈਗੇ ਹਾਂ, ਅਸੀਂ ਸਾਰਾ ਤੁਹਾਨੂੰ ਦੱਸਾਂਗੇ ਕਿਸ ਤਰ੍ਹਾਂ ਅਸੀਂ ਸਾਰਾ ਕਰਦੇ ਹੈਗੇ ਹਾਂ। ਜਾਂ ਤੁਹਾਨੂੰ ਕੋਈ ਵੀ ਕੁਐਸਚਨਸ ਹੈਗੇ ਤੁਸੀਂ ਸਾਨੂੰ ਆ ਕੇ ਅਤੇ ਤੁਸੀਂ ਦੱਸੋ ਸਾਨੂੰ। ਅਤੇ ਨਾਲ ਹੀ ਨਾਲ ਹੁਣ ਤੁਹਾਨੂੰ ਮੈਂ ਇੱਕ ਬੱਚਾ ਜਿਹੜਾ ਹੈਗਾ ਜਿਹੜਾ ਇਸ ਸਕੀਮ ਦੇ ਅੰਦਰ ਪੜ੍ਹ ਰਿਹਾ, ਉਸ ਸਕੀਮ ਦੇ ਅੰਦਰ ਜੇ ਪੜ੍ਹਦੇ ਇੱਕ ਬੱਚੇ ਦੀ ਤੁਹਾਨੂੰ ਮੈਂ ਅਸੀਂ ਵੀਡੀਓ ਤੁਹਾਨੂੰ ਨਾਲ ਸ਼ੇਅਰ ਕਰਾਂਗੇ। ਇੱਕ ਛੋਟੀ ਜਿਹੀ ਡਾਕੂਮੈਂਟਰੀ ਅਸੀਂ ਬਣਾਈ ਹੈ ਕਿ ਕਿਸ ਤਰ੍ਹਾਂ ਉਹ ਪਿੰਡ ਦੇ ਅੰਦਰ ਉਹ ਬੱਚਾ ਪੜ੍ਹ ਰਿਹਾ ਅਤੇ ਉਹਦੇ ਫੈਮਿਲੀ ਦੇ ਉੱਪਰ ਕੀ ਇਫੈਕਟ ਪੈ ਰਿਹਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ ਇੱਕ ਮਿੰਟ ਪਲੀਜ਼ ਵੀਰ ਜੀ, ਡਾਕੂਮੈਂਟਰੀ ਚਲਾਉਣ ਤੋਂ ਪਹਿਲੇ ਇੱਕ ਬੇਨਤੀ ਕਰਾਂਗੀ ਕਿ ਆਪਾਂ ਜਿਵੇਂ ਸਾਰੇ ਮਿਲ ਕੇ ਬੱਚੇ ਸਪਾਂਸਰ ਕਰਦੇ ਹਾਂ, ਬਟ ਜਿਵੇਂ ਕਈ ਵਾਰੀ ਕੰਪਲੇਂਟ ਆਉਂਦੀ ਹੈ ਸੰਗਤ ਵਿੱਚੋਂ, ਗਿਲਾ ਸ਼ਿਕਵਾ ਆਉਂਦਾ ਹੈ ਕਿ ਅਸੀਂ ਬੱਚਾ ਸਪਾਂਸਰ ਕੀਤਾ ਸਾਨੂੰ ਈਮੇਲ ਨਹੀਂ ਆਈ ਹੈਗੀ ਅਤੇ ਅਸੀਂ ਹੁਣ ਜਿਹੜਾ ਹੈ ਕਿ ਅਸੀਂ ਇਸ ਸਾਲ ਡੋਨੇਸ਼ਨ ਨਹੀਂ ਦੇਣਾ ਹੈਗਾ। ਪਹਿਲੇ ਤਾਂ ਸਾਧ ਸੰਗਤ ਜੀ ਮੈਂ ਇਹ ਗੱਲ ਕਹਾਂਗੀ ਕਿ ਜਦੋਂ ਅਸੀਂ ਕੋਈ ਵੀ ਬੱਚਾ ਸਪਾਂਸਰ ਕਰਦੇ ਹਾਂ, ਜਦੋਂ ਵੈਸੇ ਹੀ ਬੱਚੇ ਦੀ ਇਨਫੋਰਮੇਸ਼ਨ ਸਾਨੂੰ ਆਉਂਦੀ ਹੈ, ਇਹ ਬੱਚੇ ਦੀ ਫੋਟੋ ਹੈਗੀ ਹੈ, ਇਹ ਬੱਚੇ ਦਾ ਪਰਿਵਾਰ ਹੈਗਾ, ਅਤੇ ਉਹ ਅਸੀਂ ਉਹਨੂੰ ਇਸ ਤਰ੍ਹਾਂ ਦਿਲੋਂ ਸਪਾਂਸਰ ਕਰੀਏ ਕਿ ਉਹ ਮੇਰਾ ਬੱਚਾ ਹੈਗਾ। ਜੇ ਇਨ ਕੇਸ ਚਲੋ ਸੰਸਥਾ ਕੋਲੋਂ ਗਲਤੀ ਹੋਈ, ਈਮੇਲ ਨਹੀਂ ਗਈ, ਸਾਡੇ ਕੋਲੋਂ ਵੀ ਗਲਤੀ ਹੋ ਸਕਦੀ ਹੈ ਕਿ ਅਸੀਂ ਚੂਕ ਗਏ ਉਸ ਮੇਲ ਨੂੰ, ਕਿਉਂਕਿ ਇੰਨੀਆਂ ਮੇਲਸ ਆਉਂਦੀਆਂ ਆਪਾਂ ਡਿਲੀਟ ਕਰਤੀ ਜਾਂ ਸਪੈਮ ਵਿੱਚ ਚਲੀ ਗਈ। ਅਸੀਂ ਵੀ ਥੋੜ੍ਹਾ ਜਿਹਾ ਇਨੀਸ਼ੀਏਟਿਵ ਲਈਏ ਕਿ ਅਸੀਂ ਕੰਨ ਫੜ ਕੇ, ਕਿਉਂਕਿ ਕੋਈ ਵੀ ਆਰਗੇਨਾਈਜੇਸ਼ਨ ਨੇ ਕੰਮ ਤੇ ਫਰਿਸ਼ਤੇ ਨਹੀਂ ਕਰ ਰਹੇ, ਇਨਸਾਨ ਕਰ ਰਹੇ ਉਹਦੇ ਵਿੱਚ। ਸੋ ਭੁੱਲ ਚੁੱਕ ਤੇ ਸਭ ਕੋਲੋਂ ਹੋ ਸਕਦੀ ਹੈ, ਸਿਰਫ ਭੁੱਲ ਚੁੱਕ ਤੇ ਪਰਮਾਤਮਾ ਕੋਲੋਂ ਨਹੀਂ ਹੁੰਦੀ, ਇਨਸਾਨਾਂ ਕੋਲੋਂ ਤੇ ਹੁੰਦੀ ਹੈ।
ਸੋ ਅਸੀਂ ਸਗੋਂ ਕੰਨ ਫੜ ਕੇ ਵੀ ਕਹਿ ਸਕਦੇ ਹਾਂ, ਅਸੀਂ ਡਾਂਟ ਕੇ ਵੀ ਕਹਿ ਸਕਦੇ ਹਾਂ, ਮੇਰੇ ਪੁੱਤ ਦਾ ਕੀ ਹਾਲ, ਤੁਸੀਂ ਕੋਈ ਰਿਪੋਰਟ ਨਹੀਂ ਭੇਜੀ, ਉਹਦੀ ਕੀ ਪੜ੍ਹਾਈ ਚੱਲ ਰਹੀ ਹੈ, ਉਹਦੀ ਕੋਈ ਪ੍ਰੋਗਰੈਸ ਰਿਪੋਰਟ ਭੇਜੋ, ਮੇਰੀ ਧੀ ਦਾ ਕੀ ਹਾਲ, ਮੇਰੇ ਬੱਚੇ ਦੀ ਪੜ੍ਹਾਈ ਦਾ ਕੀ ਹਾਲ। ਮਤਲਬ ਇਸ ਤਰ੍ਹਾਂ ਅਸੀਂ ਸਪਾਂਸਰ ਕਰੀਏ ਕਿ ਅਸੀਂ ਦਿਲ ਨਾਲ ਉਹ ਬੱਚੇ ਨੂੰ ਜੋੜ ਲਿਆ ਤੇ ਅਸੀਂ ਉਹਦੀ ਪੜ੍ਹਾਈ ਨੂੰ ਅਸੀਂ ਸਪਾਂਸਰ ਕੀਤਾ, ਅਸੀਂ ਉਹਨੂੰ ਪੜ੍ਹਾ ਰਹੇ ਹਾਂ। ਜਦੋਂ ਆਪਾਂ ਰੂਹ ਦੇ ਨਾਲ ਕੋਈ ਕੰਮ ਕਰੀਏ, ਇੱਕ ਹੁੰਦਾ ਕਿ ਡਾਕਟਰ ਵੀਰ ਜੀ ਦੇ ਮੂੰਹ ਨੂੰ ਅਸੀਂ ਆਏ, ਅਸੀਂ ਸੇਵਾ ਦੇਤੀ, ਬਟ ਸਾਧ ਸੰਗਤ ਜੀ ਅਸੀਂ ਪ੍ਰੋਜੈਕਟ ਦੇ ਨਾਲ ਜੁੜੀਏ, ਉਸ ਬੱਚੇ ਦੇ ਨਾਲ ਜੁੜੀਏ। ਤੇ ਕੋਈ ਵੀ ਅਗਰ ਤੁਹਾਨੂੰ ਈਮੇਲ ਨਹੀਂ ਆਈ, ਪਲੀਜ਼ ਤੁਸੀਂ ਸਾਨੂੰ ਦੱਸੋ। ਇੱਕ ਜਿਵੇਂ ਕਿ ਵੈਸੇ ਤੇ ਬੱਚਾ ਜਦੋਂ ਸਪਾਂਸਰ ਹੁੰਦਾ ਹੈ, ਇਨਫੋਰਮੇਸ਼ਨ ਦਿੱਲੀ ਆਫਿਸ ਵੀਰ ਜੀ ਦੀ ਟੀਮ ਨੂੰ ਜਾਂਦੀ ਹੈ ਤੇ ਰਾਈਟ ਵੇ ਈਮੇਲ ਜਾਂਦੀ ਹੈ, ਥੈਂਕ ਯੂ ਵਗੈਰਾ ਦੀ, ਬੱਚੇ ਦਾ ਕਿਹੜੀ ਅਕੈਡਮੀ 'ਚ ਪੜ੍ਹ ਰਿਹਾ ਹੈ, ਬੱਚੇ ਦੀ ਇਹ ਫੋਟੋ ਹੈਗੀ, ਬੱਚੇ ਦਾ ਇਹ ਪਰਿਵਾਰ ਬੈਕਗਰਾਊਂਡ ਹੈਗਾ। ਦੈਨ ਫਿਰ ਬੱਚੇ ਦੀ ਪ੍ਰੋਗਰੈਸ ਰਿਪੋਰਟ ਕੁਆਟਰਲੀ ਆਉਂਦੀਆਂ ਨੇ, ਬੱਚੇ ਦੇ ਬੜੇ ਪਿਆਰੇ ਥੈਂਕ ਯੂ ਨੋਟਸ ਆਉਂਦੇ ਨੇ, ਥੈਂਕ ਯੂ ਫॉर ਸਪਾਂਸਰਿੰਗ ਮੀ, ਕਿ ਮੈਨੂੰ ਤੁਸੀਂ ਐਜੂਕੇਸ਼ਨ ਦੇ ਰਹੇ ਹੈਗੇ ਹੋ। ਸੋ ਜੋ ਵੀ ਅਸੀਂ ਐਫਰਟ ਕਰ ਸਕਦੇ ਹਾਂ ਆਪਣੇ ਵੱਲੋਂ ਕਿ ਡੋਨਰ ਜੁੜਿਆ ਰਵੇ ਤਾਂ ਕਿ ਬੱਚੇ ਦੀ ਪੜ੍ਹਾਈ ਦਾ ਖਰਚਾ ਨਾ ਰੁਕੇ। ਕਿਉਂਕਿ ਜਿਵੇਂ ਅਸੀਂ ਅੱਜ ਡਾਕਟਰ ਵੀਰ ਜੀ ਤੇ ਅਸੀਂ ਡਿਸਕਸ਼ਨ ਕਰ ਰਹੇ ਸੀ ਕਿ ਇੰਨੀਆਂ ਡਿਫਰੈਂਟ ਲਾਈਕ ਚੈਲੰਜਸ ਆਉਂਦੇ ਨੇ ਕਿ 8-8 ਮਹੀਨੇ ਬੱਚਿਆਂ ਦੀ ਫੀਸ ਨਹੀਂ ਆਉਂਦੀ, ਕਿਉਂਕਿ ਪਿੰਡਾਂ ਦੇ ਵਿੱਚ ਸਕੂਲ ਨੇ ਤੇ ਪਿੰਡਾਂ ਦੇ ਵਿੱਚ ਸਾਰੇ ਖੇਤੀਬਾੜੀ ਕਰਦੇ ਨੇ ਤੇ ਕਦੀ ਬਰਸਾਤ ਆ ਗਈ, ਇੰਨਾ ਮੀਂਹ ਪੈ ਗਿਆ, ਝੋਨਾ ਸਾਰਾ ਉਹ ਖਰਾਬ ਹੋ ਗਈ ਫਸਲ, ਤੇ ਵਿਚਾਰਿਆਂ ਨੇ ਕਰਜ਼ਾ ਚੱਕ ਕੇ ਤੇ ਫਸਲ ਕੀਤੀ, ਫਿਰ ਚਲੋ ਕਮਾਈ ਆਏਗੀ, ਆਪਾਂ ਬੱਚੇ ਦੀ ਫੀਸ ਦੇ ਦਾਂਗੇ, ਤੇ ਜਾਂ ਫਿਰ ਇੰਨਾ ਸੁੱਕਾ ਪੈ ਗਿਆ ਤਾਂ ਫਸਲ ਮਰ ਗਈ। ਸੋ ਕੁਦਰਤ ਦੇ ਇਹੋ ਜਿਹੇ ਹਾਲਾਤ ਇੰਨੇ ਹੋ ਜਾਂਦੇ ਨੇ, ਕਹਿੰਦੇ ਨਾ ਰੱਬ ਮਰਿਆਂ ਨੂੰ ਹੋਰ ਮਾਰੀ ਜਾਂਦਾ ਹੈ। ਸੋ ਉਹ ਵਿਚਾਰੇ ਸੋਚਦੇ ਨੇ ਚਲੋ ਇਸ ਸਾਲ ਕਮਾ ਲਾਂਗੇ ਫਿਰ ਬੱਚਿਆਂ, ਬਟ 8-8 ਮਹੀਨੇ ਜਦੋਂ ਫੀਸ ਨਹੀਂ ਆਉਂਦੀ, ਸੰਸਥਾ ਬੱਚੇ ਤੇ ਬਾਹਰ ਨਹੀਂ ਕੱਢ ਸਕਦੀ। ਸੋ ਸੰਸਥਾ ਤੇ ਆਪਣਾ ਜਿੰਨਾ ਜ਼ੋਰ ਲਗਾ ਕੇ ਜੇ ਜ਼ਿੰਮੇਵਾਰੀ ਚੱਕੀ ਹੈ, ਜੇ ਵਾਅਦਾ ਕੀਤਾ ਤੇ ਆਪਾਂ ਨਿਭਾਉਣਾ ਹੋਵੇ, ਹੈ ਨਾ। ਬਟ ਇਹ ਸੰਸਥਾ ਇਕੱਲੀ ਦੀ ਰਿਸਪੌਂਸਿਬਿਲਿਟੀ ਨਹੀਂ, ਸਾਡੀ ਸਾਰਿਆਂ ਦੀ, ਕਿਉਂਕਿ ਇੱਥੇ ਗੱਲ ਆ ਜਾਂਦੀ ਹੈ ਕਿ ਸਾਡੇ ਸਾਰਿਆਂ ਦੀ ਸੰਸਥਾ ਵੇ, ਇਹ ਸਾਰਿਆਂ ਦੇ ਬੱਚੇ ਨੇ। ਜਿਵੇਂ ਕਲਗੀਆਂ ਵਾਲੇ ਪਾਤਸ਼ਾਹ ਜੀ ਤੇ ਇਹੀ ਸਿਖਾ ਕੇ ਗਏ ਨਾ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। 4 ਲਾਲ ਉਹਨਾਂ ਨੇ ਵਾਰਤੇ, ਕਿਹਦੇ ਪਿੱਛੇ ਵਾਰਤੇ? ਉਹਨਾਂ ਨੇ ਸਾਨੂੰ ਗਿਵਿੰਗ ਸਿਖਾਇਆ ਹੈਗਾ ਵੇ, ਰਾਈਟ, ਤੇ ਸੋ ਤਿਆਗ ਸਿਖਾਇਆ ਹੈਗਾ ਵੇ, ਹੈ ਨਾ। ਤੇ ਸਾਧ ਸੰਗਤ ਜੀ ਅਸੀਂ ਉਹਨੂੰ ਆਪਣੇ ਜੀਵਨ ਦੇ ਵਿੱਚ ਜ਼ਰੂਰ ਇੰਪਲੀਮੈਂਟ ਕਰੀਏ। ਸੋ ਜੀ ਪਲੀਜ਼। ਈਵਨ ਮੈਂ ਤੁਹਾਨੂੰ ਇੱਕ ਚੀਜ਼ ਹੋਰ ਪੈਂਜੀ ਰਹਿ ਗਈ ਸੀਗੀ ਕਿ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਜਿਹੜੀ ਸੰਸਥਾ ਦੇ ਉੱਪਰ ਜਿਹੜੀ ਸਾਰੀ ਚੀਜ਼ਾਂ ਹੁੰਦੀਆਂ ਨੇ, ਜਿੰਨੇ ਵੀ ਇਹ ਬੱਚੇ ਪੜ੍ਹਾਏ ਜਾਂਦੇ ਨੇ ਸਕੀਮ ਦੇ ਅੰਦਰ ਵੀ ਅਸੀਂ ਵੇਟ ਨਹੀਂ ਕਰਦੇ ਹੈਗੇ ਕਿ ਸਪਾਂਸਰ ਉਹਨੂੰ ਆ ਕੇ ਤੇ ਫਿਰ ਸਪਾਂਸਰ ਕਰ ਸਕਣ। ਅਸੀਂ ਉਹਨਾਂ ਨੂੰ ਐਡਮਿਸ਼ਨ ਦਿਲਾ ਦਿੰਦੇ ਹੈਗੇ ਹਾਂ, ਉਸ ਤੋਂ ਬਾਅਦ ਅਸੀਂ ਉਹਨਾਂ ਦੀ ਜਿਹੜੀ ਹੈਗੇ ਸਪਾਂਸਰਸ ਲੱਭਦੇ ਹਾਂ। ਈਵਨ ਕਿ ਤੁਸੀਂ ਦੇਖੋਗੇ ਸਾਨੂੰ ਵੀ ਨਹੀਂ ਪਤਾ ਕਿ ਸਪਾਂਸਰ ਕਦੋਂ ਆਏਗਾ ਕਦੋਂ ਨਹੀਂ ਆਏਗਾ, ਬਿਕੋਜ਼ ਉਹਦਾ ਸੈਸ਼ਨ ਸ਼ੁਰੂ ਹੋ ਗਿਆ ਮਾਰਚ ਦੇ ਅੰਦਰ, ਉਸ ਤੋਂ ਬਾਅਦ ਅਸੀਂ ਅਗਰ ਇਨ ਬਿਟਵੀਨ ਅਸੀਂ ਕਿਸੇ ਬੱਚੇ ਨੂੰ ਨਹੀਂ ਲੈ ਸਕਦੇ। ਤੇ ਇਸ ਕਰਕੇ ਬੱਚੇ ਸਾਰੇ ਹੈਗੇ ਜਿਹੜੇ ਅਸੀਂ ਸਪਾਂਸਰ ਉਹਨਾਂ ਨੂੰ ਪਹਿਲਾਂ ਐਡਮਿਸ਼ਨ ਦੇ ਦਿੰਦੇ ਹਾਂ, ਔਰ ਉਸ ਤੋਂ ਬਾਅਦ ਫਿਰ ਅਸੀਂ ਉਹਨਾਂ ਨੂੰ ਜਿਹੜਾ ਹੈਗਾ ਸਪਾਂਸਰਸ਼ਿਪ ਦੇ ਲਈ ਅਸੀਂ ਆਪਣੀ ਵੈਬਸਾਈਟਸ ਦੇ ਉੱਪਰ ਅਸੀਂ ਉਹਨੂੰ ਪਾਉਂਦੇ ਹਾਂ, ਸੋ ਦੈਟ ਕਿ ਹਾਂ ਵੀ ਜਿਹੜੇ ਡੋਨਰਸ ਹੈਗੇ ਆ ਉਹਨਾਂ ਨੂੰ ਸਪਾਂਸਰ ਉਹਨਾਂ ਨੂੰ ਬੱਚਿਆਂ ਨੂੰ ਕਰ ਸਕਣ। ਤੇ ਇੱਕ ਹੋਰ ਥੈਂਕ ਯੂ ਵੀਰ ਜੀ, ਥੈਂਕ ਯੂ, ਤੁਹਾਡੀ ਸੇਵਾ ਸਿਰ ਮੱਥੇ, ਥੈਂਕ ਯੂ। ਵੀਡੀਓ ਵਿੱਚ ਪੰਜਾਬ ਦੇ ਪਿੰਡਾਂ ਦੇ ਵਿੱਚ ਜਦੋਂ ਜਾਈਦਾ ਹੈ ਤੇ ਉੱਥੇ ਦੇਖਣ ਨੂੰ ਮਿਲਦਾ ਹੈ ਸਾਡਾ ਵਿਰਸਾ, ਉੱਥੇ ਦੇਖਣ ਨੂੰ ਮਿਲਦੀ ਹੈ ਪੰਜਾਬੀਅਤ। ਪਰ ਅਫਸੋਸ ਦੀ ਗੱਲ ਇਹ ਹੈ ਕਿ ਨਾਲ ਦੇ ਨਾਲ ਸਾਨੂੰ ਉੱਥੇ ਦੇਖਣ ਨੂੰ ਮਿਲਦੀ ਹੈ ਗਰੀਬੀ। ਜੇ ਚੰਗੇ ਤਰੀਕੇ ਦੇ ਨਾਲ ਝਾਤ ਪਾਈਏ ਤਾਂ ਸਾਨੂੰ ਪਤਾ ਲੱਗੇਗਾ ਕਿ ਅੱਜ ਵੀ ਕਈ ਸਾਰੇ ਪਰਿਵਾਰ ਨੇ ਜੋ ਕਿ ਗਰੀਬੀ ਰੇਖਾ ਦੇ ਹੇਠ ਰਹਿ ਰਹੇ ਹਨ। ਆਓ ਅਸੀਂ ਇਦਾਂ ਦੇ ਇੱਕ ਪਰਿਵਾਰ ਦੇ ਨਾਲ ਮਿਲੀਏ ਜਿਨ੍ਹਾਂ ਦਾ ਬੱਚਾ ਸਾਹਿਬਪ੍ਰੀਤ ਸਿੰਘ ਅਕਾਲ ਅਕੈਡਮੀ ਬਹਿਕ ਫੱਤੂ ਦਾ ਵਿਦਿਆਰਥੀ ਹੈ ਤੇ ਆਪਣੇ ਅਧਿਆਪਕਾਂ ਦੇ ਅਨੁਸਾਰ ਇੱਕ ਬਹੁਤ ਹੀ ਹੋਣਹਾਰ ਬੱਚਾ ਵੀ ਹੈ। ਆਓ ਅਸੀਂ ਇਸ ਦੇ ਪਰਿਵਾਰ ਦੇ ਨਾਲ ਜਾਣੂ ਹੁੰਦੇ ਹਾਂ ਔਰ ਇਸ ਦੀ ਲਾਈਫ ਦੇ ਬਾਰੇ ਜਾਣਕਾਰੀ ਲੈਂਦੇ ਹਾਂ। ਸਾਡੇ 4 ਬੇਟੀਆਂ ਸਰ, ਇੱਕ ਲੜਕਾ ਹੈ ਸਾਡਾ ਜੀ। ਮੈਂ ਮਿਹਨਤ ਮਜ਼ਦੂਰੀ ਕਰ ਰਹੇ ਹਾਂ ਜੀ, 300 ਰੁਪਇਆ ਸਿਰਫ ਦਿਹਾੜੀ ਲੈ ਰਹੀ, ਘਰ ਦਾ ਖਰਚਾ ਵੀ ਮੈਂ ਤੋਰ ਰਹੀ ਹਾਂ, 4 ਬੇਟੀਆਂ ਵੀ ਨਾਲ ਪੜ੍ਹਾ ਰਿਹਾ। ਬਹੁਤ ਔਖਾ ਹੋ ਰਿਹਾ ਕੰਮ ਜੀ, ਸਾਨੂੰ ਬਹੁਤ
ਵਧੀਆ ਕੰਮ ਲੱਗ ਰਿਹਾ ਜੀ ਕੈਡ ਕਾਲ ਅਕੈਡਮੀ ਵਿੱਚ, ਜੋ ਕਿ ਗੁਰਸਿੱਖੀ ਜੀਵਨ ਵਾਲਾ ਬਖਸ਼ਿਸ਼ ਕਰ ਰਿਹਾ ਹੈ ਤੇ ਅਸੀਂ ਕੈਡ ਅਕੈਡਮੀ ਦੇ ਵਿੱਚ ਪੜ੍ਹਾ ਰਹੇ ਹਾਂ ਸਰ ਜੀ। ਸਾਨੂੰ ਕੋਈ ਨਹੀਂ ਦਿੱਕਤ ਆ ਰਹੀ, ਵਧੀਆ ਸਾਡਾ ਬੱਚਾ ਪੜ੍ਹ ਰਿਹਾ ਜੀ। ਸਾਡੇ ਨਾਲ ਪੂਰਾ ਸਹਿਯੋਗ ਦਿਓ ਸਰ ਜੀ। ਸਾਡਾ ਮਨ ਬਹੁਤ ਖੁਸ਼ ਹੁੰਦਾ ਕਿ ਸਾਡਾ ਬੱਚਾ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਨਾਲ ਜੁੜਿਆ, ਕਿਉਂਕਿ ਸ਼ਬਦ ਪੜ੍ਹਦਾ ਸਾਨੂੰ ਬਹੁਤ ਚੰਗਾ ਲੱਗਦਾ ਵਾ ਤੇ ਬਹੁਤ ਮਨ ਖੁਸ਼ ਹੁੰਦਾ ਸਾਡਾ। वाहेगुरु जी का खालसा वाहेगुरु जी की फतेह। हम गुरु गोबिंद सिंह के बच्चे, उम्र में हैं अगर कच्चे, हमें ये पंथ प्यारा है, हमें गुरु ग्रंथ प्यारा है। ये दीवार बोलेगी हजारों बार बोलेगी, हमारी लाश बोलेगी। वाहेगुरु जी का खालसा वाहेगुरु जी की फतेह। We talk a lot about uplifting the status of the women in our society. ਅਸੀਂ ਇਹ ਵੀ ਗੱਲ ਕਰਦੇ ਹਾਂ ਕਿ ਸਿੱਖੀ ਦੀ ਸ਼ਾਨ ਵਧਾਉਣ ਨੂੰ ਅਸੀਂ ਆਪਣਾ ਯੋਗਦਾਨ ਪਾਈਏ। Now I met this family today, ਜਿਨ੍ਹਾਂ ਦੀ 4 ਧੀਆਂ ਨੇ, ਇੱਕ ਬੇਟਾ ਹੈ, ਗੁਰਸਿੱਖ ਪਰਿਵਾਰ ਹੈ। ਇਸ ਬੱਚੇ ਨੂੰ ਅਕਾਲ ਅਕੈਡਮੀ ਦੇ ਵਿੱਚ ਫ੍ਰੀ ਐਜੂਕੇਸ਼ਨ ਮਿਲ ਰਹੀ ਹੈ। Now coming back to the same topic, it is a perfect opportunity for you as well। ਤੇ ਅੱਜ ਅਗਰ ਇਹ ਬੱਚਾ ਗੁਰਸਿੱਖ ਪਰਿਵਾਰ ਦਾ ਇੱਕ ਗੁਰਸਿੱਖ ਬੱਚਾ ਅੱਛਾ ਪੜ੍ਹ ਲਿਖ ਕੇ ਕੋਈ ਅੱਛਾ ਮੁਕਾਮ ਹਾਸਿਲ ਕਰੇ ਤੇ ਸੋਚੋ, ਇੱਕ ਗੁਰਸਿੱਖ ਬੱਚਾ ਸਾਇੰਟਿਸਟ ਹੋਏਗਾ, ਇੱਕ ਗੁਰਸਿੱਖ ਬੱਚਾ ਡਾਕਟਰ ਹੋਏਗਾ, ਇੱਕ ਗੁਰਸਿੱਖ ਬੱਚਾ ਐਡਵੋਕੇਟ ਹੋ ਸਕਦਾ ਹੈ। ਬਟ ਦਿਸ ਵਿਲ ਓਨਲੀ ਬੀ ਪੋਸੀਬਲ ਅਗਰ ਤੁਸੀਂ ਆਪਣਾ ਯੋਗਦਾਨ ਪਾਓਗੇ। ਸਪਾਂਸਰਸ਼ਿਪ ਲਈ ਯੂ ਜਸਟ ਨੀਡ ਟੂ ਕੰਟੈਕਟ ਥਰੂ ਦ ਨੰਬਰਸ ਗਿਵਨ ਔਨ ਦ ਸਕਰੀਨ ਜਾਂ ਵੈਬਸਾਈਟ ਦੇ ਥਰੂ ਤੁਸੀਂ ਕੰਟੈਕਟ ਕਰ ਸਕਦੇ ਹੋ। ਇੱਕ ਗੱਲ ਨੂੰ ਹਮੇਸ਼ਾ ਯਾਦ ਰੱਖਣਾ, ਯੋਰ ਵਨ ਗੁੱਡ ਡੀਡ ਕੈਨ ਚੇਂਜ ਸਮਬਡੀਜ਼ ਲਾਈਫ। Sat Sangat ji, now I would like to call Manpreet Panji. So she's okay. Panji ਬਾਰੇ ਮੈਂ ਦੱਸਦੀ ਹਾਂ, ਤੁਹਾਨੂੰ ਦੱਸਣਾ ਚਾਹਾਂਗੀ। She is a senior vice president of Wells Fargo Bank, Philadelphia. So ਜਿਹੜੇ ਕਿ ਰੀਅਲ ਸਟੇਟ ਦੇ ਕੰਸਲਟੈਂਟ ਵੀ ਹੈਗੇ ਨੇ। ਸੋ ਇਹਨਾਂ ਦੇ ਅੰਡਰ ਜਿਹੜੀਆਂ ਕਿ ਸਾਰੀਆਂ 18 ਬ੍ਰਾਂਚਿਸ ਆਉਂਦੀਆਂ ਨੇ। ਸੋ ਸ਼ੀ ਇਜ਼ ਔਨ ਅ ਗੁੱਡ ਪੋਜੀਸ਼ਨ। ਤੇ ਕਿ ਪੈਂਜੀ ਨੂੰ ਮੈਨੂੰ ਯਾਦ ਹੈ ਕਿ ਟੀਵੀ ਤੇ ਪ੍ਰੋਗਰਾਮ ਦੇਖਿਆ। ਸੋ ਭੈਣ ਜੀ ਨੇ ਕਿਹਾ ਕਿ ਮੈਂ 2 ਬੱਚੇ ਸਪਾਂਸਰ ਕਰਨੇ ਨੇ ਤੇ ਇਹਨਾਂ ਨੂੰ ਭੇਜਿਆ ਕਿ 3 ਜਾਂ ਆਈ ਥਿੰਕ 4 ਬੱਚਿਆਂ ਦੀ ਇਨਫੋਰਮੇਸ਼ਨ ਈਮੇਲ ਦੇ ਥਰੂ ਭੇਜੀ ਕਿ ਤੁਸੀਂ 2 ਬੱਚੇ ਵਿੱਚੋਂ ਪਿਕ ਕਰ ਲਓ। ਸੋ ਸ਼ੀ ਸਟਾਰਟਡ ਲਾਈਕ ਕਹਿੰਦੇ ਕਿ ਮੇਰੇ ਵਾਸਤੇ ਬਹੁਤ ਹਾਰਡ ਹੈ ਕਿ ਮੈਂ ਲਾਈਕ 2 ਬੱਚੇ ਇਹ ਕੋਈ ਲਾਈਕ ਚੂਜ਼ ਕਰਾਂ ਤੇ 2 ਨਾ ਕਰਾਂ। ਤੇ ਇਹਨਾਂ ਨੇ ਚਾਰੋਂ ਦੇ ਚਾਰੋਂ ਬੱਚੇ ਸਪਾਂਸਰ ਕੀਤੇ ਤੇ ਈਮੇਲ ਜਸਪ੍ਰੀਤ ਜੀ ਨੂੰ ਗਈ। ਸੋ ਆਈ ਵਾਜ਼ ਸਰਪ੍ਰਾਈਜ਼ ਕਿ ਭਾਵਨਾ ਜਾਂ ਫੀਲਿੰਗ। ਤੇ ਸੋ ਭੈਣ ਜੀ ਫਿਰ ਇੰਡੀਆ ਗਏ। ਇੰਡੀਆ ਇਹਨਾਂ ਨੇ ਖੁਦ ਜਾ ਕੇ ਚੁਗਾਵਾਂ ਅਕੈਡਮੀ ਦੇ ਵਿੱਚ ਵਿਜ਼ਿਟ ਕੀਤਾ, ਉਹਨਾਂ ਬੱਚਿਆਂ ਨੂੰ ਮਿਲੇ, ਉਹਨਾਂ ਨਾਲ ਗੱਲਬਾਤ ਕੀਤੀ, ਫਿਰ ਉੱਥੋਂ ਆ ਕੇ ਪੂਰਾ ਆਪਣਾ ਐਕਸਪੀਰੀਅੰਸ ਸ਼ੇਅਰ ਕੀਤਾ। ਸੋ ਮੈਂ ਭੈਣ ਜੀ ਨੂੰ ਖੁਦ ਕਹਾਂਗੀ ਕਿ ਆਪ ਜੀ ਸੰਗਤ ਦੇ ਨਾਲ ਤੁਸੀਂ ਆਪਣੇ ਚੰਦ ਸ਼ਬਦਾਂ ਦੇ ਨਾਲ ਆਪਣਾ ਤੁਸੀਂ ਸ਼ੇਅਰ ਕਰੋ ਕਿ ਤੁਸੀਂ ਗਏ ਤੇ ਤੁਸੀਂ ਉੱਥੇ ਕਿਸ ਤਰ੍ਹਾਂ ਫੀਲ ਕੀਤਾ। Anji, thank you for having me. I am so honored to be part of this organization, and I'm actually very humbled that you've included me in this event. So I had known about Barusa, I had known about Babaji, I had known about, his mission, his goals, and little did I realize that one day when I would visit one of the schools, that I would actually fall in love with this organization, and I would work with so much passion and enthusiasm to support this organization. So I want to start off with how my spiritual journey began. So on one blistery cold morning in January of 2016, I visited Chogama, a village outside of the city of Amritsar. We were taken to the school and we were greeted by small school children with flowers and cards. And then we were taken to the school grounds. Thank you. And the kids performed Gatka very spectacularly in front of us. I was impressed and I was amazed beyond words. And I cannot really describe this surreal experience because words
do not do justice. Everyone should go and experience this. There is a video which you will see and you will feel it. But what did I see? What was so different? I saw these kids from faraway villages in clean white and navy blue uniforms, happy kids that were ready to take on this challenge and learn. The principal was a very soft-spoken, highly intelligent woman and was being assisted with a very professional staff. So this amazing experience left me with a great feeling. And I thought, oh my God, this is what Babaji's vision was. Babaji's vision has become a reality in 129 villages. Not only in Punjab, they're in Haryana, they're in UP, they're in Rajasthan, and Himachal, of course. So what did Babaji do to us? Amazing. And so what is this model? What has he achieved? This model, I would say, this education model is multidimensional. Not only are you taught the school academics, but there's a spiritual component to it. And what is that spiritual component? It is Path and Kirtan. And when a kid goes through that kind of education, that kind of training, what is the end result? A very strong, confident, and a positive individual. So I thought about it, and Aristotle has said, you know, education is an ornament during prosperity and a refuge during adversity. So education is an investment that has really lucrative dividends and pulls you out of poverty. You know, I'm also reminded of a saying that says, you give a fish to a man, you fed him for one day. You teach him to fish, you fed him for a lifetime. And that is what Babaji is doing. So this is great. So Babaji's model is very simple. And I truly believe education is the birthright of every child in this world. So Babaji has a model. And the model is educate, enshrine, and empower. So when a kid gets educated and enshrined through spiritual education, he is empowered to take on the challenges, the trials and tribulations of daily life. So let's look back. Babaji started one school with 5 kids in 1986. Where are we today? 129 schools with 70,000 kids. Our goal, 500 schools with 500,000 kids, but from rural village communities. So if we have come so far, we will go farther with the Sadh Sangat's help. And then I would urge each one of you to look into your hearts and give and spread the word of Babaji. Talk to your friends, talk to your family, friends of friends. You know, I'm also reminded of St. Francis of Assisi and his inspirational quote. He says, "It is in giving that we receive." So when you give, what do you receive? Spiritual wealth that is fulfilling, that is priceless, and it is way beyond description. So with that, I would say thank you all for coming from far and near, and thank you for giving me this opportunity to share my thoughts and views on this great noble cause. Vaheguru Ji Ka Khalsa, Vaheguru Ji Ki Fateh. ਵੈਰੀ ਵੈਲ ਸੈਡ ਮਨਪ੍ਰੀਤ ਜੀ। ਮੈਨੂੰ ਲੱਗਦਾ ਤੁਹਾਡਾ ਪਰਸਨਲ ਐਕਸਪੀਰੀਅੰਸ ਜਿਹੜਾ ਤੁਸੀਂ ਅੱਜ ਸਾਰਿਆਂ ਨਾਲ ਸ਼ੇਅਰ ਕੀਤਾ। ਵੀ ਹੈਵ ਅ ਵੀਡੀਓ, ਗੱਤਕਾ ਵੀਡੀਓ ਆਈ ਵੁੱਡ ਲਾਈਕ ਤੁਸੀਂ ਇੱਕ ਵਾਰੀ ਪਲੇ ਕਰ ਦਿਓ, ਉਹਦੇ ਬਾਅਦ ਫਿਰ ਆਪਾਂ ਅੱਗੇ ਦਾ ਕਾਰਜਕ੍ਰਮ ਜਾਰੀ ਰੱਖਦੇ ਹਾਂ।
ਗੱਤਕਾ ਸਿੱਖ ਮਾਰਸ਼ਲ ਆਰਟ ਜਿਹਨੂੰ ਅਸੀਂ ਜਾਣਦੇ ਹਾਂ ਕਿ ਉਹਦੀ ਵੀ ਸਿਖਲਾਈ ਜਿਹੜੀ ਹੈ ਇਸ ਸੰਸਥਾ ਵੱਲੋਂ ਉਹ ਜ਼ਰੂਰ ਕਰਾਈ ਜਾਂਦੀ ਹੈ ਤਾਂ ਕਿ ਮੀਰੀ ਪੀਰੀ ਦਾ ਸਿਧਾਂਤ ਹੈ ਉਹ ਵਾਂਝਾ ਨਾ ਰਹਿ ਜਾਏ, ਉਸ ਸਿਧਾਂਤ ਨੂੰ ਵੀ ਜ਼ਮੀਨੀ ਪੱਧਰ 'ਤੇ ਬੱਚਿਆਂ ਨੂੰ ਸਿਖਾਇਆ ਜਾ ਸਕੇ। ਇੱਥੇ ਮੁਕਤਾ ਭੈਣ ਜੀ ਆਏ ਸੀਗੇ, ਮੈਂ ਜਿਹੜੇ ਉਹਨਾਂ ਨਾਲ ਪਹਿਲੀ ਵਾਰ ਮੁਖਾਤਿਬ ਹੋ ਰਹੇ ਨੇ, ਮੈਂ ਥੋੜ੍ਹਾ ਜਿਹਾ ਉਹਨਾਂ ਨੂੰ ਤੁਹਾਡੇ ਲਈ ਤਾਰੂਫ ਕਰਾ ਦਾਂ। ਮੁਕਤਾ ਭੈਣ ਜੀ ਜਿਵੇਂ ਸਾਨੂੰ ਦੱਸ ਰਹੇ ਸੀਗੇ ਕਿ ਕਈ ਉਹਨਾਂ ਨੂੰ ਡੋਨਰਸ ਜਿਹੜੇ ਨੇ, ਜਿਹੜੇ ਕਿ ਸਪੋਂਸਰ ਕਰਦੇ ਨੇ ਸੰਗਤ ਦੇ ਵਿੱਚ, ਉਹਨਾਂ ਨੂੰ ਫੋਨ ਕਰਦੇ ਨੇ ਕਿ ਤੁਸੀਂ ਟਰਾਂਸਪੇਰੈਂਸੀ ਨਹੀਂ ਸਾਨੂੰ ਪਤਾ ਚੱਲੀ, ਈਮੇਲਸ ਨਹੀਂ ਆਈਆਂ, ਅਤੇ ਬਹੁਤ ਕੁਛ ਮੁਕਤਾ ਭੈਣ ਜੀ ਨੂੰ ਸੁਣਨਾ ਵੀ ਪੈਂਦਾ। ਲੇਕਿਨ ਉਸ ਤੋਂ ਪਰੇ ਹਟ ਕੇ ਮੈਂ ਚਾਹੁੰਦਾ ਕਿ ਮੈਂ ਤੁਹਾਨੂੰ ਜ਼ਰੂਰ ਦੱਸਣਾ ਚਾਹੁੰਦਾ, ਬਿਕੋਜ਼ ਮੈਂ ਵੀ ਪਹਿਲੀ ਵਾਰ ਜਦ ਮੁਖਾਤਿਬ ਹੋਇਆ ਅਤੇ ਇੱਕ ਅਜਿਹੀ ਸ਼ਖਸੀਅਤ ਨੇ ਹੈ ਜਿਨ੍ਹਾਂ ਨੇ ਸਿਰਫ ਇਸ ਸੰਸਥਾ ਦੇ ਨਾਲ ਜੁੜਨ ਤੋਂ ਇਲਾਵਾ ਆਪਣਾ ਸਾਰਾ ਕੰਮਕਾਜ ਛੱਡ ਕੇ ਵਲੰਟੀਅਰ ਵੀ ਕਰ ਰਹੇ ਨੇ। ਅਤੇ ਜਿਹੜੇ ਵਿਊਅਰਸ ਇਸ ਟਾਈਮ ਸਾਨੂੰ ਵੇਖ ਵੀ ਰਹੇ ਨੇ, ਮੈਂ ਉਹਨਾਂ ਨਾਲ ਵੀ ਇਹ ਜ਼ਰੂਰ ਸਾਂਝ ਪਾਉਣਾ ਚਾਹੁੰਦਾ ਔਰ ਇਹ ਦੱਸਣਾ ਚਾਹੁੰਦਾ ਕਿ ਮੁਕਤਾ ਭੈਣ ਜੀ ਦਾ ਜਿਹੜਾ ਨੰਬਰ ਇਸ ਟਾਈਮ TV ਸਕਰੀਨ ਦੇ ਉੱਤੇ ਚੱਲ ਰਿਹਾ ਹੈ, ਜੇਕਰ ਤੁਸੀਂ ਉਹਨਾਂ ਨਾਲ ਰਾਬਤਾ ਕਾਇਮ ਕਰ ਚੁੱਕੇ ਹੋ ਜਾਂ ਫਿਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਸ ਨੰਬਰ ਦੇ ਉੱਤੇ ਕਾਲ ਕਰਕੇ ਉਹਨਾਂ ਨੂੰ ਕਾਲ ਕਰ ਸਕਦੇ ਹੋ ਜਾਂ ਫਿਰ ਆਪਣਾ ਮੈਸੇਜ ਛੱਡ ਸਕਦੇ ਹੋ, ਬਾਅਦ 'ਚ ਤੁਹਾਨੂੰ ਕਾਲ ਕਰ ਲੈਣਗੇ ਇਸ ਪ੍ਰੋਗਰਾਮ ਤੋਂ ਬਾਅਦ। ਲੇਕਿਨ ਜੋ ਪਰਸਨਲ ਐਕਸਪੀਰੀਅੰਸ ਮੁਕਤਾ ਭੈਣ ਜੀ ਦਾ ਤੁਹਾਡੇ ਨਾਲ ਹੋਇਆ, ਡਾਕਟਰ ਸਾਹਿਬ ਨਾਲ ਹੋਇਆ, ਮਨਪ੍ਰੀਤ ਜੀ ਇੱਥੇ ਮੌਜੂਦ ਨੇ, ਉਹਨਾਂ ਨੇ ਐਕਸਪੀਰੀਅੰਸ ਦੱਸਿਆ ਕਿ ਕਿਸ ਤਰੀਕੇ ਨਾਲ ਉਹਨਾਂ ਨੇ ਉੱਥੇ ਜਾ ਕੇ ਇਹ ਚੀਜ਼ਾਂ ਮਹਿਸੂਸ ਕੀਤੀਆਂ ਔਰ ਤੁਸੀਂ ਮੇਰਾ ਕੰਮ ਆਸਾਨ ਕਰਤਾ, ਕਿਉਂਕਿ ਮੈਂ ਇਹਨਾਂ ਨਹੀਂ ਦੱਸ ਪਾਉਂਦਾ ਜਿਹੜਾ ਉਹਨਾਂ ਦਾ ਪਰਸਨਲ ਐਕਸਪੀਰੀਅੰਸ ਹੋਇਆ। ਥੈਂਕ ਯੂ ਵੈਰੀ ਮਚ ਫॉर ਮੇਕਿੰਗ ਮਾਈ ਵਰਕ ਈਜ਼ੀਅਰ ਮੁਕਤਾ ਭੈਣ ਜੀ। ਲੇਕਿਨ ਇੱਕ ਤਾਲੀ ਇਹਨਾਂ ਲਈ ਜ਼ਰੂਰ ਵੱਜਦੀ ਹੈ। ਮੈਂ ਚਾਹੁੰਦਾ ਕਿ ਇੱਕ ਜ਼ੋਰ ਨਾਲ ਤਾਲੀਆਂ ਤੁਸੀਂ ਇਹਨਾਂ ਲਈ ਜ਼ਰੂਰ ਵਜਾਓ ਕਿ ਆਪਣਾ ਕੰਮ ਕਾਜ ਛੱਡ ਕੇ ਇੱਕ ਸੇਵਾ ਦੇ ਲਈ ਅੱਗੇ ਆਏ ਨੇ ਔਰ ਸਾਰੀ ਕੰਪਲੇਂਟਸ ਵੀ ਔਰ ਸਾਡਾ ਪੂਰਾ ਕੰਮ ਵੀ USA ਦਾ ਇਹਨਾਂ ਦੇ ਉੱਤੇ ਰਹਿੰਦਾ ਹੈ, ਬਟ ਸ਼ੀ ਇਜ਼ ਡੂਇੰਗ ਅ ਵੈਰੀ ਵੰਡਰਫੁਲ ਜੌਬ। ਟਰਾਂਸਪੇਰੈਂਸੀ ਦੀ ਇੱਥੇ ਗੱਲ ਹੋਈ ਸੀਗੀ ਔਰ ਟਰਾਂਸਪੇਰੈਂਸੀ ਤਦ ਹੁੰਦੀ ਹੈ ਜਦ ਸਾਨੂੰ ਨਜ਼ਰ ਆਉਂਦਾ ਅਤੇ ਮੈਨੂੰ ਲੱਗਦਾ ਕਿ ਤੁਹਾਨੂੰ ਵੀ ਇੱਥੇ ਨਜ਼ਰ ਆਇਆ ਹੋਣਾ, ਤਾਂ ਹੀ ਸਾਡੇ ਵਰਗੇ ਅਦਾਰੇ ਜਿਹੜੀ ਮੀਡੀਆ ਸੰਸਥਾਵਾਂ ਹਨ ਉਹ ਅੱਗੇ ਆਉਂਦੀਆਂ ਹਨ। ਸਾਡੇ ਨਾਲ ਇੱਕ ਹੋਰ ਵੀ ਮੀਡੀਆ ਅਦਾਰਾ ਇੱਥੇ ਅੱਜ ਜੁੜਿਆ ਹੋਇਆ, ਮੈਂ ਉਹਨਾਂ ਦਾ ਵੀ ਧੰਨਵਾਦ ਕਰਨਾ ਚਾਹੁੰਦਾ। ਸੁਖਦੇਵ ਸਿੰਘ ਢਿੱਲੋਂ ਰੇਡੀਓ ਪੰਜਾਬ ਤੋਂ ਇੱਥੇ ਉਹਨਾਂ ਨੇ ਸ਼ਮੂਲੀਅਤ ਕੀਤੀ ਹੈ, ਵੈਨਕੂਵਰ ਤੋਂ ਇੱਥੇ ਆਏ ਨੇ ਅਤੇ ਉਹਨਾਂ ਦੀ ਪੂਰੀ ਟੀਮ ਇੱਥੇ ਮੌਜੂਦ ਹੈ। ਮੈਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਆ ਕੇ ਸ਼ਮੂਲੀਅਤ ਕੀਤੀ ਅਤੇ ਨਾਲ ਰੇਡੀਓ ਪੰਜਾਬ ਲੋਕਲ ਕੈਲੀਫੋਰਨੀਆ ਦਾ ਰੇਡੀਓ ਸਟੇਸ਼ਨ ਜਿੱਥੇ ਵੱਖ-ਵੱਖ ਅਜਿਹੀਆਂ ਸੰਸਥਾਵਾਂ ਨੂੰ ਸਾਹਮਣੇ ਲਿਆਇਆ ਜਾਂਦਾ। ਵੀ ਵੈਲਕਮ ਯੂ ਢਿੱਲੋਂ ਸਾਹਿਬ ਔਨ ਆਰ ਜਸਟ ਪੰਜਾਬੀ ਵਿਊਅਰਸ਼ਿਪ ਐਂਡ ਅੱਜ ਇਸ ਪ੍ਰੋਗਰਾਮ ਦੇ ਵਿੱਚ। ਅਤੇ ਨਾਲ ਕਈ ਹੋਰ ਸਾਰੇ ਇੱਥੇ ਜਿਹੜੀ ਸ਼ਖਸੀਅਤਾਂ ਉਹ ਮੌਜੂਦ ਹਨ ਜਿਨ੍ਹਾਂ ਨੇ ਬੱਚਿਆਂ ਨੂੰ ਸਪੋਂਸਰ ਵੀ ਕੀਤਾ ਔਰ ਜਦ ਸੇਵਾ ਦੀ ਗੱਲ ਆਉਂਦੀ ਹੈ ਤਾਂ ਸਾਹਮਣੇ ਵੀ ਆਏ। ਮੈਂ ਉਹਨਾਂ ਨਾਲ ਵੀ ਤੁਹਾਨੂੰ ਜ਼ਰੂਰ ਤਾਰੂਫ ਕਰਾ ਦਾਂ, ਸਾਡੇ ਵਿੱਚ ਉਹ ਵੀ ਮੌਜੂਦ ਨੇ। ਤਲਵਿੰਦਰ ਸਿੰਘ ਗਿੱਲ ਸਾਡੇ ਨਾਲ ਇੱਥੇ ਆਏ ਹੋਏ ਨੇ, ਉਹਨਾਂ ਦਾ ਅਸੀਂ ਜੀ ਆਇਆਂ ਨੂੰ ਕਰਦੇ ਹਾਂ, ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਸੰਸਥਾ ਦੇ ਨਾਲ ਜੁੜੇ ਔਰ ਆਪਣਾ ਕੀਮਤੀ ਸਮਾਂ ਅੱਜ ਕੱਢਿਆ। ਮਨਮੋਹਨ ਸਿੰਘ ਧਾਲੀਵਾਲ ਇੱਥੇ ਆਏ ਨੇ, ਮੈਂ ਚਾਹਾਂਗਾ ਕਿ ਤੁਸੀਂ ਇੱਕ ਵਾਰੀ ਖੜੇ ਹੋ ਜਾਓ ਅਗਰ ਤੁਸੀਂ ਇੱਥੇ ਮੁਖਾਤਿਬ ਹੋਤੇ। ਮਨਮੋਹਨ ਸਿੰਘ ਧਾਲੀਵਾਲ, ਇਹਨਾਂ ਦਾ ਆਪਣਾ ਟਰੱਕਿੰਗ ਕੰਪਨੀ ਦਾ ਬਿਜ਼ਨਸ ਹੈ ਅਤੇ ਹਮੇਸ਼ਾ ਇਹਨਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਔਰ ਬੱਚਿਆਂ ਨੂੰ ਸਪੋਂਸਰ ਕੀਤਾ। ਹਰਵਿੰਦਰ ਸਿੰਘ ਬੈਂਸ ਅਤੇ ਸੁਖਦੇਵ ਸਿੰਘ ਜੀ ਵੀ ਇੱਥੇ ਮੌਜੂਦ ਨੇ, ਸ਼ਾਇਦ ਇਹਨਾਂ ਲਈ ਵੀ ਤੁਸੀਂ ਇੱਕ ਵਾਰੀ ਜ਼ਰੂਰ ਹਿਊਜ ਰਾਊਂਡ ਆਫ ਅਪਲੌਜ਼ ਫॉर them ਆਲਸੋ। ਡਾਕਟਰ ਕਮਲਜੀਤ ਸਿੰਘ ਵਾਲੀਆ ਵੈਟਨਰੀ ਡਾਕਟਰ ਨੇ, ਉਹ ਵੀ ਇੱਥੇ ਪਹੁੰਚੇ ਹੋਏ ਨੇ, ਉਹਨਾਂ ਦਾ ਵੀ ਅਸੀਂ ਸਵਾਗਤ ਕਰਦੇ ਹਾਂ, ਜੀ ਆਇਆਂ ਨੂੰ ਕਰਦੇ ਹਾਂ। ਡਾਕਟਰ ਮੋਹਿੰਦਰ ਸਿੰਘ ਬੜਿਆਲ ਫੈਡਰਲ ਵੇ ਕਲੀਨਿਕ ਔਰ ਬਹੁਤ ਵੱਡੇ ਡੋਨਰ ਨੇ ਔਰ ਕਈ ਬੱਚਿਆਂ ਨੂੰ ਸਪੋਂਸਰ ਕਰ ਚੁੱਕੇ ਨੇ। ਗੁਰੂ ਸਾਹਿਬ ਤੁਹਾਡੀ ਕਮਾਈ ਨੂੰ ਹੋਰ ਵਧੀਆ ਅੱਗੇ ਲੈ ਕੇ ਜਾਣ, ਹੋਰ 4 ਗੁਣਾ ਤੁਹਾਡੀ ਕਮਾਈ ਹੋਏ ਔਰ ਕਮਾਈ ਹੋਏ। ਥੈਂਕ ਯੂ ਵੈਰੀ ਮਚ, ਤੁਸੀਂ ਵੀ ਆਪਣਾ ਕੀਮਤੀ ਸਮਾਂ ਕੱਢ ਕੇ ਇੱਥੇ ਆਏ। ਦਇਆਬੀਰ ਸਿੰਘ ਬਾਟ ਵੀ ਇੱਥੇ ਮੌਜੂਦ ਨੇ, ਜਿਨ੍ਹਾਂ ਨੂੰ ਪਿੰਟੂ ਦੇ ਨਾਂ ਤੋਂ ਪਹਿਚਾਣਿਆ ਜਾਂਦਾ, ਜਿਨ੍ਹਾਂ ਦਾ ਹੋਟਲ ਹੈ ਜਿੱਥੇ ਅੱਜ ਉਹਨਾਂ ਨੇ ਇਸ ਪ੍ਰੋਗਰਾਮ ਨੂੰ ਇਸ ਬਖੂਬੀ ਤਰੀਕੇ ਨਾਲ ਸਪੋਂਸਰ ਕੀਤਾ ਹੈ। ਹੀ ਇਜ਼ ਅਵੇਲੇਬਲ ਹੇਅਰ, ਆਈ ਵੁੱਡ ਲਾਈਕ ਟੂ ਥੈਂਕ ਹਿਮ ਵੈਰੀ ਮਚ। ਹਰਦਿਆਲ ਸਿੰਘ ਵਿਰਕ ਜੀ ਮੌਜੂਦ ਨੇ, ਜਿਨ੍ਹਾਂ ਨੇ ਕੱਲ੍ਹ ਪ੍ਰੋਗਰਾਮ ਔਰਗੇਨਾਈਜ਼ ਕੀਤਾ, ਯਾਨੀ ਕਿ ਸੰਡੇ ਕੱਲ੍ਹ ਪ੍ਰੋਗਰਾਮ ਔਰਗੇਨਾਈਜ਼ ਕਰਨ ਜਾ ਰਹੇ ਨੇ।
ਸਪੋਕਨ ਵਿਲੇਜ ਦੇ ਵਿੱਚ, ਤੇ ਮੈਂ ਉਹਨਾਂ ਨਾਲ ਵੀ ਸਵਾਗਤ ਕਰਦਾ, ਜੀ ਆਇਆਂ ਨੂੰ ਕਰਦਾ। ਤੇ ਕੱਲ ਅਸੀਂ ਜਸ ਪੰਜਾਬੀ ਦੇ ਵੀ ਦਰਸ਼ਕਾਂ ਨੂੰ ਜ਼ਰੂਰ ਦੱਸਣਾ ਚਾਹੁੰਦੇ ਕਿ ਜਿਹੜੇ ਉਸ ਏਰੀਆ ਦੇ ਆਲੇ ਦੁਆਲੇ ਰਹਿੰਦੇ ਨੇ ਤੇ ਉਹ ਕੱਲ ਮੁਖਾਤਿਬ ਹੋ ਸਕਦੇ ਨੇ, ਜਾ ਕੇ ਸ਼ਮੂਲੀਅਤ ਕਰ ਸਕਦੇ ਹੋ ਤੁਸੀਂ ਇਹਨਾਂ ਦੇ ਪ੍ਰੋਗਰਾਮ ਦੇ ਵਿੱਚ। ਹੇਠ ਲਿਖਾ ਜਿਹੜਾ ਨੰਬਰ ਚੱਲ ਰਿਹਾ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਰਾਬਤਾ ਕਾਇਮ ਕਰ ਸਕਦੇ ਹੋ। ਤੇ ਮਨਮੋਹਨ ਸਿੰਘ ਧਾਲੀਵਾਲ ਜੀ ਹੋ ਗਏ, ਬਾਕੀ ਜਿਨ੍ਹਾਂ ਦਾ ਨਾਂ ਰਹਿ ਗਿਆ ਮੈਂ ਮਾਫੀ ਚਾਹੁੰਦਾ, ਬਟ ਤੁਸੀਂ ਇੱਥੇ ਪਹੁੰਚੇ ਜ਼ਰੂਰ ਹੋ। ਤੇ ਸਾਡੇ ਵਿੱਚ ਸ਼ੁਰੂਆਤ ਦੇ ਵਿੱਚ ਡਾਕਟਰ ਵਿਰਕ ਜੀ ਨੇ ਗੱਲ ਕੀਤੀ ਸੀ ਕਿ ਅਜੇ ਕੇ ਕਸ਼ਪ ਜੋ ਕਿ ਡੈਨੀਜ਼ ਫਰੈਂਚਾਈਜ਼ੀ ਕੈਲੀਫੋਰਨੀਆ, ਹਵਾਈ ਐਂਡ ਵਾਸ਼ਿੰਗਟਨ ਦੇ ਐਂਟਰਪ੍ਰੇਨੋਰ ਨੇ, ਉਹ ਵੀ ਸਾਡੇ ਵਿੱਚ ਪਹੁੰਚੇ ਨੇ। ਵੀ ਆਲਸੋ ਵੈਲਕਮ ਹਿਮ ਔਨ ਦਿਸ ਪ੍ਰੋਗਰਾਮ ਟੂਡੇ। ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਇੱਥੇ ਪਹੁੰਚੇ। ਤੇ ਜਿਹੜੇ ਹੋਰ ਮਹਿਮਾਨ ਇੱਥੇ ਸਾਰੇ ਪਹੁੰਚੇ ਨੇ, ਜਸ ਪੰਜਾਬੀ ਦੀ ਤਰਫੋਂ ਵੀ ਔਰ ਕਲਗੀਧਰ ਟਰੱਸਟ ਦੀ ਤਰਫੋਂ ਵੀ ਤੁਹਾਨੂੰ ਜੀ ਆਇਆਂ ਨੂੰ ਕਰਦੇ ਹਾਂ। ਤੇ ਇੱਕ ਗੱਲ ਟਰਾਂਸਪੇਰੈਂਸੀ ਦੀ ਇੱਥੇ ਹੋ ਰਹੀ ਸੀਗੀ, ਔਰ ਗੱਲ ਇੱਥੇ ਹੋਈ ਸੀਗੀ ਕਿ ਕੀ ਆਪਾਂ ਵਿਸ਼ਵਾਸ ਕਰ ਲਈਏ ਵੱਖ-ਵੱਖ ਸੰਸਥਾਵਾਂ ਆ ਕੇ ਫੰਡ ਰੇਜ਼ਿੰਗ ਕਰਦੀ ਹੈ, ਅਸੀਂ ਡੋਨੇਟ ਕਰਦੇ ਹਾਂ, ਔਰ ਕਿੰਨੀ ਵਾਰ ਅਸੀਂ ਡੋਨੇਟ ਵੀ ਕੀਤਾ, ਲੇਕਿਨ ਟਰਾਂਸਪੇਰੈਂਸੀ ਕਿਵੇਂ ਦਿਖੇਗੀ ਉਹ ਮੈਨੂੰ ਲੱਗਦਾ ਕਿ ਇਸ ਸੰਸਥਾ ਦੇ ਵਿੱਚ ਤੁਹਾਨੂੰ ਵੇਖਣ ਨੂੰ ਮਿਲੀ ਹੋਵੇਗੀ। ਤਾਂ ਹੀ ਮੀਡੀਆ ਅਦਾਰੇ ਵੀ ਇੱਥੇ ਜੁੜੇ ਹੋਏ ਨੇ ਉਹਨਾਂ ਦੇ ਨਾਲ, ਉਹਨਾਂ ਨੂੰ ਸਪੋਰਟ ਕਰ ਰਹੇ ਨੇ। ਤਾਂ ਜ਼ਿੰਮੇਵਾਰੀ ਸਾਡੀ ਵੀ ਬਣ ਜਾਂਦੀ ਹੈ, ਇੱਕ ਅਦਾਰਾ ਹੋਣ ਦੇ ਨਾਲ ਨਾਲ ਜ਼ਿੰਮੇਵਾਰੀ ਮੈਨੂੰ ਲੱਗਦਾ ਹੈ ਨਿੱਜੀ ਤੌਰ 'ਤੇ ਤੁਹਾਡੀ ਵੀ ਬਣ ਜਾਂਦੀ ਹੈ। ਤੇ ਉਹ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਅਸੀਂ ਇਸ ਪੂਰੇ ਪ੍ਰੋਗਰਾਮ ਨੂੰ ਅੱਗੇ ਰੱਖ ਰਹੇ ਹਾਂ। ਡਾਕਟਰ ਬਦਿਆਲ ਇੱਥੇ ਮੌਜੂਦ ਨੇ ਜਿਨ੍ਹਾਂ ਨੂੰ ਤਾਰੂਫ ਕਰਾਉਣਗੇ ਡਾਕਟਰ ਵਿਰਕ। ਮੈਂ ਚਾਹੁੰਦਾ ਕਿ ਤੁਸੀਂ ਆਓ ਤੇ ਉਹਨਾਂ ਨੂੰ ਤਾਰੂਫ ਕਰਾਓ, ਔਰ ਉਹਨਾਂ ਦੀਆਂ ਉਪਲਬਧੀਆਂ ਔਰ ਕਿਸ ਤਰੀਕੇ ਨਾਲ ਉਹ ਜੁੜੇ ਇਸ ਸੰਸਥਾ ਦੇ ਨਾਲ, ਉਹ ਵੀ ਤੁਸੀਂ ਦਰਸ਼ਕਾਂ ਦੇ ਨਾਲ ਰੂਬਰੂ ਕਰੋ। ਸਤਿ ਸਿੰਘ ਜੀ, ਡਾਕਟਰ ਮਹਿੰਦਰ ਸਿੰਘ ਬੜਿਆਲ ਜੀ, ਆਪ ਜੀ ਜਾਣਦੇ ਹੋ ਬੜੇ ਨਾ ਨਰਮ ਦਿਲ ਤੇ ਸਾਫ਼ ਦਿਲ ਤੇ ਪਿਓਰ ਹਾਰਟਡ ਨੇ। ਉਹਨਾਂ ਦਾ ਮਤਲਬ ਮਾਨਵਤਾ ਦੀ ਸੇਵਾ ਕਰਨ ਨੂੰ ਦਿਲ ਕਰਦਾ ਹੀ ਰਹਿੰਦਾ ਸੀ। ਇੱਕ ਵਾਰੀ ਗਏ ਸੀ ਬੈਲਿੰਗਹੈਮ ਤੇ ਉੱਥੇ ਬਾਈ ਚਾਂਸ ਹੀ ਮਿਲ ਗਏ, ਤੇ ਉਹਨਾਂ ਨੂੰ ਬੱਚੇ ਸਪੌਂਸਰ ਕਰਨ ਬਾਰੇ ਕਿਹਾ ਜਾਂ ਬਿਲਡਿੰਗ ਬਾਰੇ ਕਿਹਾ, ਤੇ ਉਹਨੇ $10,000 ਉਦੋਂ ਦਿੱਤਾ। ਤੇ ਵੈਸੇ ਵੀ ਡੋਨੇਟ ਕਰਦੇ ਰਹਿੰਦੇ ਹੈ। ਤੇ ਵੈਸੇ ਕੌਮ ਦਾ ਨਾ ਇਹੋ ਜਿਹੇ ਸ਼ਖਸੀਅਤਾਂ ਜਿਹੜੀ ਕੌਮ ਦਾ ਮਾਣ ਹੁੰਦੀਆਂ, ਤੇ ਮੈਨੂੰ ਬੜੀ ਖੁਸ਼ੀ ਹੈ ਕਿ ਬੜੂ ਸਾਹਿਬ ਨਾਲ ਦਿਲੋਂ ਜੁੜੇ ਹੋਏ ਹੁਣ। ਤੇ ਮੈਂ ਉਹਨੂੰ ਬੇਨਤੀ ਕਰਦਾ ਕਿ ਆਪ ਜੀ ਇੱਥੇ ਆ ਕੇ ਚੰਦ ਸ਼ਬਦ ਕਹੋ ਸੰਗਤਾਂ ਨੂੰ। ਆਪ ਜੀ ਨੇ ਦੱਸਣਗੇ ਕਿ ਆਪ ਜੀ ਬਿਨਾਂ ਹਰਟ ਹੋਏ ਤੋਂ, ਬਿਨਾਂ ਆਪ ਦਾ ਨੁਕਸਾਨ ਕਰੇ ਤੋਂ, ਸੋ ਕਾਲਡ ਨੁਕਸਾਨ ਫਾਈਨੈਂਸ਼ਲੀ, ਆਪ ਕਿਵੇਂ ਬੱਚੇ ਸਪੌਂਸਰ ਕਰ ਸਕਦੇ। ਇਹਨਾਂ ਦੀ ਬੜੀ ਸਪੈਸ਼ਲੀ ਦਿਲੋਂ ਗੱਲਾਂ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤਾਂ ਇੱਕ ਨਵਾਣਾ ਜਿਹਾ ਸਪੀਕਰ ਹਾਂ, ਮੇਰੇ ਤੋਂ ਤਾਂ ਬੜੇ ਵਧੀਆ ਸਪੀਕਰ ਬੋਲ ਚੁੱਕੇ, ਪਰ ਜੋ ਕੁਛ ਮੈਂ ਕਹੂੰਗਾ ਆਪਣੇ ਦਿਲ ਤੋਂ ਕਹਿ ਰਿਹਾ ਕਿ ਮੈਂ ਇਸ ਇੰਸਟੀਟਿਊਸ਼ਨਸ ਆਈ ਬਲੀਵ ਇਟ very deeply this is doing good for us. So excuse me for I'll just say a little bit in English. Baru Sahib Kalgidhar Trust establishment is the realizing of vision by Sant Atar Singh Ji and Sant Teja Singh Ji. They both believed in the best education for our boys and girls. And they wanted both worldly education as well as spiritual education, because that makes you perfect. Without spiritual education, you're still incomplete. Sant Atar Singh Ji founded the first college at Mastona, 1906, for boys, and other college and school for the girls. He built 300 gurdwaras and baptized 14 lakh devotees to Sikh path, and that was back. It was more bringing back the what they call Chardi Kala of Panth, because that time in 1900, early 1900, Sikh religion was going, was taken over by a lot of other opponents. Sant Atar Singh Ji believed in the education of the community. He sent Sant Teja Singh for higher education, or the best education, to Cambridge, London,
and then from there he went to Harvard, USA, and he was a gold medalist, and he has a MA LLB in India. He built first Gurdwara at London in 1910, and the first Gurdwara in Canada in 1912. Since he was a lawyer, in 1913 he won the permanent resident rights for Indians in Canada. 1956 he revealed Tapopumi Baru Sahib, which is today this institution is established. Baba Akwal Singh and Dr. Khem Singh Gill both knew or believed him, followed him for a long time, and so they're the one who got together and started buying the land around that area where the Tapopumi was revealed. So they bought 400 acres that time, and that was by the blessing of Sant Teja Singh, and that was 1956. And they both well-educated. Baba Akwal Singh had a MSc Agriculture, so he was a Director of Agriculture. First he was established in Punjab, but then he got transferred to Himachal so he could complete the vision by Sant Teja Singh. And Dr. Khem Singh Gill, who has a PhD from California, I think it was Berkeley, and he joined him too. They were class fellow and masters. So they both worked hard, and in 1986, Sant Teja Singh established Kalgitar Trust. First school was started in 1986 with 5 students, and that shows how, now it's 1986 till now we have 129 schools and 2 universities which are creating the best of the students which compete for whole India. And that takes something, devotion, hard work, purity. We can't even run one shop here, one business. When you have 5,000 employees, how do you keep them happy? There are going to be some grunted employees, but he's devoted, and whoever sees him or listens about him and see what they have done, he kind of falls in love with this organization. This is from Bhai Gurdas Ji Kabit Soye. जैसे सत मंदिर कंचन के उसार दीने तैसा पुन सिख को एक शब्द सिखा. What that means, if you raise 100 golden temples or raised gold temples and you give that in charity somebody, and teaching one hymn of Gurbani to a Sikh, a Guru Sikh is equivalent. So the education is so important and nobody can take it away from you. And when we teach these kids, they will be like $5,000 to me, a $4,000 investment for life. So just from the interest of the 4,000, there will be more kids for every 12 years. I mean, how could you ask anything better for bought by your money? We teach our own kids. Why can't we help somebody else? And you can make that kid's life. Punjab, we have so much drug problem. It's because we have no good education. All the rural area schools are not very well staffed with the educated or teachers. So that's hurting us. But this education is creating the best doctors, best engineers, and best CEOs of the companies, and accountants, and the lawyers. So 5,000, most of us, we are doing very well here.
And I always look, what is $5,000? $5,000 per year comes about $45. Sorry, for $500. I'm paying $500 per year. It comes about $45 a month. And $45 for us, most of us, we are lucky. We're in one of the best country in the world, and it's nothing. If you drink what you call 1 cup of coffee a day, that's almost $5, and $5 can off what you call sponsor 3 kids. Where else you can buy which you can change the life of a person, and this is the best donation you can make. So I think we can do a lot better, and I please join me and let's help this organization, because this will be the only thing can save us in Punjab. Otherwise, Punjab is gone. I left Punjab 50 years ago. When I go back there, this is not the same Punjab. We used to have a rich farmer. We used to have happy families. Now we see druggy kids. They are laying on the street, which I never could imagine could happen to Punjab. And nobody is going to save us, nobody. And if we want to save, we got to educate our kids. They're the one who can change the government. Then they will have good aims. All those crooks, they're not going to do anything for Punjab. If we can save now, I think Punjab will be a beautiful state again, same Khushal Punjab, and we will all love to go back. And now we don't want to go back because we don't even see safe there, because it's all crooks. I'm sorry for using these words, but I don't know what else. Everybody else said better thing than me. This is coming from my heart. Please help this organization, and I really believe in that. And the base is so good. Sant Teja Singh, Sant Baba Atar Singh, and then we got Dr. Kim Singh Gill, who was a vice chancellor PAU. And by the way, I went to PAU too, so he came after. He was a head of the department for plant breeding or genetics in agriculture. And these people are really devotees. They have a very pure purpose, and they have given everything they had. Baba Iqbal Singh Ji, he belongs to a very good family, Jagirdar family. He gave all his land to the school, and all his earnings, the pension, he was a director of agriculture, and has every money is in the name of the trust, nothing on Baba Iqbal Singh Ji. How could that kind of devoted people, this organization could fail? No. People always talk negative. We are very easy for us to say negative. Then we don't have to pay anything. And there's some people just find the excuse to get out. So I say, please, I'm sorry, I might have hurt somebody's feeling, but please help us. Thank you very much. Vaheguru Ji Ka Khalsa, Vaheguru Ji Ki Fateh. ਥੈਂਕ ਯੂ ਵੈਰੀ ਮਚ ਡਾਕਟਰ ਬਦਿਆਲ। ਤੇ ਇਹ ਸੀਗੇ ਡਾਕਟਰ ਬਦਿਆਲ ਜੋ ਕਿ ਤੁਹਾਡੇ ਨਾਲ ਮੁਖਾਤਿਬ ਹੋਏ ਸੀਗੇ। ਇਹਨਾਂ ਨੇ ਕਿਹਾ ਕਿ ਕਾਫੀ ਜਿਹੜਾ ਤੁਹਾਡਾ ਡੇ ਬਣਾਉਂਦੀ ਹੈ, ਤੇ ਮੈਨੂੰ ਇੱਥੇ ਇੱਕ ਗੱਲ ਚੇਤੇ ਆਉਂਦੀ ਹੈ, ਕਾਫੀ ਕੈਨ ਮੇਕ ਯੂਰ ਡੇ, ਸਪੋਂਸਰਿੰਗ ਅ ਚਾਈਲਡ ਕੈਨ ਮੇਕ ਯੂਰ ਡੇ ਬਲੈਸਡ। ਅਗਰ ਉਹ ਇੱਕ ਤੁਹਾਡਾ ਦਿਨ ਬਣਾਉਂਦੀ ਹੈ ਤੇ correct. So they cannot sacrifice with the suit, but definitely they can sacrifice with the jewelry, I think. Yes. So that's why you can sponsor a $4,000 wala child pure saal da. So then they have to just go for a jewelry. But ਆਪਾਂ ਇਸ ਪ੍ਰੋਗਰਾਮ ਨੂੰ ਅੱਗੇ ਰੱਖਦੇ ਹੋਏ ਮੇਰੇ ਨਾਲ ਹੋਰ ਵੀ ਬੜੇ ਸਾਰੇ ਸਪੀਕਰਸ ਇੱਥੇ ਮੌਜੂਦ ਨੇ, ਤੇ ਮੈਂ ਚਾਹਾਂਗਾ ਕਿ ਤੁਸੀਂ ਆਪਣਾ ਸ਼ਾਰਟ ਐਂਡ ਕ੍ਰਿਸਪੀ ਗੱਲ ਨੂੰ ਰੱਖਿਓ, ਕਿਉਂਕਿ 9:15 ਤੱਕ ਅਸੀਂ ਇਹਨੂੰ 5-10 ਮਿੰਟ ਸਾਡੇ ਕੋਲ ਹੋਰ ਪਏ ਨੇ। ਆਪਾਂ ਲਾਈਵ ਇਸ ਪ੍ਰੋਗਰਾਮ ਨੂੰ ਕਰ ਰਹੇ ਹਾਂ, ਔਰ ਸਾਡੇ ਹੋਰ ਵੀ ਅੱਗੇ ਪ੍ਰੋਗਰਾਮ ਲਾਈਨ ਦੇ ਵਿੱਚ ਨੇ। ਜ਼ਿਆਦਾ ਸਮਾਂ ਨਾ ਲੈਂਦੇ ਹੋਏ ਮੈਂ ਹੁਣ ਦਲਵਿੰਦਰ ਸਿੰਘ ਗਿੱਲ ਜੀ ਹੋਰਾਂ ਨੂੰ ਸਟੇਜ ਦੇ ਉੱਤੇ ਬੁਲਾਉਣਾ ਚਾਹਾਂਗਾ। ਇਹ ਉਹ ਸ਼ਖਸੀਅਤ ਨੇ ਜਿਨ੍ਹਾਂ ਨੇ ਕਮਿਊਨਿਟੀ ਨੂੰ ਬਿਲਡ ਕਰਨ ਦੇ ਲਈ ਔਰ ਕਮਿਊਨਿਟੀ ਨੂੰ ਅੱਗੇ ਲਿਆਉਣ ਦੇ ਲਈ ਬਹੁਤ ਵੱਧ ਚੜ੍ਹ ਕੇ ਹਿੱਸਾ ਲਿੱਤਾ ਹੈ। ਅਤੇ ਹਿੰਦੀ ਦੇ ਵਿੱਚ ਕਹਾਵਤ ਹੈ, ਹਾਥੀ ਕੇ ਪੈਰ ਮੇਂ ਸਬਕਾ ਪੈਰ। ਸੋ ਹੀ ਇਜ਼ ਦੈਟ ਕਾਈਂਡ ਆਫ person and individual with us. Dalvinder Singh Gill ji, we welcome you. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਜਿਹੜੀ ਤਾਰੀਫ ਇਹਨਾਂ ਨੇ ਕੀਤੀ ਹੈ, ਮੈਂ ਉਹਦੇ ਲਾਇਕ ਤਾਂ ਨਹੀਂ ਹੈ, ਨਾ ਹੀ ਮੇਰੀ ਕੋਈ ਤਿਆਰੀ ਸੀ ਬਹੁਤਾ ਇੱਥੇ ਬੋਲਣ ਦੀ, ਪਰ ਮੈਨੂੰ ਹੁਕਮ ਹੋਇਆ। ਸੋ
42 ਸਾਲ 43 ਸਾਲ ਹੋ ਚੱਲੇ ਸਾਨੂੰ ਇੱਥੇ ਆਇਆਂ ਨੂੰ। ਜਦੋਂ ਆਏ ਸੀ ਪੰਜਾਬ ਹਰੇਕ ਚੀਜ਼ ਪਹਿਲੇ ਨੰਬਰ 'ਤੇ ਹੁੰਦਾ ਸੀ। ਜਿਹੜੀ ਹੁਣ ਉਹਦੀ ਸਿਚੁਏਸ਼ਨ ਹੈ ਉਹਨੂੰ ਦੇਖ ਕੇ ਸੁਣ ਕੇ ਪੁੱਬਾ ਮਾਰ ਕੇ ਰੋਣ ਨੂੰ ਜੀ ਕਰਦਾ। ਹਰੇਕ ਪੱਖੋਂ ਅਸੀਂ ਮਾਰੇ ਗਏ, ਮੋਸਟਲੀ ਕੁਝ ਸੈਂਟਰਲ ਗਵਰਨਮੈਂਟ ਕਰਕੇ, ਕੁਝ ਸਾਡੀ ਲੀਡਰਸ਼ਿਪ ਕਰਕੇ। ਸੋ ਜਿਵੇਂ ਵਡਾਲ ਸਾਹਿਬ ਨੇ ਦੱਸਿਆ ਵੀ ਉਹਨਾਂ ਨੇ ਤਾਂ ਸਾਡਾ ਕੁਝ ਨਹੀਂ ਕਰਨਾ ਹੈ। ਸੋ ਇਹ ਜਿਹੜੀ ਐਜੂਕੇਸ਼ਨ ਆ ਇਹੀ ਸਾਨੂੰ ਬਚਾ ਸਕਦੀ ਆ। ਸੋ ਜਿਹੜਾ ਚੈਰਿਟੀ ਵੱਲ ਦਾ ਕੰਮ ਆ ਜਿਹੜਾ ਉਹ ਸਾਨੂੰ 10 ਗੁਰੂਆਂ ਦੀ ਦੇਣ ਆ। ਸਾਨੂੰ ਦਸਵੰਧ ਕੱਢਣਾ ਉਹ ਸਿਖਾ ਕੇ ਗਏ ਆ। ਸੋ ਚੈਰਿਟੀ ਨੂੰ ਦੇਣ ਲਈ 2 ਹੀ ਚੀਜ਼ਾਂ ਹੋਣੀਆਂ ਚਾਹੀਦੀਆਂ। ਇੱਕ ਤਾਂ ਤੁਸੀਂ ਕਾਜ਼, ਇਹ ਕਾਜ਼ ਤੁਹਾਨੂੰ ਚੰਗਾ ਲੱਗਦਾ ਹੈ ਕਿ ਨਹੀਂ, ਇਹਦੇ ਨਾਲੋਂ ਹੋਰ ਕੋਈ ਚੰਗਾ ਕਾਜ਼ ਹੋ ਨਹੀਂ ਸਕਦਾ। ਦੂਜਾ ਹੁੰਦਾ ਵੀ ਇਹ ਕਾਜ਼ ਠੀਕ ਆ, ਇਹਦੇ 'ਚ ਅੱਗੇ ਹੇਰਾ ਫੇਰੀ ਜਾਂ ਕੋਈ ਉਹਦਾ ਕੀ ਹੈ ਉਹ ਹੁਣ ਤੁਹਾਨੂੰ ਇਹਨਾਂ ਨੇ ਸਾਰਾ ਕੁਝ ਵੀਡੀਓ ਦੇ ਥਰੂ, ਜੇ ਹੁਣ $500 ਆਪਾਂ ਦਿੰਦੇ ਆ, ਇਹਨਾਂ ਨੇ ਉਹ ਬੱਚੇ ਨੂੰ ਸਾਲ ਪੜ੍ਹਾਉਣਾ, ਉਹਦੇ 'ਚੋਂ ਕੀ ਖਾ ਲੈਣਗੇ ਅਤੇ ਮਤਲਬ ਗੁੰਜਾਇਸ਼ ਹੀ ਹੈ ਨਹੀਂ। ਅਤੇ ਜਿੱਥੇ ਹੁਣ ਬਾਬਾ ਜੀ ਲੱਗੇ ਆ ਇਹ ਜਿਹੇ ਧਰਮਾਤਮਾ ਬੰਦੇ, ਉੱਥੇ ਖਾਣ ਪੀਣ ਦਾ ਤਾਂ ਆਪਣੇ ਜਮਾ ਹੀ ਨਹੀਂ, ਕੋਈ ਡਾਊਟ ਹੀ ਨਹੀਂ ਰਹਿੰਦਾ ਹੈ। ਸੋ ਸਾਰੇ ਰਲ ਮਿਲ ਕੇ ਇਸ ਚੀਜ਼ ਨਾਲ ਜੁੜੋ ਜਿੰਨਾ ਵੀ ਹੋ ਸਕਦਾ ਕਿਸੇ ਤੋਂ। ਬਾਕੀ ਜਿਵੇਂ ਇੱਥੇ ਨੈਗੇਟਿਵ ਦੀ ਗੱਲ ਆਈ ਆ, ਚਲੋ ਹਾਲਾਤ ਚੇਂਜ ਹੋ ਜਾਂਦੇ ਆ। ਅੱਜ ਕਿਸੇ ਨੇ ਇੱਕ ਬੱਚੇ ਨੂੰ ਸਪੋਂਸਰ ਕੀਤਾ ਜਾਂ 2 ਨੂੰ ਕੀਤਾ, ਕੱਲ੍ਹ ਨੂੰ ਹਾਲਾਤ ਥੋੜ੍ਹੇ ਫਾਈਨੈਂਸ਼ੀਅਲੀ ਕਮਜ਼ੋਰ ਹੋ ਗਏ, ਬਜਾਏ ਇਹ ਕਹਿਣ ਦੇ ਵੀ ਮੇਰੀ ਹਾਲਤ ਚਲੋ ਐਤਕੀ ਮੈਂ ਨਹੀਂ ਦੇ ਸਕਦਾ ਹੈ, ਅਸੀਂ ਉਹਦਾ ਫਿਰ ਕੋਈ ਨੈਗੇਟਿਵ ਚੀਜ਼ ਲੱਭਦੇ ਹਾਂ ਟੂ ਗੈਟ ਆਊਟ ਆਫ ਇਟ। ਉਹ ਕਰਨ ਦੀ ਬਜਾਏ ਜੇ ਆਪਾਂ ਉਹਨਾਂ ਨਾਲ ਓਨੈਸਟਲੀ ਕਹਿ ਦਈਏ ਵੀ ਲਓ ਜੀ ਐਤਕੀ ਅਸੀਂ ਸਾਲ ਨਹੀਂ ਦੇਣਾ ਹੈ, ਅਗਲੇ ਸਾਲ ਅਸੀਂ ਬੱਚਿਆਂ ਦੀ ਫਿਰ ਕਰਾਂਗੇ, ਸੋ ਦੈਟ ਵਿਲ ਬੀ ਮਚ ਬੈਟਰ, ਤਾਂ ਕਿ ਦੂਜਿਆਂ ਨੂੰ ਕਿਸੇ ਨੂੰ ਹੋਰ ਕੋਈ ਕਿਸੇ ਤਰ੍ਹਾਂ ਦਾ ਸ਼ੱਕ ਜਾਂ ਨਾ ਹੋਵੇ। ਸੋ ਜਿੰਨਾ ਵੀ ਕਿਸੇ ਤੋਂ ਆਪਾਂ ਇੱਥੇ ਮੋਸਟਲੀ ਮੇਰਾ ਖਿਆਲ ਅੱਜ ਯੰਗ ਜਨਰੇਸ਼ਨ ਨੂੰ ਛੱਡ ਕੇ $8 ਜਾਂ $15 ਜੇਬ 'ਚ ਲੈ ਕੇ ਆਏ ਸੀ। ਸੋ ਅੱਜ ਅਸੀਂ ਸੋਹਣੀਆਂ ਕਾਰਾਂ, ਸੋਹਣੇ ਘਰਾਂ ਦੇ ਮਾਲਕ ਹਾਂ। ਪਿੰਟੂ ਸਾਹਿਬ ਦੇਖ ਲਓ, ਹੋਟਲ ਮੋਟਲ ਲਈ ਬੈਠੇ ਆ ਸੋਹਣੇ। ਇਹ ਗੁਰੂ ਦੀ ਕਿਰਪਾ ਨਾਲ ਹੀ ਆ। ਸੋ ਜੇ ਗੁਰੂ ਨੇ ਸਾਨੂੰ ਦਿੱਤਾ, ਜਿਹੜਾ ਸਾਨੂੰ ਉਹਨੇ ਬਾਹਰ ਭੇਜਿਆ, ਬਾਕੀ ਹੁਣ ਦੇਖੋ ਉੱਥੇ ਵਿਚਾਰੇ ਕਿੰਨੇ ਰੋਟੀ ਦਾ ਫਿਕਰ, ਪਾਣੀ ਦਾ ਫਿਕਰ, ਵੀ ਸ਼ਾਮ ਦੀ ਰੋਟੀ ਮਿਲਣੀ ਹੈ ਕਿ ਨਹੀਂ ਇਹ ਨਹੀਂ ਸੋਚ ਸਕਦੇ। ਉਹ ਬੱਚਿਆਂ ਦੀ ਪੜ੍ਹਾਈ ਦਾ ਉਹਨਾਂ ਨੇ ਵਿਚਾਰਿਆਂ ਨੇ ਕੀ ਸੋਚਣਾ। ਜਿਹੜਾ ਸਾਨੂੰ ਗੁਰੂ ਨੇ ਮਿਹਰ ਕਰਕੇ ਇੱਥੇ ਬਾਹਰ ਭੇਜਿਆ, ਉਹ ਸ਼ਾਇਦ ਇਸ ਲਈ ਭੇਜਿਆ ਤਾਂ ਕਿ ਅਸੀਂ ਉਹ ਹੈਲਪ ਕਰ ਸਕੀਏ ਉਹਨਾਂ ਦੀ। ਸੋ ਜਿੰਨਾ ਵੀ ਹੋ ਸਕਦਾ ਹਰੇਕ ਤੋਂ ਵੱਧ ਚੜ੍ਹ ਕੇ ਇਹਦੇ 'ਚ ਹਿੱਸਾ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਬਹੁਤ ਬਹੁਤ ਧੰਨਵਾਦ ਦਲਵਿੰਦਰ ਸਿੰਘ ਗਿੱਲ ਜੀ ਤੁਹਾਡਾ। ਤੁਸੀਂ ਆਪਣੇ ਪ੍ਰਤੀਕਰਮ ਸਾਂਝੇ ਕੀਤੇ ਸਾਡੇ ਵਿਊਅਰਸ ਨਾਲ ਅਤੇ ਇੱਥੇ ਬੈਠੇ ਮਹਿਮਾਨਾਂ ਦੇ ਨਾਲ। ਅਤੇ ਹੁਣ ਮੈਂ ਬੁਲਾਉਣਾ ਚਾਹਾਂਗਾ ਰੈੱਡ ਲਾਇਨ ਹੋਟਲ ਜਿੱਥੇ ਅਸੀਂ ਬੈਠੇ ਹਾਂ, ਔਰ ਇਸ ਪੂਰੇ ਪ੍ਰੋਗਰਾਮ ਨੂੰ ਜਿਸ ਤਰੀਕੇ ਨਾਲ ਤੁਸੀਂ ਪੂਰੀ ਮੈਨੇਜਮੈਂਟ ਦੇਖ ਰਹੇ ਹੋ, ਇੱਥੇ ਜਿਹੜੇ ਰਾਊਂਡ ਟੇਬਲ ਲੱਗੇ ਹੋਏ ਨੇ, ਈਵਨ ਤੱਕ ਕਿ ਕੇਟਰਿੰਗ ਦਾ ਜਿਹੜਾ ਜ਼ਿੰਮਾ ਆਪਣੇ ਕੰਧਿਆਂ ਦੇ ਉੱਤੇ ਇਹਨਾਂ ਨੇ ਲਿੱਤਾ, ਅਤੇ ਕਲਗੀਧਰ ਟਰੱਸਟ ਦੇ ਜਿੰਨੇ ਵੀ ਵੋਲੰਟੀਅਰਸ ਔਰ ਜਿੰਨੇ ਵੀ ਇੱਥੇ ਪਹੁੰਚੀ ਹੋਈਆਂ ਸ਼ਖਸੀਅਤਾਂ ਹਨ, ਉਹ ਦਇਆਵੀਰ ਸਿੰਘ ਬਾਠ ਯਾਨੀ ਕਿ ਪਿੰਟੂ ਜੀ ਦਾ ਧੰਨਵਾਦ ਕਰਦੀਆਂ ਨਹੀਂ ਭੁੱਲ ਰਹੀਆਂ। ਔਰ ਮੈਂ ਚਾਹੁੰਦਾ ਕਿ ਪਿੰਟੂ ਜੀ ਤੁਸੀਂ ਵੀ ਸਟੇਜ ਦੇ ਉੱਤੇ ਆ ਕੇ ਅੱਗੇ ਦਾ ਮਾਰਗਦਰਸ਼ਨ ਕਰੋ, ਔਰ ਜਿਹੜੀ ਅਚੀਵਮੈਂਟਸ ਅੱਗੇ ਕੀ ਕੀ ਹੋ ਸਕਦੀਆਂ। ਐਂਡ ਸਾਡੇ ਨਾਲ ਮਾਨਿਆ ਵੀ ਇੱਥੇ ਮੌਜੂਦ ਨੇ, ਜੋ ਕਿ ਬਖੂਬੀ ਕੇਟਰਿੰਗ ਡਿਪਾਰਟਮੈਂਟ ਨੂੰ ਔਰ ਇਸ ਬਿਜ਼ਨਸ ਨੂੰ, ਇਸ ਹੋਟਲ ਨੂੰ ਬਿਜ਼ਨਸ ਡਿਵੈਲਪਮੈਂਟਸ ਜਿਹੜੀਆਂ ਉਹ ਕਰਦੇ ਹਨ। ਅਤੇ ਮੈਂ ਚਾਹਾਂਗਾ ਕਿ ਮਾਨਿਆ ਤੁਸੀਂ ਆ ਕੇ ਆਪਣੇ ਪ੍ਰਤੀਕਰਮ ਇੱਥੇ ਜ਼ਰੂਰ ਦਿਓ, ਔਰ ਯੰਗ ਜਨਰੇਸ਼ਨ ਨੂੰ ਇੰਸਪਾਇਰ ਕਰਨ ਦੀ ਕੋਈ ਗੱਲ ਅਸੀਂ ਜ਼ਰੂਰ ਤੁਹਾਡੇ ਤੋਂ ਸੁਣਨਾ ਚਾਹਾਂਗੇ। ਆਈ ਵੁੱਡ ਲਾਈਕ ਟੂ ਵੈਲਕਮ ਮਾਨਿਆ ਔਨ ਸਟੇਜ ਪਲੀਜ਼। ਸਤਿ ਸ਼੍ਰੀ ਅਕਾਲ ਸਭ ਨੂੰ ਮੇਰੇ ਵੱਲੋਂ, ਐਂਡ ਸਤਿ ਸ਼੍ਰੀ ਅਕਾਲ ਫਰੋਮ ਰੈੱਡ ਲਾਇਨ family and everybody who's here. This is the first time I'm actually
talking in front of everybody, so I'm a little nervous. I'm full of anxiety right now. But having said that, I have to finish this, and I feel honored and blessed today that I've got this opportunity to speak in front of everybody today, and especially in front of the whole community, like the Punjabi community. It's an honor to be here. I would like to start from Pintu Paji, the owner of Red Lion. It's been, again, I would consider myself truly lucky, and that I crossed my path with Mr. Bhatt, and I got this opportunity to work very closely with him. He is truly an amazing person, an amazing human being who works towards the society, towards the community. He works very closely hand in hand, and he's pretty helpful. That's what I have to say about Pintu Paji. Okay, about Red Lion. This is an amazing, amazing institution and organization to work with. जिन्ने भी लोग, जिन्ने भी ऐथे साढ़े employees ने, they are amazing, amazing people. And what else do I have to say about Red Lion? I feel totally privileged. That's all I can say. This is. You have your comments on education in Punjab. How about? Education in Punjab. What do you think of that? Education in Punjab. I've done my education from there, so obviously I'm head over heels for everything that comes from there. Even if I'm in United States today, it's only because I think I'm very well rooted and my upbringing is from there, and I owe everything, every bit to that place. My education, my career started from there, so obviously, I mean, I'm totally involved for that place. What else? Thank you very much. Thank you very much, Manya. Please have a huge round of applause for Manya. एक बारी ताली बजा के ਅਸੀਂ ਧੰਨਵਾਦ ਕਰ ਦਈਏ ਮਾਨਿਆ ਜੀ ਦਾ, ਜਿਨ੍ਹਾਂ ਨੇ ਆਪਣੀ ਐਜੂਕੇਸ਼ਨ ਉਹਨਾਂ ਨੇ ਦੱਸੀ ਕਿ ਮੈਂ ਪੰਜਾਬ ਦੇ ਵਿੱਚ ਲਿੱਤੀ। ਤਾਂ ਇੱਥੇ ਮੈਨੂੰ ਲੱਗਦਾ ਕਿ ਵੱਖ-ਵੱਖ ਜਿਹੜੇ ਹੋਰ ਵੀ ਮਹਿਮਾਨ ਇੱਥੇ ਪਹੁੰਚੇ ਹੋਏ ਹਨ, ਉਹਨਾਂ ਨੇ ਵੀ ਆਪਣੀ ਐਜੂਕੇਸ਼ਨ ਪੰਜਾਬ ਦੇ ਵਿੱਚ ਲਿੱਤੀ ਹੋਏਗੀ। ਤਾਂ ਅੱਜ ਤੁਸੀਂ ਇੱਕ ਮੁਕਾਮ ਦੇ ਵਿੱਚ ਪਹੁੰਚੇ ਹੋ ਤੇ ਬਹੁਤ ਤੁਹਾਨੂੰ ਵੀ ਮਾਣ ਮਹਿਸੂਸ ਹੁੰਦਾ ਕਿ ਅਸੀਂ ਪੜ੍ਹ ਲਿਖ ਕੇ ਇਸ ਧਰਤੀ ਦੇ ਉੱਤੇ ਤੇ ਪਹੁੰਚ ਗਏ ਹਾਂ। ਲੇਕਿਨ ਉਹਨਾਂ ਦਾ ਕੀ ਜੋ ਪੜ੍ਹਨਾ ਲਿਖਣਾ ਚਾਹੁੰਦੇ ਹਨ, ਤੇ ਐਂਡ ਆਫ ਦ ਡੇ ਅਸੀਂ ਉਹੀ ਗੱਲ ਆਉਂਦੀ ਹੈ ਕਿ ਕਲਗੀਧਰ ਟਰਸਟ ਬੜੂ ਸਾਹਿਬ ਉਹ ਸੰਸਥਾ ਜੋ ਕਿ ਇਹਨਾਂ ਗੱਲਾਂ ਨੂੰ ਸੋਚ ਰਹੀ ਹੈ ਔਰ ਇਹਨਾਂ ਗੱਲਾਂ ਨੂੰ ਹੱਲਾਸ਼ੇਰੀ ਦੇ ਰਹੀ ਹੈ, ਔਰ ਲੋੜ ਹੈਗੀ ਹੈ ਇਹਨਾਂ ਗੱਲਾਂ ਨੂੰ ਹੱਲਾਸ਼ੇਰੀ ਦੇਣ ਦੀ, ਤਾਂ ਕਿ ਜ਼ਮੀਨੀ ਪੱਧਰ 'ਤੇ ਅਸੀਂ ਅਜਿਹੀਆਂ ਗੱਲਾਂ ਕਰ ਸਕੀਏ, ਤਾਂ ਕਿ ਇੱਕ ਵਿੱਦਿਆ ਵਿਚਾਰੀ ਦਾ ਪਰਉਪਕਾਰੀ ਜਿਵੇਂ ਜਸਪਾਲ ਵੀਰ ਜੀ ਨੇ ਸਾਨੂੰ ਦੱਸਿਆ ਸੀਗਾ, ਉਹਦਾ ਸੁਨੇਹਾ ਜਿਹੜਾ ਉਹ ਵਿਸ਼ਵ ਪੱਧਰ 'ਤੇ ਪਹੁੰਚ ਸਕੇ। ਭੈਣ ਜੀ, ਮੈਂ ਚਾਹਾਂਗਾ ਕਿ ਤੁਸੀਂ ਹੁਣ ਕਲੋਜ਼ਿੰਗ ਕਰੋ ਔਰ ਆਪਣੇ ਇੱਕ ਅਖੀਰਲਾ ਜਿਹੜਾ ਸੁਨੇਹਾ ਹੈਗਾ ਸਾਡੇ ਦਰਸ਼ਕਾਂ ਦੇ ਨਾਲ ਵੀ ਸਾਂਝੇ ਕਰੋ। ਤੇ ਮੈਂ ਦਰਸ਼ਕਾਂ ਨੂੰ ਵੀ ਦਰਖਾਸਤ ਕਰਨਾ ਚਾਹਾਂਗਾ ਕਿ ਜਿਹੜਾ ਨੰਬਰ ਇਸ ਟਾਈਮ ਟੀਵੀ ਸਕਰੀਨ ਦੇ ਉੱਤੇ ਚੱਲ ਰਿਹਾ, ਤੁਸੀਂ ਰਾਬਤਾ ਕਾਇਮ ਕਰ ਸਕਦੇ ਹੋ ਮੁਕਤਾ ਭੈਣ ਜੀ ਦੇ ਨਾਲ, ਜੋ ਕਿ ਹੁਣ ਤੁਹਾਡੇ ਨਾਲ ਮੁਖਾਤਿਬ ਹੋ ਰਹੇ ਨੇ। ਆਈ ਵੁੱਡ ਲਾਈਕ ਟੂ ਵੈਲਕਮ ਐਂਡ ਆਈ ਵੁੱਡ ਲਾਈਕ ਟੂ ਇੰਟਰੋਡਿਊਸ ਮੁਕਤਾ ਭੈਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਨੇ ਬਹੁਤ ਸੋਹਣਾ ਬੋਲਿਆ, ਤੇ ਵੈਸੇ ਰਹਿ ਤੇ ਕੁਛ ਵੀ ਨਹੀਂ ਗਿਆ ਕਿ ਬਸ 5 ਮਿੰਟ ਬਾਬਾ ਜੀ ਦਾ ਵੀਡੀਓ ਜਿਹੜਾ ਹੈਗਾ, ਬਾਬਾ ਜੀ ਦੀ ਅਪੀਲ ਹੈਗੀ ਹੈ ਸਿਐਟਲ ਦੀਆਂ ਸੰਗਤਾਂ ਵਾਸਤੇ, ਆਪਾਂ ਉਹ ਹੁਣੇ ਚਲਾਵਾਂਗੇ। ਬਟ ਮੈਂ ਤੇ ਬਸ ਆਪਣੀ ਲਾਈਫ ਵਿੱਚ ਇੰਨਾ ਸਿੱਖਿਆ, ਕਿਉਂਕਿ ਮੈਂ ਬੜੂ ਸਾਹਿਬ ਤੋਂ ਪੜ੍ਹ ਕੇ ਆਈ, ਮੇਰੇ ਵੀ ਘਰ ਦੇ ਇਹੋ ਜਿਹੇ ਹਾਲਾਤ ਸੀ, ਮੈਂ ਕਿਉਂ ਜੁੜੀ ਹਾਂ ਇਸ ਕੌਜ਼ ਦੇ ਨਾਲ। ਜਦੋਂ ਮੈਂ ਇੱਕ ਛੋਟਾ ਬੱਚਾ ਦੇਖਦੀ ਹਾਂ ਕਿ ਉਹ ਐਜੂਕੇਸ਼ਨ ਵਾਸਤੇ ਲਾਈਕ ਉਹਨੂੰ ਨਹੀਂ ਮਿਲ ਰਹੀ, ਉਹਦੀ ਮਾਂ ਵਿਧਵਾ ਹੈਗੀ ਏ, ਅਤੇ ਮੈਨੂੰ ਉਹ ਬੱਚੇ 'ਚ ਆਪਣਾ ਬੱਚਾ ਯਾਦ ਆਉਂਦਾ ਹੈਗਾ। ਉਸ ਲੇਡੀ ਵਿੱਚ ਮੈਨੂੰ ਉਹਦੀ ਅੱਖਾਂ ਦੀ ਉਦਾਸੀ ਵਿੱਚ ਮੈਨੂੰ ਆਪਣੀ ਮਾਂ ਦੀਆਂ ਅੱਖਾਂ ਦੇ ਵਿੱਚ ਜਿਹੜੀ ਮੈਂ ਉਦਾਸੀ ਬਚਪਨ ਤੋਂ ਦੇਖੀ ਆਪਣੀ ਮਾਂ ਦੀਆਂ, ਮੈਨੂੰ ਉਹ ਦਿਖਦੀ ਹੈ। ਸੋ ਇਸ ਸੰਸਥਾ ਨੇ ਸਾਨੂੰ ਪੜ੍ਹਾਇਆ, ਮੇਰੇ ਭਰਾ ਨੂੰ ਪੜ੍ਹਾਇਆ, ਮੇਰੇ ਛੋਟੇ ਭਰਾ ਨੂੰ ਪੜ੍ਹਾਇਆ, ਅਤੇ ਅੱਜ ਅਗਰ ਯੂਨਾਈਟਿਡ ਸਟੇਟ ਵਿੱਚ ਮੈਂ ਹੈਗੀ ਹਾਂ, ਜਿਵੇਂ ਹੁਣੇ ਉਹਨਾਂ ਕਾਮਿਆ ਜੀ ਲਾਈਕ ਉਹਨਾਂ ਨੇ ਕਿਹਾ ਕਿ ਮਾਨਿਆ ਹੈ ਨਾ ਕਿ ਮੈਂ ਪੜ੍ਹੇ ਲਿਖੇ ਸੀਗੇ ਅਤੇ ਯੂਨਾਈਟਿਡ ਸਟੇਟ 'ਚ ਪਹੁੰਚ ਗਏ, ਰਾਈਟ। ਸੋ ਇੱਥੇ ਗਰੋ ਕਰ ਜਾਣਗੇ ਹੈ ਨਾ। ਅਤੇ ਸਾਨੂੰ ਬਾਬਾ ਜੀ ਨੇ ਪੜ੍ਹਾਇਆ, ਅਤੇ ਅਗਰ ਅੱਜ ਯੂਨਾਈਟਿਡ ਸਟੇਟ ਵਿੱਚ ਇੰਨੀਆਂ ਸੰਗਤਾਂ ਵਿੱਚ ਜੇ ਅਸੀਂ ਵਿਚਰ ਰਹੇ ਹਾਂ, ਐਵਰੀ ਵੀਕਐਂਡ ਵੀ ਟਰੈਵਲ ਟੂ ਡਿਫਰੈਂਟ ਸਟੇਟ ਸਿਟੀਜ਼, ਅਤੇ ਬਿਜ਼ਨਸਿਸ ਵਿੱਚ ਵਿਚਰਦੇ ਹਾਂ, ਕੰਪਨੀਜ਼ ਵਿੱਚ ਅਸੀਂ ਜਾਂਦੇ ਹਾਂ ਫੋਰ ਦ ਡੋਨੇਸ਼ਨਸ। ਸੋ ਜਿੰਨਾ ਵੀ ਮਤਲਬ ਯੂਨਾਈਟਿਡ ਸਟੇਟ ਲੈਵਲ, ਕੈਨੇਡਾ ਦੇ ਵਿੱਚ, ਇੰਗਲੈਂਡ ਦੇ ਵਿੱਚ, ਜਸਟ ਬਿਕਾਜ਼ ਆਫ ਦਿਸ ਟਰਸਟ ਕਿ ਇਹਨਾਂ ਨੇ ਸਾਨੂੰ ਪੜ੍ਹਾਇਆ, ਲਾਈਕ ਮੇਰੀ ਮਦਰ ਦੀ ਸਪੋਰਟ ਮੇਰੀ ਮਦਰ ਨੂੰ ਸਪੋਰਟ ਕੀਤਾ। ਅਤੇ ਮੈਨੂੰ ਬਾਬਾ ਇਕਬਾਲ ਸਿੰਘ ਜੀ ਕੋਲੋਂ ਇੱਕ ਚੀਜ਼ ਬਸ ਸਿੱਖਣ ਨੂੰ ਮਿਲੀ
ਕਿ ਉਹ ਇੱਕ ਗੱਲ ਕਹਿੰਦੇ ਹੁੰਦੇ ਸੀ ਕਿ ਇੱਦਾਂ ਮੁੜ ਕੇ ਨਹੀਂ ਮਿਲਦੀਆਂ। ਸੋ ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਪਹਾੜ ਬਣੇ, ਪੰਛੀ ਬਣੇ, ਕੀੜੇ ਮਕੌੜੇ ਬਣੇ। ਕਿੰਨੀਆਂ ਜੂਨਾਂ ਤੋਂ ਬਾਅਦ ਇਹ ਮਨੁੱਖੀ ਦੇਹ ਮਿਲਦੀ ਹੈ, ਜਿਹਨੂੰ ਆਪਾਂ ਕਹਿੰਦੇ ਹਾਂ ਤੁਮਰੀ ਕਿਰਪਾ ਤੇ ਮਾਨੁਖ ਦੇ ਪਾਈ ਹੈ। ਤੇ ਸੋ ਇਹ ਦੇਹ ਨੂੰ ਸੰਭਾਲਣਾ ਵੇ। ਸਾਧ ਸੰਗਤ ਜੀ, ਆਪਣੇ ਵਾਸਤੇ ਤੇ ਸਾਰੇ ਹੀ ਜੀ ਜਾਂਦੇ ਹੈਗੇ ਨੇ। ਸੋ ਜਿਹੜਾ ਜੀਣਾ ਹੈਗਾ ਵੇ, ਅੱਲਾ यार खान योगी ने क्या सी, हिंदुस्तान में एक ही तीर्थ है यात्रा के लिए जहाँ बेटे कटाए बाप ने खुदा के लिए। उन्होंने गुरु गोबिंद सिंह जी वास्ते क्या सी कि पुत्रां नूं वारना बहुत औखा वे। पहले पालते हाँ, लाड़ लडाने हाँ, झूले चलाने हाँ, लोरियां सुनाने हाँ। एक माँ वास्ते वो 4 जिगर दे टुकड़े उन्होंने वारे। अल्लाह यार खान योगी ने भी किया, ना कहूँ तब की, ना कहूँ जब की, बात कहूँ अब की, अगर ना होते गुरु गोबिंद सिंह सुन्नत होती सबकी। आज हिंदुस्तान दे विच जे मंदिर विच टलियां वजदियां ने, वो गुरु गोबिंद सिंह जी दे कुर्बानियां दी देन ने। जे गुरु घर ने, जे मस्जिदां ने, वो साडे कलगियां वाले पातशाह जी दे परिवारां दे उन्होंने 6 शरीर वार दिते। सिर्फ ये सिखाया कि मेरा मुझ में किछ नहीं, जो किछ है सो तेरा, तेरा तुझको सौंप के क्या लागे मेरा, है ना। ते सो ਜਦੋਂ ਬਾਬਾ ਜੀ ਨੇ ਮੈਨੂੰ ਪੁੱਛਿਆ ਕਲੀਵਲੈਂਡ ਵਿੱਚ ਤੂੰ ਕਿੰਨੇ ਸਾਲ ਦੀ ਹੋ ਗਈ ਮੁਕਤਾ, ਉਦੋਂ ਮੈਂ 32 ਦੀ ਸੀ। ਮੈਂ ਕਿਹਾ ਬਾਬਾ 32 ਸਾਲ ਦੀ ਹੋ ਗਈ। ਇਹ 5-6 ਸਾਲ ਪਹਿਲੇ ਦੀ ਗੱਲ ਹੈ। ਤੇ ਮੈਨੂੰ ਬਾਬਾ ਜੀ ਕਹਿੰਦੇ ਪੁੱਤਰ ਇਹ ਮੁੜ ਕੇ ਦਿਆਂ ਨਹੀਂ ਮਿਲਦੀਆਂ, ਤੂੰ ਆਪਣੀ ਜਵਾਨੀ ਗੁਰੂ ਦੇ ਲੇਖੇ ਲਾ ਦੇ। ਸੋ ਉਹ ਚੀਜ਼ ਇੰਨੀ ਖੂਬੀ ਕਿ ਹੈ ਸ਼ੁਕਰ ਹੈ ਦਾਤਿਆ ਤੂੰ ਇਹ ਸੇਵਾ ਦਿੱਤੀ ਹੈ। ਜਦੋਂ ਮੈਨੂੰ ਫੋਟੋ ਆਂਦੀ ਹੈ ਕਿਸੇ ਬੱਚੇ ਦੀ ਕਿ ਇਹਦੀ ਮਾਤਾ ਪਿਓ ਮਰ ਗਿਆ, ਮਾਂ किसी नाल चली गई, दादा दादी बेचारे पाल रहे, बच्चे नूं आपां बड़ू साहब पढ़ाना है। मैं जसप्रीत वीर जी नूं फोटो भेजदी हाँ, मैं कहनी वीर जी यह बच्चा फटाफट लवो तुसी, क्योंकि कौन किस तरह कोई बच्चा छड़ सकता है, कितना सैल्फिश हो सकता है, कि ओदी मजबूरी सी की सी। सो इन्ने डिफरेंट हालात असी जदों खुद परिवारां च जसपाल वीर जी गए कि लेडीज़ डॉक्टर विरक वीर जी गए, लेडीज़ नूं जो देखिया एक घर दे विच सस विधवा बैठी है, ਉਹਦਾ ਵੱਡੀ ਨੂੰਹ ਵਿਧਵਾ ਬੈਠੀ ਹੈ, ਛੋਟੀ ਨੂੰਹ ਵਿਧਵਾ ਬੈਠੀ ਹੈ। ਤਿੰਨੋਂ ਘਰ ਦੇ ਆਦਮੀ ਜਿਹੜੇ ਨੇ ਸੁਸਾਈਡ ਕਰ ਲਿਆ, ਕਿੱਥੇ ਡਰੱਗ ਕਰਕੇ ਲਾਈਕ ਡੈਥ ਹੋ ਗਈ। ਸੋ ਉਹ ਲੇਡੀਜ਼ ਦੀਆਂ ਅੱਖਾਂ ਦੇ ਵਿੱਚ ਇੰਨੀ ਉਦਾਸੀ ਕਿ ਉਹ ਕਦੀ ਇਸ ਜਨਮ 'ਚ ਤੇ ਹੱਸ ਨਹੀਂ ਪਾਉਣਗੀਆਂ। ਸੋ ਇਹੋ ਜਿਹੇ ਦੁੱਖ ਦਰਦ ਅਸੀਂ ਇਹੋ ਜਿਹੇ ਬੱਚਿਆਂ ਦੀ ਸੇਵਾ ਵਾਸਤੇ ਆਪ ਜੀ ਦੇ ਅੱਗੇ ਅਪੀਲ ਕਰ ਰਹੇ ਹਾਂ। ਸੋ ਜਦੋਂ ਕਲਗੀਧਰ ਟਰਸਟ ਘਰਾਂ 'ਚ ਜਾਂਦੀ ਹੈ, ਬੱਚੇ ਆ ਜਾਂਦੇ ਨੇ, ਫਿਰ ਉਹ ਬੱਚੇ ਇੰਨਾ ਪਿਆਰਾ ਬੋਲਦੇ ਨੇ, मेरा बापू ते मर गया, इंज बोल देंगे, पिता ते मेरा चला गया। सो बहुत पेनफुल है। होर जिवें हुणे वीर जी ने कहा कि असीं इत्थे आए हाँ, सानू ए दात वाहिगुरू ने दित्ती है, साडे बड़े भागां वाले आ, पूर्वलियां कमाइयां चंगियां कीतियां पिछले जन्म विच। मैं किधरे पढ़िया सी, बिल गेट्स ने लिखिया सी कि मैं पिछले जन्म विच बहुत दिता, मैनू हुण मिलिया, ए सारा मैं दे जाना ताकि मैनू अगले जन्म विच मैनू होर मिले। सो बाणी कहंदी देंदियां दे लैन दे थक पाए, जुगा जुगंतर खाई खाए, कदी भी नहीं कटदा। सो बट ਇਹੋ ਜਿਹਾਂ ਦੀ ਸੇਵਾ ਬਾਬਾ ਜੀ ਕਹਿੰਦੇ ਤੂੰ ਕਿਆ ਕਰ ਸੰਗਤ ਨੂੰ, ਅਸੀਂ ਆਪਣੇ ਬੱਚੇ ਤੇ ਸਾਰੇ ਪਾਲਦੇ ਹਾਂ, ਢਿੱਡੋਂ ਜੰਮੇ ਨੇ, ਡਿਊਟੀਆਂ ਨੇ, ਸਾਡੇ ਪਿਆਰ ਮੋਹ ਹੈਗਾ ਉਹਨਾਂ ਦੇ ਨਾਲ। ਬਟ ਇਸ ਤੋਂ ਉੱਪਰ ਕੀ ਹੈਗਾ, ਉਹ ਬੱਚਿਆਂ ਨੂੰ ਸਾਂਭਣਾ, ਉਹ ਗੁਰੂ ਨਾਨਕ ਦੀ ਸੇਵਾ ਵੇ। ਉਹਦੇ ਵਿੱਚ ਕਿਉਂਕਿ ਕੋਈ ਸਾਡਾ ਮਕਸਦ ਨਹੀਂ ਹੈ, ਕੋਈ ਸਾਨੂੰ ਰਿਟਰਨ ਦੀ ਉਮੀਦ ਨਹੀਂ ਹੈ, ਬਸ ਇੰਨੀ ਹੈ ਕਿ ਉਹ ਮਾਂ ਦੀ ਅਸੀਸ, ਉਹ ਮਾਂ ਖੁਸ਼ ਹੋਏਗੀ, ਉਹਦੇ ਵਿੱਚ ਉਹਦੀ ਰੂਹ ਖੁਸ਼ ਹੋਏਗੀ, ਉਹ ਬੱਚਾ ਪੜ੍ਹ ਲਿਖ ਜਾਏਗਾ, ਉਹਦੇ ਅੰਦਰ ਪ੍ਰਮਾਤਮਾ ਦੀ ਖੁਸ਼ੀ, ਉਹ ਸਾਡੀਆਂ ਅਸੀਸਾਂ ਜਿਹੜੀਆਂ ਨਾਲ ਚਲੀ ਜਾਣੀਆਂ ਨੇ। ਸੋ ਸੇਮ ਟੇਬਲ ਵਗੈਰਾ ਲੱਗਿਆ, ਆਪਾਂ ਸਾਰੇ ਜ਼ਰੂਰ ਹਿੱਸਾ ਪਾਈਏ। ਅਤੇ ਮੈਂ ਚਾਹਾਂਗੀ ਬਾਬਾ ਜੀ ਦਾ ਵੀਰ ਜੀ ਵੀਡੀਓ ਆਪਾਂ ਚਲਾਈਏ। ਸੋ ਉਸ ਤੋਂ ਬਾਅਦ ਡਾਕਟਰ ਵਿਰਕ ਵੀਰ ਜੀ ਆ ਕੇ ਸਭ ਦਾ ਥੈਂਕ ਯੂ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਇਸ ਸਮੇਂ ਵਿੱਚ ਬਹੁਤ ਕੁਝ ਗੁਰੂ ਗੋਬਿੰਦ ਸਿੰਘ ਜੀ ਨੇ ਕੀਤਾ। ਪਹਿਲੇ ਤਾਂ ਮਹਾਰਾਜ ਨੇ ਆਪਣਾ ਪਿਤਾ ਵਾਰਿਆ ਹਿੰਦ ਦੀ ਚਾਦਰ ਨੂੰ ਰੱਖਣ ਵਾਸਤੇ, ਉਹ ਕੁਰਬਾਨੀ ਕੀਤੀ। ਉਹਨਾਂ ਨੂੰ ਕਿਹਾ, ਜਦੋਂ ਕਸ਼ਮੀਰੀ ਪੰਡਤ ਆਏ ਨੇ, ਉਹਨਾਂ ਦੱਸਿਆ ਵੀ ਮਹਾਰਾਜ ਸਾਡਾ ਤਾਂ, ਉਹ ਕਹਿੰਦੇ ਨੇ ਵੀ ਕਿਸ ਤਰ੍ਹਾਂ ਨਾਰਾਜ਼ ਹੋ ਗਏ ਜਿਹੜੇ
ਗੁਰੂ ਗੋਬਿੰਦ ਸਿੰਘ ਜੀ ਸਾਰੇ ਉਹਨਾਂ ਦੀ ਗੱਲ ਸੁਣ ਕੇ ਤੇਗ ਬਹਾਦਰ ਜੀ ਨੂੰ ਕਹਿਣ ਲੱਗੇ ਕਿ ਕਿਸ ਕੀ ਇਲਾਜ ਹੈ? ਕਹਿੰਦੇ ਕੋਈ ਚੰਗਾ ਆਦਮੀ ਸ਼ਹੀਦੀ ਦੇਵੇ ਜਾ ਕੇ ਔਰੰਗਜ਼ੇਬ ਕੋਲ, ਤੇ ਤਾਂ ਇਹਨਾਂ ਦਾ ਧਰਮ ਬਚੇਗਾ। ਮਹਾਰਾਜ ਦੇਖੋ ਛੋਟੀ ਉਮਰ ਹੋ ਸਕਦੀ, ਬਿਲਕੁਲ 9-10 ਸਾਲ ਦੇ, ਕਹਿੰਦੇ ਮਹਾਰਾਜ ਤੁਹਾਡੇ ਤੋਂ ਵੱਡਾ ਹੋਰ ਕੌਣ ਹੋ ਸਕਦਾ? ਤੁਸੀਂ ਸ਼ਹੀਦੀ ਦਿਓ, ਤੁਸੀਂ ਬਚਾਓ ਇਹਨਾਂ ਨੂੰ। ਉਹਨਾਂ ਨੇ ਸ਼ਹੀਦੀ ਦਿੱਤੀ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਕ ਔਰੰਗਜ਼ੇਬ ਦੀ ਉਸ ਵਕਤ ਜ਼ੁਲਮ ਜੋ ਹੋ ਰਿਹਾ ਸੀ, ਸਰਕਾਰ ਕਰ ਰਹੀ ਸੀ, ਉਸ ਨੂੰ ਬਚਾਉਣ ਵਾਸਤੇ ਮਹਾਰਾਜ ਨੇ ਆਪਣਾ ਪਰਿਵਾਰ ਕੁਰਬਾਨ ਕਰਤਾ। ਔਰ ਇਸ ਮਹੀਨੇ ਫਿਰ ਛੋਟੇ ਸਾਹਿਬਜ਼ਾਦੇ ਜਿਹੜੇ ਸੀ ਉਹਨਾਂ ਨੂੰ ਫੜ ਕੇ ਜਦੋਂ ਲੈ ਗਏ ਉਹਨਾਂ ਨੂੰ ਨੀਹਾਂ ਚੜਾਇਆ ਗਿਆ। ਨੀਹਾਂ ਚੜਾ ਕੇ ਉਹਨਾਂ ਦੇ ਸਿਰ ਕਲਮ ਕਰ ਦਿੱਤੇ ਗਏ। ਉਹ ਅੱਜ ਮਹੀਨਾ ਬਣਾਇਆ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖੀ ਬੂਟੇ ਨੂੰ ਹਰਾ ਕਰਨ ਵਾਸਤੇ ਆਪਣੇ ਚਾਰੇ ਸਾਹਿਬਜ਼ਾਦੇ ਵਾਰ ਤੇ ਛੋਟੇ ਸਾਹਿਬਜ਼ਾਦੇ ਦਾ ਹੁਣ ਤੇ ਵਕਤ ਆ ਰਿਹਾ ਵੀ ਉਹਨਾਂ ਦਾ ਵਿਚਾਰਾ ਹੁਣ ਸਿੱਧੀ ਹੋ ਰਹੀ ਆ। ਮਾਤਾ ਜੀ ਵੀ ਕੀਤੀ ਕਹਿੰਦਾ ਪਤਾ ਉਹਨਾਂ ਨੇ ਕਿਸ ਤਰ੍ਹਾਂ ਬੱਚਿਆਂ ਨੂੰ ਬਚਾਉਣ ਵਾਸਤੇ, ਕਿਸ ਤਰ੍ਹਾਂ ਆਪਣੇ ਪੰਜਾਬ ਦੇ ਬੱਚਿਆਂ ਨੂੰ ਸਿੱਖੀ ਨੂੰ ਕਰਨ ਵਾਸਤੇ, ਬੂਟਾ ਹਰਾ ਕਰਨ ਵਾਸਤੇ ਆਪਣਾ ਪਰਿਵਾਰ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਵਾਰ ਦਿੱਤਾ। ਪਿਤਾ ਵਾਰੀ, ਮਾਤਾ ਵਾਰੀ, 4 ਸਾਹਿਬਜ਼ਾਦੇ ਵਾਰੇ। ਔਰ ਇਸ ਮਹੀਨੇ 2 ਸਾਹਿਬਜ਼ਾਦੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਗੁਰਪੁਰਬ ਆ ਰਿਹਾ। ਜੇ ਉਹ ਕੌਮ ਵਾਸਤੇ ਇੰਨਾ ਕੁਝ ਕਰ ਸਕਦੇ ਨੇ, ਅਸੀਂ ਉਸ ਕੌਮ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਰਾਜ ਦੀ ਲਾਏ ਬੂਟੇ ਨੂੰ ਅਸੀਂ ਕਿਉਂ ਨਹੀਂ ਹਰਾ ਕਰ ਸਕਦੇ? ਇੰਨੀ ਕੁਰਬਾਨੀ ਕਰਦੇ ਨੇ, ਉਹਨਾਂ ਦੇ ਕੁਰਬਾਨੀਆਂ ਸਰੀਰ ਦੀਆਂ ਕੀਤੀਆਂ, ਅਸੀਂ ਤਾਂ ਮਾਇਆ ਵੀ ਨਹੀਂ ਕੱਢ ਸਕਦੇ। ਅਗਰ ਇੱਕ ਬੱਚੇ ਨੂੰ ਪੜ੍ਹਾਉਣਾ ਆ ਤਾਂ ਰੋਜ਼ ਦਾ 1 ਪਾਉਂਡ ਤੁਸੀਂ ਦਿਓ ਤੇ ਇੱਕ ਬੱਚਾ ਪੜ੍ਹ ਜਾਏਗਾ। ਜਿਹੜਾ ਬੱਚਾ ਪੜ੍ਹ ਜਾਏਗਾ ਉਹ ਪਰਉਪਕਾਰੀ ਜੀਵ ਬਣ ਜਾਏਗਾ। ਤਾਂ 1 ਪਾਉਂਡ ਵੀ ਰੋਜ਼ ਦਾ ਤੁਸੀਂ ਕੱਢੋ ਤਾਂ ਵੀ ਤੁਸੀਂ ਗਰੀਬ ਬੱਚਿਆਂ ਨੂੰ ਬਚਾਇਆ ਤੇ ਬਹੁਤ ਬੁਰੀ ਹਾਲਤ ਹੈ। ਅਗਰ ਅਸੀਂ ਬੱਚਿਆਂ ਨੂੰ ਨਾ ਸੰਭਾਲਿਆ ਤਾਂ ਬੱਚੇ ਡਰੱਗ ਖਾਣ ਲੱਗ ਪਏ ਨੇ, ਨਸ਼ੇ ਖਾਣ ਲੱਗ ਪਏ ਨੇ, ਖਰਾਬ ਹੋ ਰਹੇ ਨੇ, ਸਾਰੀ ਨੇਸ਼ਨ ਹੀ ਖਰਾਬ ਹੋ ਜਾਏਗੀ। ਤਾਂ ਅਸੀਂ ਸਾਡਾ ਜਿਹੜਾ ਅਕਾਲ ਟਰਸਟ ਹੈ, ਜਿਹੜਾ ਕਲਗੀਧਰ ਟਰਸਟ, ਇਹਨਾਂ ਨੇ ਫੈਸਲਾ ਕੀਤਾ ਹੈ ਵੀ ਪਹਿਲੇ ਤੇ ਅਸੀਂ 129 ਸਕੂਲ ਖੋਲੇ ਹੋਏ ਨੇ। ਉਹਦੇ ਵਿੱਚ ਪਹਿਲਾ ਕੰਮ ਅਸੀਂ ਕੀਤਾ ਸੀ ਗ੍ਰੰਥੀਆਂ ਦੇ, ਜਿੰਨੇ ਗ੍ਰੰਥੀਆਂ ਦੇ ਬੱਚੇ ਨੇ ਪਿੰਡਾਂ ਦੇ ਗ੍ਰੰਥੀਆਂ ਦੇ, ਉਹਨਾਂ ਨੂੰ ਅਸੀਂ ਫ੍ਰੀ ਪੜਾਵਾਂਗੇ, ਉਹ ਫ੍ਰੀ ਕਰ ਦਿੱਤੇ। ਬਾਕੀ ਹੁਣ ਦੂਸਰਾ ਸਾਡਾ ਪ੍ਰੋਜੈਕਟ ਆ ਕਿ ਅਸੀਂ ਗਰੀਬ ਬੱਚਿਆਂ ਨੂੰ, ਜਿਹੜੇ ਸਿੱਖ ਬੱਚੇ ਵਿਚਾਰੇ ਰੁੱਦੇ ਫਿਰਦੇ ਨੇ, ਹੋਰ ਗਰੀਬ ਬੱਚੇ ਵੀ, ਉਹਨਾਂ ਨੂੰ 10,000 ਮੇਰਾ ਟਾਰਗੇਟ ਹੈ। ਮੇਰੀ ਉਮਰ ਅਸਰ ਰਹੀ ਤਾਂ ਹਰ ਸਾਲ 10,000 ਬੱਚੇ ਫ੍ਰੀ ਪੜਾਵਾਂਗੇ, ਹਰ ਸਾਲ ਅੱਧੀ ਫੀਸ ਤੇ ਪੜਾਵਾਂਗੇ। ਗੁਰਮੁਖੋ ਇੱਕ ਬੱਚੇ ਨੂੰ ਪੜਾਉਣ ਵਾਸਤੇ ਤੁਸੀਂ $1, 1 ਪਾਉਂਡ ਵੀ ਰੋਜ਼ ਦਾ ਕੱਢੋ, 1 ਪਾਉਂਡ ਬੁਗਣੀ ਪਾ ਕੇ ਰਪਾ ਦਿਓ ਤੇ ਤੁਸੀਂ ਇੱਕ ਬੱਚਾ ਪੜਾ ਸਕਦੇ ਹੋ। ਔਰ ਜਿਹੜਾ ਬੱਚਾ ਪੜਾਓਗੇ ਉਹ ਇੱਕ ਗੁਰੂ ਸਾਹਿਬ ਦਾ ਮਿਸਾਲ ਕਹਿੰਦਾ, ਜੈਸੇ 7 ਮੰਦਰ ਕੰਚਨ ਕੇ ਸਾਰ ਦੇ ਤੈਸਾ ਪੁਨ ਸਿੱਖੋ ਕਿ ਸ਼ਬਦ ਸਦਾਏ। ਮਹਾਰਾਜ ਕਹਿੰਦੇ 7 ਸੋਨੇ ਦੇ ਮੰਦਰ ਬਣਾ ਕੇ ਦਾਨ ਕਰ ਦਿਓ, ਬਰਾਬਰੀ ਨਹੀਂ। ਅਗਰ ਇੱਕ ਸਿੱਖ ਬੱਚੇ ਨੂੰ ਤੁਸੀਂ ਪੜ੍ਹਾਈ ਕਰਾ ਦਿਓ, ਵਿਦਿਆ ਦਾਨ ਦੇ ਦਿਓ, ਤਾਂ ਵਿਦਿਆ ਦਾਨ ਦੇਣਾ ਸਭ ਤੋਂ ਵੱਡਾ ਦਾਨ ਆ। ਇਸ ਤੋਂ ਉੱਚਾ ਕੋਈ ਦਾਨ ਨਹੀਂ, ਕਿਉਂਕਿ ਤੁਸੀਂ ਇਨਸਾਨ ਬਣਾ ਰਹੇ ਹੋ। ਤਾਂ ਬੱਚਿਆਂ ਨੂੰ ਅਗਰ ਪੜਾਓਗੇ ਤੁਸੀਂ ਪੰਜਾਬ ਦੇ ਬੱਚਿਆਂ ਨੂੰ, ਤੇ ਪੰਜਾਬ ਬਚ ਜਾਏਗਾ ਔਰ ਗੁਰੂ ਸਾਹਿਬ ਦਾ ਲਾਇਆ ਬੂਟਾ ਹਰਾ ਹੋ ਜਾਏਗਾ। ਉਹਦੇ ਗੱਲ ਕੁਝ ਵੀ ਨਹੀਂ। ਹਰ ਇੱਕ ਬੰਦਾ ਤੁਹਾਡਾ ਜੋ ਵੀ ਸਿੱਖ ਬਾਹਰ ਵੱਸਦਾ ਆ, ਉਹ ਕਮ ਇੰਗਲੈਂਡ ਵਿੱਚ ਵੱਸਦਾ, ਉਹ ਰੋਜ਼ ਦਾ 1 ਪਾਉਂਡ ਵੀ ਕੱਢੇ ਤੇ ਇੱਕ ਬੱਚਾ ਪੜਾ ਸਕਦਾ। ਸਰ 1 ਪਾਉਂਡ, 5 ਪਾਉਂਡ, 7 ਪਾਉਂਡ, 10 ਪਾਉਂਡ, ਅਗਰ 10 ਪਾਉਂਡ ਕੱਢੇ 10 ਬੱਚੇ ਪੜਾ ਸਕਦਾ। ਗੱਲ ਤਾਂ ਕੁਝ ਵੀ ਨਹੀਂ। ਤਾਂ ਬਾਤ ਅਗਰ ਲੱਕ ਬਣ ਕੇ ਤੁਸੀਂ ਕੋਈ 100 ਪਾਉਂਡ ਕੱਢੇ 100 ਬੱਚੇ ਪੜਾ ਸਕਦਾ। ਤਾਂ ਕਹਿੰਦਾ ਪਕਾਵੇ ਇਹ ਸਭ ਤੋਂ ਵੱਡਾ ਪਰਉਪਕਾਰ ਕੰਮ ਆ। ਗੁਰਦੁਆਰੇ ਅਸੀਂ ਬਹੁਤ ਵੱਡੇ ਬਣਾ ਲਏ, ਸਭ ਕੁਝ ਬਣਾ ਲਿਆ। ਅੱਜ ਗੁਰਦੁਆਰਿਆਂ ਸਿਰਫ ਬੁੱਢੇ ਆਦਮੀ ਜਾਂਦੇ ਨੇ, ਬੱਚੇ ਜਾਂਦੇ ਨਹੀਂ। ਅਸੀਂ ਗੁਰਦੁਆਰੇ ਜਾਣ ਵਾਲੇ ਬਣਾਈਏ, ਕਿਉਂਕਿ ਬੱਚਿਆਂ ਨੂੰ ਅਸੀਂ ਬੜੂ ਸਾਹਿਬ ਦੇਖੋ ਜਾ ਕੇ ਸਾਰੇ ਬੱਚੇ, ਕੋਈ ਇੱਥੇ ਪੇੜ ਗ੍ਰੰਥੀ ਨਹੀਂ, ਕੋਈ ਪੇੜ ਰਾਗੀ ਨਹੀਂ, ਸਾਰਾ ਬੱਚੇ ਹੀ ਕਰਦੇ ਨੇ। ਬੱਚੇ ਸੁਖਾਸਨ ਕਰਦੇ ਨੇ, ਬੱਚੇ ਹੀ ਕੀਰਤਨ ਕਰਦੇ ਨੇ, ਬੱਚੇ ਅਰਦਾਸ ਕਰਦੇ, ਸਭ ਕੁਝ ਬੱਚੇ ਕਰਦੇ ਨੇ। ਇਸ ਤਰ੍ਹਾਂ ਦੀ ਬੱਚਿਆਂ ਨੂੰ ਟ੍ਰੇਨਿੰਗ ਦੇਣੀ ਜਿਹੜੀ ਸਾਰੇ ਸਕੂਲਾਂ ਸਾਡੇ ਇਹੋ ਹੀ ਚੱਲ ਰਿਹਾ। ਅਸੀਂ ਚਾਹੁੰਦੇ ਹਾਂ ਕਿ ਅਗਰ ਪੰਜਾਬ ਨੂੰ ਸਿੱਖੀ ਦਾ ਬੂਟਾ ਹਰਾ ਭਰਾ ਕਰਨਾ ਹੈ ਤਾਂ ਬੱਚੇ ਅਸੀਂ ਪੜ੍ਹਾਈਏ। ਬੱਚੇ ਜਿਹੜੇ ਗਰੀਬ ਆਦਮੀ, ਅਮੀਰ ਆਦਮੀ ਤਾਂ ਪੜ੍ਹਾ ਲੈਂਦਾ, ਗਰੀਬ ਆਦਮੀ ਵਿਚਾਰੇ ਨਹੀਂ ਪੜ੍ਹਾਉਂਦੇ, ਉਹ ਫਿਰ ਨਸ਼ਿਆਂ 'ਚ ਪੈ ਜਾਂਦੇ ਨੇ, ਡਰੱਗ 'ਚ ਪੈ ਜਾਂਦੇ ਨੇ ਦੂਸਰੇ। ਇਸ ਕਰਕੇ ਗੁਰਮੁਖੋ ਅੱਜ ਅਸੀਂ ਇੱਕ ਬੱਚੇ ਨੂੰ ਪੜ੍ਹਾਉਣ ਵਾਸਤੇ ਵੀ 1 ਪਾਉਂਡ ਰੋਜ਼ ਦਾ ਕੱਢ ਲਈਏ, ਬਾਹਰ ਕੱਢ ਕੇ ਤੇ ਇੱਕ ਬੱਚਾ ਪੜ੍ਹ ਜਾਂਦਾ। ਤੇ 1 ਪਾਉਂਡ, 5 ਪਾਉਂਡ, 10 ਪਾਉਂਡ
10 ਪਾਉਂਡ ਤੁਸੀਂ ਕੱਢੋਗੇ 10 ਬੱਚੇ ਪੜ੍ਹਾ ਲਓਗੇ। ਤੇ ਇਹ ਇਸ ਤੋਂ ਵੱਡਾ ਬਹੁਤ ਵੱਡੀ ਚੀਜ਼ ਆ। ਤੇ ਇਹ ਤੁਹਾਨੂੰ ਦੁਬਾਰਾ ਤੁਕ ਦੱਸਦਾ, ਜੈਸੇ 7 ਮੰਦਰ ਕੰਚਨ ਕੇ ਸਾਰਦੀ ਨੇ, 7 ਸੋਨੇ ਦੇ ਮੰਦਰ ਬਣਾ ਕੇ ਦਾਨ ਕਰ ਦਿਓ, ਉਹ ਬਰਾਬਰੀ ਨਹੀਂ ਕਰਦਾ। ਸਭ ਨੂੰ ਸਿੱਖ ਕੋ ਸ਼ਬਦ ਸਿਖਾਏਗਾ ਕਿ ਸਿੱਖ ਨੂੰ ਬੱਚੇ ਨੂੰ ਪੜ੍ਹਾ ਦਿਓ, ਉਹ ਬਰਾਬਰੀ ਨਹੀਂ ਕਰ ਸਕਦਾ। ਇਸ ਕਰਕੇ ਮੇਰੀ ਇਹੋ ਜਿਹੀ ਬੇਨਤੀ ਹੈ ਕਿ ਹਰ ਇੱਕ ਸਿੱਖ ਆਪਣੇ ਬੱਚੇ ਨੂੰ, ਪੰਜਾਬ ਦੇ ਬੱਚਿਆਂ ਨੂੰ ਪੜ੍ਹਾਉਣ ਵਾਸਤੇ ਕਮ ਸੇ ਕਮ 1 2 2 5 5 10 10 ਬੱਚੇ ਅਡਾਪਟ ਕਰ ਲਵੇ। ਗੱਲ ਕੁਛ ਵੀ ਨਹੀਂ, ਰੋਜ਼ ਦਾ 10 ਪਾਉਂਡ ਹੀ ਪਾ 10 ਬੱਚੇ ਬਣ ਜਾਣਗੇ ਰੋਜ਼ ਦੇ ਕਰ ਲਓ। ਤੇ ਕਹਿਣ ਦਾ ਭਾਵ ਹੈ ਇਹ ਕਰੋਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਖੁਸ਼ੀ ਲਾਓਗੇ। ਇਹ ਜਿਹੜਾ ਸ਼ਹੀਦੀ ਗੁਰਪੁਰਬ ਆ ਰਿਹਾ, ਉਹਨਾਂ ਲਈ ਤੁਹਾਨੂੰ ਬਖਸ਼ਿਸ਼ ਮਿਲੇਗੀ ਕਿ ਤੁਸੀਂ ਉਹ ਬੱਚਿਆਂ ਦਾ ਲਾਇਆ ਬੂਟਾ ਹਰਾ ਕਰ ਰਹੇ ਹੋ। ਇਹ ਸ਼ਬਦਾਂ ਨਾਲ ਦਾਸ ਕੇ ਮਾਂ ਦਾ ਜਾਜ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।